ਆਪਣੇ ਰੰਗ ਅਨੇਕ ਵੇਖਣ ਵਾਲੇ ਸਭ ਦਰਸ਼ਕਾਂ ਨੂੰ ਜਗੀਰ ਸਿੰਘ ਕਾਹਲੋਂ ਵੱਲੋਂ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ। ਜਿਵੇਂ ਅਸੀਂ ਹਰ ਵੇਰ ਕੋਈ ਨਵਾਂ ਰੰਗ ਲੈ ਕੇ ਦਰਸ਼ਕਾਂ ਦੇ ਰੂਬਰੂ ਹੁੰਦੇ ਹਾਂ, ਅੱਜ ਵੀ ਅਸੀਂ ਇੱਕ ਖੂਬਸੂਰਤ ਰੰਗ ਜਿਹੜਾ ਹੈ ਉਹ ਲੈ ਕੇ ਤੁਹਾਡੇ ਕੋਲ ਹਾਜ਼ਰ ਹਾਂ ਜੀ। ਅੱਜ ਸਾਡੇ ਸਟੂਡੀਓ ਵਿੱਚ ਨੇ ਸ਼ਾਇਰਾ ਤੇ ਸਾਹਿਤਕ ਪੱਤਰਕਾਰੀ ਦੇ ਖੇਤਰ ਵਿੱਚ ਕਾਰਜਸ਼ੀਲ ਏਕਮ ਦੀ ਸੰਪਾਦਕਾ ਅਰਤਿੰਦਰ ਸੰਧੂ ਜੀ। ਤੁਹਾਡਾ ਸਵਾਗਤ ਹੈ ਅਰਤਿੰਦਰ ਜੀ। ਸ਼ੁਕਰੀਆ ਕਾਲੋ ਸਾਹਿਬ, ਸ਼ੁਕਰੀਆ ਮੈਨੂੰ ਕੈਨੇਡਾ ਦੇ ਪੰਜਾਬੀ ਪਾਠਕਾਂ ਦੇ ਰੂਬਰੂ ਕਰਨ ਵਾਸਤੇ। ਅਸੀਂ ਅਰਤਿੰਦਰ ਜੀ ਜਾਣਨਾ ਚਾਹਾਂਗੇ ਕਿ ਤੁਹਾਡਾ ਜਿਹੜਾ ਪਿਛੋਕੜ ਹੈ ਉਹ ਪੰਜਾਬ ਦੇ ਕਿਸ ਇਲਾਕੇ ਤੋਂ ਹੈ ਔਰ ਤੁਹਾਡਾ ਬਚਪਨ ਜਿਹੜਾ ਹੈਗਾ ਉਹ ਕਿੱਥੇ ਬੀਤਿਆ? ਮੇਰਾ ਬਚਪਨ ਤਾਂ ਜੀ ਤਰਨਤਾਰਨ ਬੀਤਿਆ ਸੀ। ਪਿੰਡ ਤੋਂ ਮੇਰੇ ਫਾਦਰ ਬੱਚਿਆਂ ਦੀ ਪੜ੍ਹਾਈ ਕਰਕੇ ਸਰਵਿਸ ਕਰਕੇ ਅਸੀਂ ਤਰਨਤਾਰਨ ਹੀ ਰਹੇ ਜੀ। ਤਾਂ ਫਿਰ ਵਿਆਹ ਤੋਂ ਬਾਅਦ ਜਾਂ ਮੇਰੀ ਪੜ੍ਹਾਈ ਜਿਹੜੀ ਹੈ ਉਹ ਜਲੰਧਰ ਤੇ ਅੰਮ੍ਰਿਤਸਰ ਹੋਈ ਤੇ ਅਸੀਂ ਅੰਮ੍ਰਿਤਸਰ ਹੀ ਰਹਿ ਰਹੇ ਹਾਂ ਹੁਣ ਬਹੁਤ ਸਾਰਾ, ਬਾਕੀ ਤਕਰੀਬਨ 50 ਸਾਲ ਤੋਂ। ਤੁਹਾਡੇ ਪੇਰੈਂਟਸ ਦਾ ਜਿਹੜਾ ਜੱਦੀ ਪਿੰਡ ਸੀਗਾ ਉਹ ਮੇਰੇ ਪੇਰੈਂਟਸ ਦਾ ਜੱਦੀ ਪਿੰਡ ਹਰਸਾ ਚੀਨਾ ਸੀ ਜੀ। ਤਾਂ ਇਹ ਜੋ ਇਨਲਾਜ ਦਾ ਪਿੰਡ ਜਿਹੜਾ ਹੈ ਉਹ ਸੰਗਤਪੁਰਾ, ਫਤਿਹਗੜ੍ਹ ਚੂੜੀਆਂ ਦੇ ਕੋਲ। ਜੀ ਜੀ। ਤਾਂ ਪਰ ਇਹ ਕਿ ਅਸੀਂ ਸਰਵਿਸ ਦੇ ਮਾਮਲੇ ਵਿੱਚ ਅੰਮ੍ਰਿਤਸਰ ਹੀ ਸੈਟਲ ਹੋਏ ਸੀ। ਜਿਹੜਾ ਹਰਸਾ ਸ਼ੀਨਾ ਆ ਜੀ, ਇਹ ਇਤਿਹਾਸਕ ਪਿੰਡ ਆ ਪੰਜਾਬ ਦਾ ਜੀ ਬਿਲਕੁਲ। ਤੇ ਇਹਦੇ ਵਿੱਚ ਬਹੁਤ ਇਹਦੇ ਨਾਲ ਮੋਰਚਿਆਂ ਦੀਆਂ ਗੱਲਾਂ ਜੁੜੀਆਂ, ਇਹਦੇ ਨਾਲ ਸ਼ੀਨਾ ਸਾਹਿਬ ਜਿਹੜੇ ਸਰਦਾਰ ਅਸ਼ਰ ਸਿੰਘ ਸ਼ੀਨਾ ਐਮਐਲਏ ਰਹੇ ਆ, ਉਹਨਾਂ ਦੀਆਂ ਗੱਲਾਂ ਬਾਤਾਂ ਜੁੜੀਆਂ ਹੈਗੀਆਂ। ਤੇ ਤੁਸੀਂ ਮੁੱਢਲੀ ਐਜੂਕੇਸ਼ਨ ਜਿਹੜੀ ਹੈ ਜੀ, ਪੜ੍ਹਾਈ ਉਹ ਕਿੱਥੋਂ ਕੀਤੀ ਹੈਗੀ ਆ? ਮੇਰੀ ਪੜ੍ਹਾਈ ਸਾਰੀ ਤਰਨਤਾਰਨ ਹੀ ਹੋਈ ਹੈ। ਕੁਝ ਸਾਲ ਵਿੱਚੋਂ ਮੇਰੇ ਪਿਤਾ ਜੀ ਦੀ ਬਦਲੀ ਨੌਸ਼ਹਿਰਾ ਪੰਨੋਂ ਹੋਈ ਤੇ 4-5 ਸਾਲ ਅਸੀਂ ਉੱਥੇ ਰਹੇ। ਉੱਥੋਂ ਦੇ ਵੀ ਬੜੇ ਅਲੱਗ ਤਰ੍ਹਾਂ ਦੇ ਤਜਰਬੇ ਸੀ। ਤਾਂ ਪਰ ਜ਼ਿਆਦਾਤਰ ਫਿਰ ਤਰਨਤਾਰਨ ਤੋਂ ਫਿਰ ਕਾਲਜ ਵਾਸਤੇ ਮੈਨੂੰ, ਕਿਉਂਕਿ ਮੈਂ ਸਾਇੰਸ ਦੀ ਵਿਦਿਆਰਥਣ ਸੀ, ਤਾਂ ਇਸ ਕਰਕੇ ਮੈਨੂੰ ਜਲੰਧਰ ਕੰਨਿਆ ਮਹਾਵਿਦਿਆਲਿਆ ਤੇ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਬਾਕੀ BSc ਕੰਪਲੀਟ ਕੀਤੀ ਤੇ B.Ed ਉੱਥੇ ਕੀਤੀ। ਫਿਰ ਤੇ ਉਸ ਤੋਂ ਬਾਅਦ ਤੁਸੀਂ ਫਿਰ B.Ed ਕੀਤੀ? B.Ed ਕੀਤੀ, ਫਿਰ MA। ਮੈਂ ਤਕਰੀਬਨ ਅਸਲ 'ਚ ਉਦੋਂ ਮੇਰਾ ਵਿਚਾਰ ਸੀ ਕਿ ਮੈਂ ਬੋਟਨੀ ਦੀ MSc ਕਰਨੀ ਆ, ਪਰ ਉਸ ਵੇਲੇ ਯੂਨੀਵਰਸਿਟੀ ਬਣੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਬੋਟਨੀ ਦੀ MSc ਹੈ ਨਹੀਂ ਸੀ। ਤਾਂ ਫਿਰ ਮੈਨੂੰ ਸਰਵਿਸ ਜੁਆਇਨ ਕਰ ਲਈ। ਤਾਂ 20 ਸਾਲ ਪਿੱਛੋਂ ਮੈਨੂੰ ਇਹ ਮਹਿਸੂਸ ਹੋਇਆ ਕਿ ਮੈਂ ਤਾਂ ਹੁਣ ਮੇਰੇ ਬੱਚੇ ਵੱਡੇ ਹੋ ਗਏ, ਬੇਟੀ 9 ਚ, ਮੈਂ ਸੋਚਿਆ ਹੁਣ ਮੈਂ ਛੁੱਟੀ ਲੈ ਕੇ MSc ਨਹੀਂ ਕਰ ਸਕੂੰਗੀ। ਫਿਰ ਮੈਂ ਛੁੱਟੀ ਲੈ ਕੇ ਸਕੂਲੋਂ ਥੋੜ੍ਹੇ ਦਿਨ ਤਾਂ ਮੈਂ ਪੰਜਾਬੀ ਦੀ ਪ੍ਰੀਵੀਅਸ MA ਕਰ ਲਈ ਤੇ 2 ਸਾਲਾਂ ਵਿੱਚ ਇਸ ਤਰ੍ਹਾਂ 3-3 ਹਫ਼ਤਿਆਂ ਦੀ ਛੁੱਟੀ ਲੈ ਕੇ MA ਕੰਪਲੀਟ ਕੀਤੀ, ਕਿਉਂਕਿ ਮੈਂ ਲਿਟਰੇਚਰ ਨਾਲ ਪੜ੍ਹਨ ਨਾਲ ਲਗਾਤਾਰ ਜੁੜੀ ਰਹੀ ਸੀ, ਪੰਜਾਬੀ ਲਿਟਰੇਚਰ। ਤੇ ਤੁਹਾਨੂੰ ਜਿਹੜੀ ਅਧਿਆਪਕ ਬਣਨ ਦੀ ਪ੍ਰੇਰਨਾ ਇਹ ਕਿੱਥੋਂ ਮਿਲੀ? ਅਸਲ 'ਚ ਉਸ ਵੇਲੇ ਅਸੀਂ ਜਿਹੜਾ ਸਾਡਾ ਸਮਾਂ ਸੀ, ਉਦੋਂ ਅਸੀਂ ਪ੍ਰੇਰਨਾ ਨਾਲ ਨਹੀਂ ਸੀ ਬਣਦੇ, ਉਦੋਂ ਹਾਲਾਤ ਨਾਲ ਬਹੁਤੇ ਬੰਦੇ ਬਣਦੇ ਸੀ। ਪ੍ਰੇਰਨਾ ਮੈਨੂੰ, ਵੈਸੇ ਮੈਂ ਸਕੂਲ ਹੁੰਦਿਆਂ ਮੋਨੀਟਰ ਦੇ ਤੌਰ ਤੇ ਤਾਂ ਮੈਨੂੰ ਅਧਿਆਪਕ ਸਮਝਦੇ ਸੀ ਬੜੇ, ਪਰ ਮੇਰੀ ਇੱਛਾ ਸੀ ਕਿ ਮੈਂ ਕਾਲਜ ਵਿੱਚ ਲੈਕਚਰਰ ਬਣਾ। ਉਸ ਕਰਕੇ ਮੈਨੂੰ MSc ਬੋਟਨੀ ਕਰਨੀ ਚਾਹੁੰਦੀ, ਪਰ ਹਾਲਾਤ ਇਸ ਤਰ੍ਹਾਂ ਦੇ ਬਣੇ ਕਿ ਫਿਰ ਮੈਨੂੰ ਜਦੋਂ ਸਰਵਿਸ, ਉਦੋਂ ਨੌਕਰੀਆਂ ਦੀ ਇੰਨੀ ਪ੍ਰੋਬਲਮ ਨਹੀਂ ਸੀ। ਮੈਨੂੰ B.Ed ਕਰਦਿਆਂ ਹੀ 3-4 ਆਫਰ ਆ ਗਿਆ ਸੀ ਸਰਵਿਸ ਦੇ। ਤਾਂ ਸਰਵਿਸ ਕਰਦਿਆਂ ਹੀ ਅਗਲੇ ਤੀਸਰੇ ਦਿਨ ਮੇਰੀ ਅਪਾਇੰਟਮੈਂਟ ਹੋ ਗਈ, ਪਹਿਲੀ ਜਿਹੜੀ ਸੀ। ਇਹ ਕਿਹੜੇ ਕੁ ਸਾਲ ਦੀ ਗੱਲ ਹੈ? ਇਹ 1967 ਦੀ ਗੱਲ ਹੈ। 31 ਜੁਲਾਈ ਨੂੰ ਦੇਖੋ ਮੇਰਾ B.Ed ਦਾ ਰਿਜ਼ਲਟ ਨਿਕਲਿਆ ਤੇ 2 ਅਗਸਤ ਦੀ ਮੇਰੀ ਪਹਿਲੀ ਅਪਾਇੰਟਮੈਂਟ ਸੀਗੀ ਉਦੋਂ। ਇਹ ਵਾਕਿਆ ਹੀ ਤੁਸੀਂ ਠੀਕ ਕਹਿ ਰਹੇ ਹੈਗੇ ਆ ਕਿ ਉਦੋਂ ਰੁਜ਼ਗਾਰ ਦੀ ਇਸ ਕਿਸਮ ਦੀ ਸਮੱਸਿਆ ਹੈ ਨਹੀਂ ਸੀਗੀ। ਜੀ ਜੀ। ਤੁਸੀਂ ਹੁਣ ਅਰਤਿੰਦਰ ਜੀ ਫਿਰ ਕਵਿਤਾ ਵੱਲ ਕਿਵੇਂ ਆਏ? ਕਵਿਤਾ ਵੱਲ ਮੈਂ ਬਚਪਨ ਤੋਂ ਹੀ ਹਾਂ ਜੀ। ਮੈਂ ਸਕੂਲ ਵਿੱਚ ਵੀ ਕਵਿਤਾ ਲਿਖਦੀ ਸੀ ਤੇ ਉਦੋਂ ਪੜ੍ਹ ਕੇ, ਪਰ ਉਦੋਂ ਕਵਿਤਾ ਦਾ ਇੰਨਾ ਕੀ ਅਸਲ ਕਵਿਤਾ ਇੱਕ ਮਤਲਬ ਇੱਕ ਉਛਾਲ ਦੀ ਤਰ੍ਹਾਂ ਆਉਂਦੀ ਹੈ, ਫੁਹਾਰੇ ਦੀ ਤਰ੍ਹਾਂ ਮੇਰੇ ਅੰਦਰ। ਤਾਂ ਉਦੋਂ ਕਵਿਤਾਵਾਂ ਦਾ ਜਿਹੜਾ ਲੋਰ ਸੀ ਜਾਂ ਰੁਝਾਨ ਸੀ, ਉਹ ਦੇਸ਼ ਪਿਆਰ ਦੀਆਂ ਕਵਿਤਾਵਾਂ ਦਾ ਸੀ। ਜਦੋਂ ਅਸੀਂ ਬਚਪਨ ਵਿੱਚ ਸਾਂ ਸਕੂਲ ਵਿੱਚ, ਤਾਂ ਉਸ ਤਰ੍ਹਾਂ ਦੀਆਂ ਹੀ ਕਵਿਤਾਵਾਂ ਪਹਿਲਾਂ ਲਿਖੀਆਂ ਗਈਆਂ। ਤਾਂ ਸਾਰੇ ਬੱਚੇ ਉਸ ਤਰ੍ਹਾਂ ਦੇ ਸਕੂਲ, ਜਦੋਂ ਬਾਲ ਸਭਾ ਹੁੰਦੀ ਸੀ ਸ਼ਨੀਚਰਵਾਰ ਨੂੰ, ਤਾਂ ਸਾਰੇ ਬੱਚੇ ਉਸ ਤਰ੍ਹਾਂ ਦੀਆਂ ਕੋਈ ਕਵਿਤਾਵਾਂ ਸੁਣਾਉਂਦੇ ਸੀ ਤੇ ਮੈਂ ਵੀ ਆਪਣੀ ਕਵਿਤਾ ਕੋਈ ਲਿਖ ਕੇ ਸੁਣਾਉਂਦੀ ਸੀ। ਪਰ ਉਦੋਂ ਕਵਿਤਾ ਦੀ ਇੰਨੀ ਕੀ ਸਮਝ ਸੀ ਕਿ ਹੁਣ ਕਵਿਤਾ ਬੋਲੀ ਗਈ ਹੈ ਤਾਂ ਇਹ ਕਾਪੀ ਭਰ ਗਈ ਹੈ ਤੇ ਇਹ ਖਤਮ ਹੋ ਗਿਆ ਕੰਮ।
ਠੀਕ ਹੈ। ਤਾਂ ਜਦੋਂ ਕਾਪੀ ਭਰ ਜਾਂਦੀ ਕਵਿਤਾਵਾਂ ਲਿਖ ਲਿਖ ਕੇ, ਉਦੋਂ ਉਹ ਸੁੱਟੀ ਜਾਂਦੀ ਕਿ ਨਾਲ ਹੀ ਮਤਲਬ ਹੁਣ ਇਹਦਾ ਕੰਮ ਨਹੀਂ ਹੈ। ਤਾਂ ਇਹ ਜੀ ਮਤਲਬ ਇਹ ਸਿਲਸਿਲਾ ਚੱਲਦਾ ਰਿਹਾ ਸਕੂਲ ਟਾਈਮ, ਫਿਰ ਕਾਲਜ ਟਾਈਮ ਵੀ। ਕਾਲਜ ਵਿੱਚ ਮੇਰਾ ਰੁਝਾਨ ਕਵਿਤਾ ਦਾ ਬਦਲਿਆ। KMB ਚ ਆ ਗਏ? KMB ਜਾ ਕੇ, KMB ਤੋਂ ਬਾਅਦ ਖਾਲਸਾ ਕਾਲਜ ਜਾ ਕੇ। ਅਸਲ 'ਚ ਮੈਂ KMB ਮੈਂ ਕਵਿਤਾਵਾਂ ਤਾਂ ਮੇਰੀਆਂ ਕਾਲਜ ਮੈਗਜ਼ੀਨ ਦੇ ਵਿੱਚ ਛਪਦੀਆਂ ਰਹੀਆਂ, KMB ਵੀ ਤੇ ਖਾਲਸਾ ਕਾਲਜ ਵੀ। ਪਰ ਉਹ ਕਿਉਂਕਿ ਮੇਰੇ ਜਿਹੜਾ ਰੁਝਾਨ ਸੀ ਨਾ ਉਹ ਥੋਟ ਵੱਲ ਹੋ ਗਿਆ। ਮੈਂ ਹੋਰ ਕਵਿਤਾ ਵੀ ਬਹੁਤ ਪੜ੍ਹਦੀ ਸੀ। ਉਸ ਵੇਲੇ ਮੈਗਜ਼ੀਨ ਸਨ ਇਲਸਟ੍ਰੇਟਡ ਵੀਕਲੀ, ਧਰਮਯੁੱਗ, ਫੈਮਿਨਾ। ਤਾਂ ਮੈਂ ਨਾਲ ਸਾਇੰਸ ਰਿਪੋਰਟਰ ਵੀ ਪੜ੍ਹਨਾ, ਸਾਇੰਸ ਸਟੂਡੈਂਟ ਹੋਣ ਕਰਕੇ। ਹਿੰਦੀ ਦੇ ਮੈਗਜ਼ੀਨ ਸੀਗੇ ਜੀ, ਹਿੰਦੀ ਦੇ ਮੈਗਜ਼ੀਨ ਬੜੇ ਅੱਛੇ ਸਨ ਉਸ ਵੇਲੇ ਜੀ। ਤਾਂ ਮੈਂ ਉਹ ਪੜ੍ਹਦੀ ਰਹੀ। ਤਾਂ ਮੈਨੂੰ ਉਦੋਂ ਕਵਿਤਾਵਾਂ ਕੁਝ ਇਹੋ ਜਿਹੀਆਂ ਪੜ੍ਹੀਆਂ ਜਿਨ੍ਹਾਂ ਨੇ ਮੇਰੇ ਥੋਟ ਦੇ ਪ੍ਰੋਸੈਸ ਨੂੰ ਟੁੰਬਿਆ। ਤਾਂ ਮੇਰਾ ਜਿਹੜੀ ਕਵਿਤਾ ਦਾ ਰੁਝਾਨ ਸੀ ਉਹ ਇਸ ਤਰ੍ਹਾਂ ਹੋ ਗਿਆ ਕਿ ਕਵਿਤਾ ਸੋਚ ਆਧਾਰਿਤ ਹੋਵੇ। ਤਾਂ ਉਸ ਵੇਲੇ ਜਿਹੜੀ ਮੈਂ BSc ਵਿੱਚ ਪੜ੍ਹਦਿਆਂ ਜਿਹੜੀ ਇਸ ਤਰ੍ਹਾਂ ਦੀ ਪਹਿਲੀ ਕਵਿਤਾ ਜਦੋਂ ਮੇਰੇ ਕੋਲੋਂ ਲਿਖੀ ਗਈ, ਉਹ ਮੇਰੀ ਪਹਿਲੀ ਕਿਤਾਬ ਵਿੱਚ ਛਪੀ ਕਿ ਉਹ ਮਤਲਬ ਜਿਹੜੀ ਮੇਰੇ ਵੱਲੋਂ ਲਿਖੀ ਗਈ ਸੀ। ਜੀ ਇਰਸ਼ਾਦ। ਮਤਲਬ ਮੇਰੇ ਜਿਸ ਤਰ੍ਹਾਂ ਦੀਆਂ ਮੈਂ ਪੜ੍ਹਦੀ ਸੀ ਕਵਿਤਾਵਾਂ, ਕੁਦਰਤੀ ਗੱਲ ਹੈ। ਫਿਰ ਬਾਬਾ ਬਲਵੰਤ ਦੂਸਰਾ ਮੇਰਾ ਫੇਵਰੇਟ ਕਵੀ ਸੀ ਉਸ ਵੇਲੇ ਜੀ। ਤੇ ਜਿਸ ਤਰ੍ਹਾਂ ਬਾਬਾ ਬਲਵੰਤ ਦੀ ਕਵਿਤਾ ਸੋਚ ਤੇ ਆਧਾਰਿਤ ਹੈ, ਮੇਰੀ ਕਵਿਤਾ ਦਾ ਵੀ ਉਸ ਤਰ੍ਹਾਂ ਦਾ ਹੀ ਰੰਗ ਹੌਲੀ ਹੌਲੀ ਹੋ ਗਿਆ। ਠੀਕ ਹੈ। ਤਾਂ ਇਸ ਤਰ੍ਹਾਂ ਮਤਲਬ ਇਹ ਵਰਤਾਰਾ ਉਸੇ ਤਰ੍ਹਾਂ ਚੱਲਦਾ ਰਿਹਾ। ਹੁਣ ਵੀ ਮੇਰੇ ਵਾਸਤੇ ਹਰੇਕ ਸ਼ਬਦ ਜਿਹੜਾ ਹੈ ਉਹ ਸਾਰਥਕ ਹੋਣਾ ਚਾਹੀਦਾ ਹੈ ਤੇ ਉਹਦਾ ਕੋਈ ਨਾ ਕੋਈ ਅਰਥ ਹੋਣਾ ਚਾਹੀਦਾ ਹੈ। ਜੇ ਸੁਨੇਹਾ ਹੋਵੇ ਤਾਂ ਤਕਰੀਬਨ ਮੇਰੀ ਕੋਸ਼ਿਸ਼ ਹੁੰਦੀ ਕਿ ਸੁਨੇਹੇ ਤੋਂ ਬਿਨਾਂ ਕੋਈ ਸ਼ਬਦ ਨਾ ਹੋਵੇ। ਉਹ ਜਿਹੜੀ ਪਹਿਲੀ ਕਵਿਤਾ ਤੁਸੀਂ ਲਿਖੀ ਉਹਦੇ ਕੁਝ ਸਤਰਾਂ ਹਾਂਜੀ ਸਾਡੇ ਨਾਲ ਸਾਂਝੀਆਂ ਕਰ ਸਕਦੇ ਹੋ? ਬਿਲਕੁਲ, ਉਹ ਤਾਂ ਸਟੂਡੈਂਟ ਲਾਈਫ ਦੀ ਕਵਿਤਾ ਸੀ ਜੀ ਕਿ ਟਿੱਸੀ ਮੇਰੇ ਉਫਕਾਂ ਦੀ ਤੇ ਇੱਕ ਜਿੰਦ ਜਈ, ਪਾਣੀਆਂ ਦੀ ਬੂੰਦ ਵਾਂਗੂ ਫਰਕਦੀ, ਅਕਸ ਮੇਰੀ ਪਿਆਸ ਦਾ ਇੱਕ ਪੀੜ ਦਾ, ਚੁੱਪ ਚੁੱਪ ਉਹ ਤੜਪਣੀ ਇੱਕ ਧਰਤ ਦੀ, ਲੱਖ ਥਲਾਂ ਵਿੱਚ ਟੁੰਡਿਆ ਲੱਖ ਸਾਗਰਾਂ 'ਚ, ਲੱਖ ਸੂਲਾਂ ਚੁੱਭ ਗਈਆਂ ਜ਼ਿੰਦਗੀ ਦੀਆਂ, ਸਮਝਿਆ ਆਖਿਰ ਕਿ ਤੈਨੂੰ ਪਾ ਲਿਆ, ਪਿਆਸ ਮੇਰੀ ਅਜ਼ਲ ਦੀ ਤ੍ਰਿਪਤਣ ਲੱਗੀ, ਬੂੰਦਾਂ ਸ਼ਾਇਦ ਕੁਝ ਬਰਸੀਆਂ ਕਿ ਭੁੱਲ ਗਈ, ਛੂ ਤੇਰੀ ਬਾਹਾਂ ਤੋਂ ਪਰ ਇੰਜ ਨਿਕਲ ਗਈ ਕਿ ਇੱਕ ਤਾਰਾ ਟੁੱਟ ਗਿਆ ਜ਼ਿੰਦਗੀ ਦੇ ਚਮਕਦੇ ਅਸਮਾਨ 'ਚੋਂ। ਇਹ ਮੇਰੀ ਉਸ ਵੇਲੇ ਦੀ ਕਵਿਤਾ ਸੀ ਤੇ ਇਹ ਫਿਰ ਮੇਰੀ ਪਹਿਲੀ ਕਿਤਾਬ ਜਿਹੜੀ ਛਪੀ ਕਵਿਤਾ ਦੀ ਉਹ 27 ਸਾਲ ਬਾਅਦ ਛਪੀ। ਇਹ ਦੇਖੋ ਜੀ, ਜਿਹੜਾ ਸ਼ਾਇਰੀ ਦਾ ਦਸਤੂਰ ਆ, ਵੱਡੇ ਵੱਡੇ ਕਵੀ ਵੀ ਕਹਿੰਦੇ ਆ, ਅਸੀਂ ਵੀ ਮੰਨਦੇ ਆ ਕਿ ਜਿਹੜੀ ਕਵਿਤਾ ਆ ਉਹ ਪਿਆਰ ਕਵਿਤਾ ਤੋਂ ਸ਼ੁਰੂ ਹੁੰਦੀ ਹੈਗੀ ਆ, ਲਵ ਪੋਇਟਰੀ ਤੋਂ ਸ਼ੁਰੂ ਹੁੰਦੀ ਆ। ਸੋ ਤੁਹਾਡੀ ਵੀ ਜਿਹੜੀ ਪੋਇਟਰੀ ਹੈ, ਤੁਹਾਡੀ ਵੀ ਜਿਹੜੀ ਕਵਿਤਾ ਆ ਉਹ ਵੀ ਪਿਆਰ ਦੀ ਕਵਿਤਾ ਤੋਂ ਹੀ ਸ਼ੁਰੂ ਹੋਈ ਆ। ਇਹ ਬੜਾ ਨੈਚੁਰਲ ਪ੍ਰੋਸੈਸ ਹੈਗਾ। ਤੇ ਤੁਹਾਡੀ ਫਿਰ ਜੀ ਪਹਿਲੀ ਕਿਤਾਬ ਜਿਹੜੀ ਹੈਗੀ ਆ ਉਹ ਕਦੋਂ ਛਪੀ ਆ? ਪਹਿਲੀ ਕਿਤਾਬ ਤਾਂ ਮੇਰੇ ਤਕਰੀਬਨ ਸਮਝੋ ਕਿ ਮੇਰੀ ਮੈਰਿਜ ਤੋਂ 27 ਸਾਲ ਬਾਅਦ ਛਪੀ ਹੈ। 27 ਸਾਲ ਬਾਅਦ ਇਹ ਜਿਹੜਾ ਵਰਤਾਰਾ ਸੀ ਰੁਕਿਆ ਰਿਹਾ ਕਿਉਂਕਿ ਸਰਵਿਸ ਹੋਣ ਕਰਕੇ, ਪਰਿਵਾਰ ਦੀਆਂ ਜ਼ਿੰਮੇਵਾਰੀਆਂ ਹੋਣ ਕਰਕੇ ਮੈਨੂੰ ਸਮਰਪਿਤ ਹੋ ਕੇ ਕੰਮ ਕਰਨ ਦੀ ਇੱਕ ਆਦਤ ਹੈ ਜਿਹੜੀ ਜਿੱਧਰ ਵੀ ਲੱਗਾ ਉੱਧਰ ਪੂਰੀ ਤਰ੍ਹਾਂ। ਸੋ ਇਹ ਕਾਪੀ ਤਾਂ ਮੈਂ ਲੈ ਆਈ ਆਪਣੇ ਨਾਲ, ਪਹਿਲੀ ਕਾਪੀ ਕਵਿਤਾਵਾਂ ਦੀ, ਉਹ 27 ਸਾਲ ਤੱਕ ਪਈ ਰਹੀ। ਮੈਨੂੰ ਨਹੀਂ ਸੀ ਪਤਾ ਕਿ ਸ਼ਾਇਦ ਉਮੀਦ ਵੀ ਨਹੀਂ ਸੀ ਕਿ ਮੈਂ ਦੁਬਾਰਾ ਕਵਿਤਾ ਵੱਲ ਆਊਂਗੀ ਜੀ, ਕਿਉਂਕਿ ਆਪਣੇ ਬੱਚਿਆਂ ਨੂੰ ਜ਼ਰੂਰਤ ਹੋਣੀ ਕਵਿਤਾ ਲਿਖ ਦੇਣੀਆਂ, ਕੋਈ ਲੈਕਚਰ ਲਿਖ ਦੇਣੇ, ਇਸ ਤਰ੍ਹਾਂ ਦਾ ਕੰਮ, ਜਾਂ ਸਕੂਲ ਦੇ ਵਿੱਚ ਜਿੱਥੇ ਜ਼ਰੂਰਤ ਹੋਣੀ ਕੋਈ ਕਵਿਤਾ ਲਿਖ ਕੇ ਦੇ ਦੇਣੀ ਗਾਉਣ ਵਾਸਤੇ। ਪਰ ਮੈਨੂੰ ਨਹੀਂ ਸੀ ਪਤਾ ਕਿ ਮੈਂ, ਪਰ ਇਹ ਬਾਈ ਚਾਂਸ ਮੇਰੇ ਇੱਕ ਅਧਿਆਪਕਾ ਨੇ ਮੈਨੂੰ ਕਿਹਾ ਕਿ ਤੁਸੀਂ ਆਪਣੀ ਕਿਤਾਬ ਛਪਾ ਲਓ। ਮੈਂ ਸੋਚਿਆ ਕਿ ਮੈਨੂੰ ਐਕਚੁਅਲੀ ਉਸ ਵੇਲੇ ਮੈਂ ਆਪਣੇ ਕਵਿਤਾ ਬਾਰੇ ਬਹੁਤ ਹੀ ਸੀਰੀਅਸ ਨਹੀਂ ਸੀ, ਤਾਂ ਮੈਂ ਸੋਚਿਆ ਇਹ ਕਿੰਨੇ ਪੜ੍ਹਨੀਆਂ। ਉਹ ਕਹਿੰਦੀ ਕਿ ਚਲੋ ਕਵਿਤਾਵਾਂ ਹੀ ਸੰਭਾਲੀਆਂ ਜਾਣਗੀਆਂ ਜੀ। ਤੇ ਕਵਿਤਾਵਾਂ ਸੰਭਾਲਣ ਵਾਸਤੇ ਪਹਿਲੀ ਕਿਤਾਬ ਛਪੀ ਤਕਰੀਬਨ ਪਿਛਲੀ ਸਦੀ ਦੇ ਅਖੀਰਲੇ ਸਾਲਾਂ ਦੇ ਵਿੱਚ, 97-98 ਦੇ ਲਾਗੇ ਚਾਗੇ ਗਏ। ਹਾਂਜੀ। ਤਾਂ ਮੈਨੂੰ ਤਕਰੀਬਨ ਮੇਰਾ ਖਿਆਲ 98-99 ਦੇ ਕਰੀਬ ਛਪੀ। ਤਾਂ ਉਹਦਾ ਨਾਮ ਸਿੱਧੇ ਜੁਗਨੂਆਂ ਨੂੰ। ਤਾਂ ਉਹ ਕਵਿਤਾਵਾਂ ਪੜ੍ਹਨ ਨਾਲ ਉਹਨਾਂ ਨੂੰ ਸੋਚਦਿਆਂ ਸਮਝੋ ਇਹ ਸਿਲਸਿਲਾ ਕਵਿਤਾ ਨਾਲ ਦੁਬਾਰਾ ਜੁੜ ਗਿਆ ਜੀ। ਤਾਂ ਫਿਰ ਤੋਂ ਇਹ ਸਿਲਸਿਲਾ ਸ਼ੁਰੂ ਹੋਇਆ, 25 ਸਾਲ ਹੋ ਗਏ ਹੁਣ, ਇਹ ਲਗਾਤਾਰ ਚੱਲ ਰਿਹਾ ਸੀ ਉਹਦੇ ਤੋਂ ਬਾਅਦ। ਤੇ ਪਹਿਲੀ ਕਿਤਾਬ ਤਾਂ ਤੁਹਾਡੀ ਜਿਹੜੀ ਆ ਜੀ ਉਹ ਤੁਸੀਂ ਸਮਝੋ ਵੀ 27 ਸਾਲ ਦੇ ਗੈਪ ਨਾਲ ਛਪਵਾਈ ਸੀਗੀ ਜੀ। ਤੇ ਜਿਹੜੀਆਂ ਅਗਲੀਆਂ ਤੁਹਾਡੀਆਂ ਕਿਤਾਬਾਂ ਨੇ ਉਹ
ਕਿੰਨੇ ਕਿੰਨੇ ਵਕਫੇ ਨਾਲ ਛਪਦੀਆਂ ਰਹੀਆਂ ਨੇ? ਉਹ ਕੋਈ ਜ਼ਿਆਦਾ ਨਹੀਂ, ਸਾਲ 2 ਸਾਲ ਬਾਅਦ ਫਿਰ ਇਹ ਅਸਲ 'ਚ ਇੱਕ ਵੇਗ ਸੀ ਜਿਹੜਾ ਮੈਂ ਸਮਝਦੀ ਹਾਂ ਕਿ ਕਵਿਤਾ ਤੇ ਮੇਰੇ ਵਿਚਕਾਰ ਇੱਕ ਬਹੁਤ ਵੱਡਾ ਗੈਪ ਰਿਹਾ ਜੀ। ਤਾਂ ਫਿਰ ਉਹ ਖਾਨਾ ਪੂਰਤੀ ਕਰ ਰਹੀ ਸੀ ਕਵਿਤਾ ਹਾਂ। ਕਿ ਇਸ ਤਰੀਕੇ ਨਾਲ ਜਿਹੜਾ ਜ਼ਿੰਦਗੀ ਦਾ ਤਜਰਬਾ ਸੀ ਜਾਂ ਜੋ ਦਬਿਆ ਪਿਆ ਸੀ ਉਹ ਸਾਰਾ ਕੁਝ ਇਸ ਤਰੀਕੇ ਨਾਲ ਆਇਆ ਕਿ ਫਿਰ ਤਕਰੀਬਨ ਸਾਲ 2 ਸਾਲਾਂ ਪਿੱਛੋਂ ਕਿਤਾਬਾਂ ਆਉਂਦੀਆਂ ਰਹੀਆਂ। ਤਾਂ ਹੁਣ ਤੱਕ ਕਵਿਤਾ ਦੀਆਂ ਮੌਲਿਕ 15 ਕਿਤਾਬਾਂ ਆ ਚੁੱਕੀਆਂ ਨੇ ਜੀ। ਫਿਰ ਨਾਲ ਜਦੋਂ ਮੈਂ 2012 ਵਿੱਚ ਮੈਗਜ਼ੀਨ ਵੀ ਸ਼ੁਰੂ ਕਰ ਲਿਆ ਜੀ। ਸਾਹਿਤਕ ਮੈਗਜ਼ੀਨ ਏਕਮ, ਤਾਂ ਉਸ ਦੇ ਵਿੱਚ ਵਾਰਤਕ ਵੀ ਲਿਖਣੀ ਪੈਂਦੀ ਸੀ, ਪੜ੍ਹਨੀ ਵੀ ਪੈਂਦਾ ਸੀ ਸਾਰਾ ਕੁਝ। ਤਾਂ ਉਹਦੇ ਨਾਲ ਹੀ ਵਾਰਤਕ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ। ਇਹ ਤੁਸੀਂ ਇਹਨਾਂ ਚੋਂ 15 ਚੋਂ ਇੱਕ ਨਾਂ ਤਾਂ ਤੁਸੀਂ ਦੱਸ ਦਿੱਤਾ ਹੈਗਾ। ਜੀ ਜੀ। ਕੋਈ ਹੋਰ ਵੀ ਜਿਹੜੀਆਂ ਤੁਹਾਡੀਆਂ ਮਹੱਤਵਪੂਰਨ ਤਾਂ ਵੈਸੇ ਸਾਰੀਆਂ ਹੁੰਦੀਆਂ ਕਵੀ ਲਈ, ਪਰ ਫਿਰ ਵੀ ਮਤਲਬ ਜਿਹੜੀਆਂ ਤੁਸੀਂ ਜ਼ਿਆਦਾ ਸਮਝਦੇ ਹੋ ਵੀ ਤੁਹਾਡੀ ਪੋਇਟਰੀ ਦੇ, ਤੁਹਾਡੇ ਦਿਲ ਦੇ, ਤੁਹਾਡੇ ਜ਼ਿਆਦਾ ਨੇੜੇ ਨੇ, ਉਹਨਾਂ ਪੁਸਤਕਾਂ ਦਾ ਤੁਸੀਂ ਨਾਂ ਸਾਡੇ ਜਿਹੜੇ ਦਰਸ਼ਕ ਆ ਜੀ ਉਹਨਾਂ ਨਾਲ ਸਾਂਝਾ ਕਰੋ। ਹਾਂਜੀ, ਉਹਦੇ ਬਾਅਦ ਇੱਕ ਕਿਤਾਬ ਸੀ ਸਪੰਦਨ ਜੀ। ਕਿਣਮਿਣ ਅੱਖਰ, ਸ਼ੀਸ਼ੇ ਦੀ ਜੂਨ, ਇਹ ਨਾਲ ਕਿੱਥੋਂ ਆਉਂਦੀ ਕਵਿਤਾ, ਮਤਲਬ ਇਹ ਕਵਿਤਾ ਬਾਰੇ ਇੱਕ ਜਿਗਿਆਸਾ ਸੀ ਕਿ ਕਵਿਤਾ ਕਿੱਥੋਂ ਆਉਂਦੀ ਹੈ ਸਾਡੇ ਕੋਲ। ਫਿਰ ਕਦੇ ਕਦਾਈ, ਘਰ ਘਰ, ਆਪਣੇ ਤੋਂ ਆਪਣੇ ਤੱਕ, ਜਿਹੜੀ ਘਰ ਘਰ ਕਿਤਾਬ ਸੀ ਮੇਰੀ, ਉਹਦੇ ਬਾਅਦ ਵਿੱਚ ਉਹਦੀ ਸਮਝੋ ਉਸ ਤਰ੍ਹਾਂ ਦੀਆਂ ਕਵਿਤਾ ਆਉਂਦੀਆਂ ਰਹੀਆਂ ਹੋਰ। ਤੇ ਇੱਕ ਕਿਤਾਬ ਮੇਰੀ ਆਈ ਹੈ ਕੋਈ 3 ਸਾਲ ਪਹਿਲਾਂ, ਘਰ ਘਰ ਤੇ ਘਰ ਜੀ। ਉਹ ਹੈ ਕਿ ਬ੍ਰਹਿਮੰਡ ਤੋਂ ਕਿ ਜਦੋਂ ਇਹ ਜਿਗਿਆਸਾ ਜਾਗਦੀ ਰਹੀ ਕਿ ਘਰ ਕੀ ਹੈ ਜਿਹਨੂੰ ਅਸੀਂ ਛੱਡ ਨਹੀਂ ਸਕਦੇ, ਜਿਹੜਾ ਸਾਨੂੰ ਹੀ ਨਹੀਂ, ਜਿਹੜਾ ਹਰ ਕੀੜੇ ਮਕੌੜੇ ਨੂੰ ਵੀ ਚਾਹੀਦਾ, ਪੰਛੀਆਂ ਨੂੰ ਵੀ ਚਾਹੀਦਾ, ਹਰ ਜੀਵ ਨੂੰ ਚਾਹੀਦਾ। ਤਾਂ ਉਦੋਂ ਮੇਰੇ ਮਨ ਵਿੱਚ ਆਇਆ ਸੀ ਕਿ ਘਰ ਜਿਹੜਾ ਹੈ ਅਸਲ ਵਿੱਚ ਘਰ ਨੂੰ ਜਦੋਂ ਧਰਤੀ ਸੂਰਜ ਤੋਂ ਅਲੱਗ ਹੋਈ ਹੈ, ਘਰ ਦੇ ਕਨਸੈਪਟ ਨੂੰ ਉਹ ਵਿਰਸੇ ਵਿੱਚ ਲੈ ਕੇ ਆਈ ਜੀ। ਤਾਂ ਉਸ ਕਰਕੇ ਉਹਨੇ ਉਹ ਹੌਲੀ ਹੌਲੀ ਉਹ ਧਰਤੀ ਜਿਹੜੀ ਸੀ ਉਹ, ਕਿਉਂਕਿ ਨਾ ਤਾਂ ਉਹ ਦੁਬਾਰਾ ਸੂਰਜ ਨੂੰ ਮਿਲ ਸਕਦੀ ਸੀ, ਆਪਣੇ ਜਾ ਸਕਦੀ ਸੀ ਉਸ ਜਗ੍ਹਾ ਤੇ, ਨਾ ਉਹ ਮਹਿਸੂਸ ਵੀ ਕਰਦੇ ਸੀ ਮੈਂ ਮਤਲਬ ਕਿ ਮੈਂ ਅਲੱਗ ਹੋ ਗਈ ਹਾਂ। ਤਾਂ ਇਸ ਕਰਕੇ ਉਹਨੇ ਸੂਰਜ ਦੇ ਦੁਆਲੇ ਘੁੰਮਣਾ ਜਾਰੀ ਰੱਖਿਆ ਤੇ ਨਾਲ ਉਹਨੇ ਆਪਣੀ ਹੋਂਦ ਨੂੰ ਇੰਪੋਰਟੈਂਸ ਦੇਣ ਵਾਸਤੇ ਆਪਣੇ ਧੁਰੇ ਦੁਆਲੇ ਵੀ ਘੁੰਮਣਾ ਜਾਰੀ ਰੱਖਿਆ। ਤਾਂ ਇਹ ਦੋਨੋਂ ਗਤੀਆਂ ਧਰਤੀ ਦੀਆਂ ਚੱਲਦੀਆਂ। ਤਾਂ ਧਰਤੀ ਨਹੀਂ, ਇਹ ਬ੍ਰਹਿਮੰਡ ਦੇ ਵਿੱਚ ਸਾਰਾ ਵਰਤਾਰਾ ਹੈ। ਹਰੇਕ ਜਿਹੜਾ ਵੀ ਹਿੱਸਾ ਅਲੱਗ ਹੁੰਦਾ ਹੈ ਆਪਣੇ ਬੇਸ ਤੋਂ, ਉਹ ਉਹਦੇ ਦੁਆਲੇ ਘੁੰਮਦਾ ਹੈ ਤੇ ਆਪਣਾ ਵੀ ਧਿਆਨ ਰੱਖਦਾ। ਠੀਕ ਹੈ ਜੀ। ਤੇ ਤੁਸੀਂ ਜੀ ਹੁਣ ਜ਼ਿਕਰ ਕੀਤਾ ਕਿ 2012 ਦੇ ਵਿੱਚ ਤੁਸੀਂ ਸਾਹਿਤਕ ਮੈਗਜ਼ੀਨ ਜਿਹੜਾ ਏਕਮ ਆ ਜੀ ਉਹ ਆਰੰਭ ਕੀਤਾ। ਜੀ ਜੀ। ਇਹ ਤੁਸੀਂ ਕੀ ਸੋਚ ਕੇ ਜਾਂ ਕਿੱਥੋਂ ਪ੍ਰੇਰਿਤ ਹੋ ਕੇ ਕਿ ਭਈ ਮੈਂ ਇੱਕ ਮੈਗਜ਼ੀਨ ਕੱਢਾਂ, ਇਹਦੇ ਪਿੱਛੇ ਤੁਹਾਡੀ ਕੀ ਸੋਚ ਸੀ? ਅਸਲ 'ਚ ਮੈਂ ਮਹਿਸੂਸ ਕਰਦੀ ਸੀ ਕਿ ਮੈਗਜ਼ੀਨ ਤਾਂ ਮੇਰੇ ਕੋਲ ਬਹੁਤ ਸਾਰੇ ਆਉਂਦੇ ਸੀ, ਪਰ ਮੈਨੂੰ ਜਿਵੇਂ ਆਪਣੀ ਇੱਕ ਸੋਚ ਹੁੰਦੀ, ਆਪਣੀ ਪਸੰਦ, ਮੇਰਾ ਦਿਲ ਕਰਦਾ ਸੀ ਕਿ ਸਾਰੀਆਂ ਵਿਧਾਵਾਂ ਇੱਕ ਮੈਗਜ਼ੀਨ ਦੇ ਵਿੱਚ ਹੋਣ। ਕਿਉਂਕਿ ਮੈਂ ਜਿਸ ਤਰ੍ਹਾਂ ਧਰਮਯੁੱਗ ਪੜ੍ਹਦੀ ਰਹੀ ਹਾਂ, ਜਿਸ ਤਰ੍ਹਾਂ ਇਲਸਟ੍ਰੇਟਿਡ ਵੀਕਲੀ ਪੜ੍ਹਦੀ ਰਹੀ ਹਾਂ, ਮੇਰੇ ਮਨ ਵਿੱਚ ਉਸ ਤਰ੍ਹਾਂ ਦਾ ਕੋਈ ਕਨਸੈਪਟ ਬੈਠਾ ਸੀ। ਉਹ ਠੀਕ ਹੈ ਕਿ ਉਹਨਾਂ ਵੱਡਾ ਕੰਮ ਅਸੀਂ ਨਹੀਂ ਕਰ ਸਕਦੇ ਕਿਉਂਕਿ ਉਹ ਸੰਸਥਾਵਾਂ ਸੀ ਉਹਨਾਂ ਮੈਗਜ਼ੀਨਾਂ ਦੇ ਪਿੱਛੇ, ਤੇ ਇੱਕ ਇਕੱਲਾ ਬੰਦਾ ਉਹਨੇ ਕਾਬਲ ਨਹੀਂ ਹੁੰਦਾ। ਪਰ ਮੈਂ ਸੋਚਿਆ ਜਿੰਨਾ ਮੈਂ ਕਰ ਸਕਦੀ ਹਾਂ ਉਹਨਾਂ ਤਾਂ ਮੈਂ ਕਰਾਂ। ਇਸ ਕਰਕੇ ਏਕਮ ਮੈਗਜ਼ੀਨ ਸ਼ੁਰੂ ਕੀਤਾ। ਤਾਂ ਉਸ ਵੇਲੇ ਮੈਂ ਸੰਪਾਦਕਾਂ ਕੋਲੋਂ ਕੁਛ ਰਾਏ ਲਈ ਕਿ ਮੈਨੂੰ ਕਹਿੰਦੇ ਵੀ ਸਾਰੇ ਹੀ ਇੰਜ ਕਰ ਰਹੇ ਆ, ਪਰ ਮੇਰੀ ਜਿਵੇਂ ਇੱਛਾ ਸੀ ਮੈਂ ਉਸ ਹਿਸਾਬ ਨਾਲ ਆਪਣਾ ਮੈਗਜ਼ੀਨ ਹੁਣ ਸੰਪਾਦਿਤ ਕਰ ਰਹੀ ਹਾਂ। ਤਕਰੀਬਨ 47 ਅੰਕ 46 ਅੰਕ ਆ ਚੁੱਕੇ। ਇੱਕ ਦਹਾਕੇ ਤੋਂ ਵੱਧ ਸਮਾਂ ਜਿਹੜਾ ਹੋ ਗਿਆ ਹੈਗਾ, ਜ਼ਿਆਦਾ ਹੋ ਗਿਆ। 11 ਸਾਲ ਜਿਹੜੇ ਆਓ ਜੀ ਤੁਸੀਂ ਸੰਪਾਦਨਾ ਕੀਤੀ ਹੈਗੀ ਆ ਏਕਮ ਦੀ। ਤੇ ਇਹਦੇ ਵਿੱਚ ਇਹ ਆ ਜੀ ਕਿ ਇਹਦਾ ਮਤਲਬ ਕਿ ਤੁਸੀਂ 11 ਸਾਲ ਤੋਂ ਸਾਹਿਤਕ ਪੱਤਰਕਾਰੀ ਕਰ ਰਹੇ ਹੈਗੇ ਹੋ, ਕਿ ਜਿਹੜੀ ਸਾਹਿਤਕ ਪੱਤਰਕਾਰੀ ਆ ਉਹਦੇ ਵਿੱਚ ਤੁਹਾਨੂੰ ਪਤਾ ਹੀ ਆ ਕਿ ਸਾਡੇ ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਪ੍ਰੀਤਲੜੀ ਮੈਗਜ਼ੀਨ ਸ਼ੁਰੂ ਕਰਕੇ ਫਿਰ ਉਸ ਤੋਂ ਬਾਅਦ ਜਿਹੜੇ ਹੋਰ ਸਾਡੇ ਵੱਡੇ ਲੇਖਕ ਸੀਗੇ ਉਹਨਾਂ ਨੇ ਮੈਗਜ਼ੀਨ ਸ਼ੁਰੂ ਕੀਤੇ ਆ। ਅੰਮ੍ਰਿਤਸਰ ਤੋਂ ਕਵਿਤਾ ਮੈਗਜ਼ੀਨ ਵੀ ਨਿਕਲਦਾ ਰਿਹਾ ਹੈਗਾ। ਔਰ ਹੋਰ ਕਿਹੜੇ-ਕਿਹੜੇ ਸਾਹਿਤਕ ਮੈਗਜ਼ੀਨ ਨੇ ਜਿਨ੍ਹਾਂ ਨਾਲ ਤੁਹਾਡਾ ਵਾਸਤਾ ਰਿਹਾ ਹੈ?
ਮੇਰਾ ਵੈਸੇ ਤਾਂ ਮੈਂ ਮੈਗਜ਼ੀਨ ਤੁਹਾਨੂੰ ਦੱਸਿਆ ਕਿ ਮੈਂ ਲਗਾਤਾਰ ਜਿਹੜੇ ਹੱਥ ਆਉਂਦੇ ਰਹੇ ਪੜ੍ਹਦੀ ਰਹੀ ਹਾਂ। ਜਦੋਂ ਲੰਘਣਾ ਕਿਤੇ ਬੁੱਕ ਸਟਾਲ ਤੋਂ ਮਿਲਨੇ ਉਦੋਂ ਮੈਗਜ਼ੀਨ ਜਿਹੜੇ ਹੱਥ ਆਉਂਦੇ ਸੀ ਉਹ ਪੜ੍ਹਦੀ ਰਹੀ ਹਾਂ। ਪ੍ਰੀਤ ਲੜੀ ਵੀ ਬਚਪਨ ਵਿੱਚ ਪੜ੍ਹੀ ਹੈ। ਜਦੋਂ ਪਹਿਲਾਂ ਤੇ ਸਕੂਲ ਦੇ ਟਾਈਮ ਤੇ ਬਾਲ ਸੰਦੇਸ਼ ਪੜ੍ਹਦੇ ਰਹੇ ਜਿਹੜਾ ਹੁੰਦਾ ਸੀ। ਜੀ ਹਾਂ ਜੀ, ਉਹ ਬੱਚਿਆਂ ਵਾਸਤੇ ਹੁੰਦਾ ਸੀਗਾ। ਬੱਚਿਆਂ ਵਾਸਤੇ ਸੀ। ਫਿਰ ਪ੍ਰੀਤ ਲੜੀ ਪੜ੍ਹਦੀ ਰਹੀ ਹਾਂ। ਕਦੀ ਲੋ ਵੀ ਮਿਲ ਜਾਣਾ। ਫਿਰ ਦੁਬਾਰਾ ਤੋਂ ਜਦੋਂ ਸਿਲਸਿਲਾ ਜੁੜਿਆ ਉਦੋਂ ਤੇ ਸਾਰੇ ਮੈਗਜ਼ੀਨਾਂ ਨਾਲ ਤਕਰੀਬਨ ਵਾਸਤਾ ਪੈ ਗਿਆ। ਅੱਖਰ ਤੋਂ ਲੈ ਕੇ, ਅੱਖਰ ਨੇੜੇ ਸੀ, ਅੰਮ੍ਰਿਤਸਰ ਸੀ ਤੇ ਉੱਥੇ ਜ਼ਿਆਦਾ ਪਹੁੰਚ ਸੀ। ਬਾਕੀ ਪ੍ਰਤੀਮਾਨ ਜਾਂ ਜਿੰਨੇ ਵੀ ਤਕਰੀਬਨ ਹੁਣ ਤਾਂ ਮੇਰੇ ਕੋਲ ਸਾਰੇ ਮੈਗਜ਼ੀਨ ਤਕਰੀਬਨ ਆਉਂਦੇ ਨੇ ਨਾਲ, ਤੇ ਇੰਨੇ ਸਾਲਾਂ ਤੋਂ ਵਾਸਤਾ ਰਿਹਾ। ਪਰ ਹਰੇਕ ਦਾ ਮੈਂ ਸਮਝਦੀ ਹਾਂ, ਬੇਸ਼ੱਕ ਸਾਰੇ ਜਣੇ ਸਾਰੀਆਂ ਵਿਧਾ ਛਾਪ ਰਹੇ ਨੇ, ਪਰ ਹਰੇਕ ਦਾ ਆਪਣਾ ਚੋਇਸ ਕਰਕੇ ਆਪਣਾ ਥੋੜਾ ਰੰਗ ਅਲੱਗ ਵੀ ਹੈ ਨਾਲ। ਸੋ ਮੈਂ ਵੀ ਰੱਖਿਆ ਇਸ ਤਰ੍ਹਾਂ ਹੀ। ਠੀਕ ਹੈ। ਇਹਦੇ 'ਚ ਦੇਖੋ ਜੀ, ਤੁਸੀਂ ਪ੍ਰੀਤ ਲੜੀ ਦਾ ਜ਼ਿਕਰ ਕੀਤਾ ਹੈਗਾ ਔਰ ਹਿੰਦੀ ਦੇ ਮੈਗਜ਼ੀਨ ਦਾ ਵੀ ਜ਼ਿਕਰ ਕੀਤਾ ਆ। ਇਸੇ ਸਮੇਂ ਦੇ ਵਿੱਚ ਪੰਜਾਬੀ ਦੇ ਵਿੱਚ ਸਿਰਜਣਾ ਨਿਕਲਣਾ ਸ਼ੁਰੂ ਹੋਇਆ ਹੈਗਾ ਜਦੋਂ ਤੁਸੀਂ ਸਕੂਲ ਟੀਚਰ ਲੱਗੇ ਆ। ਜੀ ਬਿਲਕੁਲ। ਤੇ ਇਹ ਅਜੇ ਤੱਕ ਵੀ ਲਗਾਤਾਰ ਨਿਕਲਦਾ ਰਿਹਾ ਔਰ ਬੜਾ ਇਹਦਾ ਅੱਛਾ ਪੱਧਰ ਵੀ ਡਾਕਟਰ ਰਘਬੀਰ ਸਿੰਘ ਹੋਰਾਂ ਨੇ ਕਾਇਮ ਰੱਖਿਆ ਹੈਗਾ। ਜੀ ਜੀ। ਤੇ ਇਹਦੇ ਨਾਲ ਹੀ ਇੱਕ ਜਿਹੜੀ ਆਰਸੀ ਹੈਗਾ ਆਪਣੇ ਦਿੱਲੀ ਤੋਂ ਨਿਕਲਦਾ ਸੀਗਾ ਜੀ, ਉਹ ਵੀ ਇਹਦੇ ਹਾਣ ਦਾ ਮੈਗਜ਼ੀਨ ਸੀਗਾ। ਔਰ ਪ੍ਰੀਤਮ ਸਿੰਘ ਭਾਟੀਆ ਹੋਰੀ ਜਿਹੜੇ ਆ ਉਹਨਾਂ ਨੇ ਉੱਥੋਂ ਮੈਗਜ਼ੀਨ ਜਿਹੜਾ ਉਹ ਕੱਢਿਆ ਸੀਗਾ ਆਪਣੇ ਦਿੱਲੀ ਤੋਂ, ਉਹ ਵੀ ਕਾਫੀ ਦੇਰ ਚੱਲਦਾ ਰਿਹਾ। ਤੇ ਨਾਲ ਦੀ ਨਾਲ ਮੁੜ ਕੇ ਇੱਕ ਸੇਧ ਮੈਗਜ਼ੀਨ ਆਇਆ, ਉਹ ਕੁਛ ਅੰਕ ਨਿਕਲ ਕੇ ਤੇ ਬਾਅਦ ਦੇ ਵਿੱਚ ਉਹ ਬੰਦ ਹੋਇਆ ਹੈਗਾ। ਤੇ ਇਸੇ ਤਰ੍ਹਾਂ ਜੀ ਪਿਛਲੇ ਸਮੇਂ ਦੇ ਵਿੱਚ ਇੱਕ ਹੁਣ ਮੈਗਜ਼ੀਨ ਆਇਆ ਹੈਗਾ ਔਰ ਇੱਕ ਆਪਣੇ ਗੁਰਬਚਨ ਹੋਰਾਂ ਨੇ ਮੈਗਜ਼ੀਨ ਕੱਢਿਆ ਹੈਗਾ ਫਿਲਹਾਲ। ਤੇ ਇਹ ਇਸ ਤਰੀਕੇ ਨਾਲ ਜਿਹੜੀ ਸਾਡੀ ਸਾਹਿਤਕ ਪੱਤਰਕਾਰੀ ਹੈਗੀ ਆ, ਉਹਨੂੰ ਤੁਸੀਂ ਕਿਸ ਮੁਕਾਮ ਤੇ ਵੇਖਦੇ ਹੋ? ਕਿਉਂਕਿ ਤੁਸੀਂ ਆਪ ਇਹਦੇ ਵਿੱਚ ਹਿੱਸਾ ਪਾ ਰਹੇ ਹੋ। ਜਿਹੜੀ ਸਾਹਿਤਕ ਪੱਤਰਕਾਰੀ ਆ ਉਹਦੇ ਵਿੱਚ ਤੁਸੀਂ ਕੀ ਦੇਖਦੇ ਹੋ ਕਿ ਬਚਪਨ ਦੇ ਵਿੱਚ ਜਾਂ ਬਚਪਨ ਤੋਂ ਗਾਂਹ ਜਾਂ ਏਕਮ ਕੱਢਣ ਤੋਂ ਪਹਿਲਾਂ ਤੁਸੀਂ ਜਿਹੜੀ ਸਾਹਿਤਕ ਪੱਤਰਕਾਰੀ ਆ ਉਹਦੇ ਵਿੱਚ ਕਦਮ ਰੱਖਿਆ ਹੈਗਾ, ਹੁਣ ਜਿਹੜੀ ਸਾਹਿਤਕ ਪੱਤਰਕਾਰੀ ਆ ਉਹ ਕਿੱਥੇ ਕੁ ਖੜੀ ਮਹਿਸੂਸ ਹੁੰਦੀ ਆ ਤੁਹਾਨੂੰ? ਦੇਖੋ, ਮੈਨੂੰ ਜਿੱਥੋਂ ਤੱਕ ਪਹਿਲਾਂ ਮੈਂ ਮੈਗਜ਼ੀਨ ਕੱਢਣ ਤੋਂ ਪਹਿਲਾਂ ਤਾਂ ਮੈਨੂੰ ਮੈਗਜ਼ੀਨ ਬਾਰੇ ਜਾਂ ਪੱਤਰਕਾਰੀ ਬਾਰੇ ਰਾਦਰ ਇਹ ਵੀ ਨਹੀਂ ਸੀ ਪਤਾ ਕਿ ਜਿਹੜਾ ਕੋਈ ਮੈਗਜ਼ੀਨ ਕੱਢਦਾ ਹੈ ਜਾਂ ਸੰਪਾਦਕ ਜਿਹੜਾ ਉਹ ਪੱਤਰਕਾਰ ਹੁੰਦਾ ਹੈ। ਸੱਚੀ ਗੱਲ ਹੈ। ਮੈਂ ਜੋ ਕੁਝ ਵੀ ਸਿੱਖਿਆ ਉਹ ਮੈਗਜ਼ੀਨ ਸ਼ੁਰੂ ਕਰਨ ਦੇ ਬਾਅਦ ਹੀ ਸਿੱਖਿਆ ਇਸ ਸਿਲਸਿਲੇ ਦੇ ਵਿੱਚ। ਇਸ ਕਰਕੇ ਇਹਨੂੰ ਪੱਤਰਕਾਰੀ ਕਿਹਾ ਜਾਵੇ ਜਾਂ ਮੈਂ ਅਸਲ 'ਚ ਇਹਨੂੰ ਪੱਤਰਕਾਰੀ ਦੇ ਤੌਰ 'ਤੇ ਨਹੀਂ, ਮੈਂ ਇੱਕ ਮਨਮਰਜ਼ੀ ਦਾ ਕੰਮ ਜ਼ਿੰਮੇਵਾਰੀ ਨਾਲ ਇਹਨੂੰ ਸਮਝਦੀ ਹਾਂ ਕਰਨਾ। ਮੈਂ ਆਪਣੇ ਮਤਲਬ ਮੈਨੂੰ ਇਹ ਮਾਣ ਹੈ ਕਿ ਮੈਂ ਆਪਣੀ ਮਨਮਰਜ਼ੀ ਦਾ ਕੰਮ ਕਰ। ਕਿੰਨੇ ਲੋਕਾਂ ਨੂੰ ਆਪਣੀ ਮਨਮਰਜ਼ੀ ਦਾ ਕੰਮ ਕਰਨ ਦਾ ਮੌਕਾ ਮਿਲਦਾ, ਮੈਨੂੰ ਮਿਲਿਆ, ਤੇ ਮੈਂ ਇਹਦੇ ਵਿੱਚ ਮਨਮਰਜ਼ੀ ਕਰ ਰਹੀ ਹਾਂ ਆਪਣੀ। ਤੇ ਨਾਲ ਨਾਲ ਮੈਂ ਇਹ ਵੀ ਕਰ ਰਹੀ ਹਾਂ ਕਿ ਇਹਦੇ ਵਿੱਚ ਜਿਹੜੀਆਂ ਸਾਹਿਤਕ ਪਰੰਪਰਾਵਾਂ ਨੇ ਉਹਨਾਂ ਦਾ ਸਨਮਾਨ ਰਹੇ, ਜਿਹੜੇ ਨਵੇਂ ਆਉਣ ਵਾਲੇ ਨੇ ਉਹਨਾਂ ਨੂੰ ਜਗ੍ਹਾ ਦਿੱਤੀ ਜਾਵੇ। ਮਤਲਬ ਮੈਂ ਇਸ ਪੋਜੀਸ਼ਨ ਵਿੱਚ ਨਹੀਂ ਕਿ ਮੈਂ ਸਾਰੀ ਪੱਤਰਕਾਰੀ ਦਾ ਦਰਜਾ ਨਿਸ਼ਚਿਤ ਕਰ ਸਕਾਂ। ਮੈਂ ਆਪਣੇ ਆਪ ਨੂੰ ਉਸ ਕਾਬਲ ਨਹੀਂ ਸਮਝਦੀ ਵੀ ਮੈਂ ਸਾਰੀ ਸਾਹਿਤਕ ਪੱਤਰਕਾਰੀ ਨੂੰ ਦਾ ਕਰਮ ਕਹਿ ਸਕਾਂ, ਪਰ ਮੈਂ ਆਪਣੇ ਬਾਰੇ ਕਹਿ ਸਕਦੀ ਹਾਂ ਕਿ ਜਿਸ ਤਰ੍ਹਾਂ ਮੈਂ ਕੋਸ਼ਿਸ਼ ਕਰਦੀ, ਹਰੇਕ ਆਪਣੀ ਤਰੀਕੇ ਨਾਲ ਹੀ ਕੋਸ਼ਿਸ਼ ਕਰਦਾ ਹੈ। ਤਾਂ ਹਰੇਕ ਦੀ, ਕਿਉਂਕਿ ਹਰੇਕ ਦੀ ਸੋਚ ਅਲੱਗ-ਅਲੱਗ ਹੁੰਦੀ ਹੈ, ਇਸ ਕਰਕੇ ਥੋੜਾ ਜਿਹੜਾ ਫਰਕ ਹੈ ਮੈਗਜ਼ੀਨਾਂ 'ਚ ਉਹ ਨੈਚੁਰਲੀ ਹੁੰਦਾ ਹੈ ਸੋਚ। ਮੇਰਾ ਭਾਵ ਰਤਿੰਦਰ ਜੀ ਪੱਤਰਕਾਰੀ ਤੋਂ ਨਹੀਂ ਸੀਗਾ, ਜਿਹੜੇ ਮੈਗਜ਼ੀਨ ਕੱਢਦੇ ਆ ਨਾ, ਜਿਹੜੇ ਸਾਹਿਤਕ ਮੈਗਜ਼ੀਨ ਕੱਢਦੇ ਆ, ਉਹਨਾਂ ਨੂੰ ਅਸੀਂ ਕਹਿੰਦੇ ਆ ਕਿ ਇਹ ਸਾਹਿਤਕ ਪੱਤਰਕਾਰੀ ਕਰ ਰਹੇ ਹੈਗੇ ਆ। ਮਤਲਬ ਉਹ ਸਾਹਿਤ ਵੀ ਪੇਸ਼ ਕਰ ਰਹੇ ਹੈਗੇ ਆ ਤੇ ਉਹ ਪੱਤਰਕਾਰੀ ਵੀ ਆ, ਕਿਉਂਕਿ ਉਹਦਾ ਐਡੀਟੋਰੀਅਲ ਵੀ ਲਿਖਦੇ ਆ। ਤੇ ਬਾਕੀ ਜਿਹੜਾ ਸਾਹਿਤ ਹੈ ਉਹ ਤਾਂ ਸਮਕਾਲੀ ਜਿਹੜੀਆਂ ਸਥਿਤੀਆਂ ਆ ਉਹਨਾਂ ਚੋਂ ਹੀ ਪੈਦਾ ਹੁੰਦਾ ਆ। ਤੇ ਤੁਸੀਂ ਬਤੌਰ ਸੰਪਾਦਕ ਫਿਰ ਯਾਰਡ ਸਟਿਕ ਕੀ ਰੱਖਦੇ ਹੋ ਕਿ ਮੈਂ, ਕਿਉਂਕਿ ਤੁਹਾਡੇ ਕੋਲ ਬਹੁਤ ਸਾਰੀਆਂ ਰਚਨਾਵਾਂ ਆਉਂਦੀਆਂ ਹੋਣਗੀਆਂ ਭਈ, ਇਹਨਾਂ ਚੋਂ ਮੈਂ ਕਿਹੜੀ ਛਾਪਣੀ ਆ, ਕਿਹਨੂੰ ਮੈਂ ਪਹਿਲ ਦੇਣੀ ਹੈਗੀ ਆ, ਕਿਹਨੂੰ ਕਿੱਥੇ ਥਾਂ ਦੇਣੀ ਹੈਗੀ ਆ, ਇਹ ਤੁਸੀਂ ਕਿੱਦਾਂ ਫੈਸਲਾ ਕਰਦੇ ਹੋ? ਅਸਲ 'ਚ ਮੈਂ ਰਚਨਾ ਦਾ ਸੰਦਰਭ ਵੇਖਦੀ, ਸਰੋਕਾਰ ਵੇਖਦੀ ਹਾਂ ਕਿ ਉਹ ਕੀ ਵੀ ਸੁਨੇਹਾ ਦੇਣਾ ਚਾਹੁੰਦੀ। ਪਹਿਲੀ ਗੱਲ ਤੇ ਮੇਰੇ ਵਾਸਤੇ ਜ਼ਰੂਰੀ ਹੈ ਕਿ ਉਹ ਸਮਾਜ ਵਾਸਤੇ, ਸਾਹਿਤ ਵਾਸਤੇ, ਇਨਸਾਨੀਅਤ ਵਾਸਤੇ ਕੋਈ ਸੁਨੇਹਾ ਦੇ ਰਹੀ ਹੋਵੇ ਰਚਨਾ। ਫਿਰ ਉਹ ਕਹਾਣੀ ਦੇ ਰੂਪ ਵਿੱਚ ਹੋਵੇ, ਵਾਰਤਕ ਦੇ ਰੂਪ ਵਿੱਚ ਹੋਵੇ, ਕਵਿਤਾ ਦੇ ਰੂਪ ਵਿੱਚ, ਕਿਸੇ ਵੀ ਰੂਪ ਵਿੱਚ ਹੋਵੇ। ਜਿਹੜੀ ਚੀਜ਼ ਮੈਨੂੰ ਅਪੀਲ ਕਰਦੀ ਹੈ ਕਿ ਇਹ ਮੈਨੂੰ ਇਹੋ ਜਿਹੀ ਚੀਜ਼ ਫਟਾਫਟ ਅਸਰ ਕਰਦੀ ਹੈ ਮਨ 'ਤੇ, ਜਿਹੜੇ
ਕੋਈ ਇਨਸਾਨੀਅਤ ਵਾਸਤੇ ਸੁਨੇਹਾ ਹੋਵੇ, ਹਾਂ ਪੱਕੀ ਸੁਨੇਹਾ ਹੋਵੇ। ਹਾਂ, ਰਚਨਾਵਾਂ ਬਹੁਤ ਸਾਰੀਆਂ ਆਉਂਦੀਆਂ ਨੇ ਤੇ ਕਈ ਵਾਰ ਕਹਾਣੀਆਂ ਦੇ ਵਿੱਚ ਕੋਈ ਧਰਮ ਦੇ ਪੱਖੀ ਜਾਂ ਗਾਲਾਂ ਗੋਲਾਂ ਲਿਖੀਆਂ ਹੁੰਦੀਆਂ ਨੇ, ਮੈਂ ਉਹਨਾਂ ਨੂੰ ਐਡਿਟ ਕਰਕੇ ਛਾਪਦੀ ਹਾਂ। ਚਾਹੇ ਕੋਈ ਕਿੱਡਾ ਵੱਡਾ ਪੱਤਰਕਾਰ ਲੇਖਕ ਹੋਵੇ, ਮੈਂ ਜਦੋਂ ਇਸ ਤਰ੍ਹਾਂ ਦੇ ਸ਼ਬਦ ਹੋਣਗੇ ਉਹਨਾਂ ਨੂੰ ਮੈਂ ਕੱਟ ਕੇ ਛਾਪਦੀ ਹਾਂ ਤੇ ਮੈਨੂੰ ਕਿਸੇ ਨੇ ਉਹਦੇ ਤੇ ਇਤਰਾਜ਼ ਵੀ ਨਹੀਂ ਕਦੀ ਕੀਤਾ ਜਿਹੜਾ ਐਡਿਟ ਕਰਦੇ ਨੇ। ਸੋ ਇਦਾਂ ਦੇ ਵੀ ਲੇਖਕ ਆ ਜਿਹੜੇ ਤੁਹਾਡੇ ਹਿਸਾਬ ਨਾਲ ਜਿਹੜੀਆਂ ਕੱਚੀਆਂ ਪਿੱਲੀਆਂ ਰਚਨਾਵਾਂ ਆ ਉਹ ਤੁਹਾਨੂੰ ਭੇਜ ਦਿੰਦੇ ਆ। ਬਿਲਕੁਲ ਬਿਲਕੁਲ। ਸੋ ਇਹ ਬੜਾ ਵੱਡਾ ਜ਼ਿੰਮੇਵਾਰੀ ਦਾ ਕੰਮ ਆ ਜੀ। ਤੇ ਕਈ ਤੁਹਾਡੇ ਨਾਲ ਨਾਰਾਜ਼ ਵੀ ਹੁੰਦੇ ਹੋਣਗੇ ਵੀ ਮੇਰੀ ਰਚਨਾ ਕਿਉਂ ਨਹੀਂ ਛਾਪੀ। ਨਾਰਾਜ਼ ਹੁੰਦੇ ਨੇ, ਪਰ ਮੈਂ ਫਿਰ ਦੱਸਦੀ ਹਾਂ ਵੀ ਵੇਖੋ ਇਹ ਮਜਬੂਰੀ ਹੈ। ਦੂਸਰੀ ਗੱਲ ਹੈ, ਅੱਜ ਕੱਲ੍ਹ ਜਦੋਂ ਫੇਸਬੁੱਕ ਹੈ, ਵਟਸਐਪ ਹੈ, ਤਾਂ ਬਹੁਤ ਸਾਰੇ ਲੋਕ ਸਾਹਮਣੇ ਆ ਰਹੇ ਆ। ਚੰਗੇ ਵੱਡੇ ਲੇਖਕਾਂ ਨੂੰ ਵੀ, ਸਾਰਿਆਂ ਨੂੰ ਨਹੀਂ, ਕੁਛ ਨੂੰ ਇਹ ਅਹਿਸਾਸ ਹੈ ਕਿ ਅਸੀਂ ਉੱਥੇ ਜ਼ਿਆਦਾ ਪੜ੍ਹੇ ਜਾਂਦੇ ਹਾਂ। ਅਸੀਂ ਵਟਸਐਪ 'ਤੇ ਰਚਨਾ ਆਪਣੀ ਪਾ ਦਿੰਦੇ ਹਾਂ ਤਾਂ ਜ਼ਿਆਦਾ ਲੋਕ ਪੜ੍ਹ ਲੈਂਦੇ ਆ। ਪਰ ਸਾਰਿਆਂ ਨੂੰ ਇਹ, ਪਰ ਕੁਛ ਲੋਕ ਨੇ ਜਿਹੜੇ ਚਾਹੁੰਦੇ ਨੇ ਕਿ ਇੱਕ ਮੈਗਜ਼ੀਨ ਜਿਹੜੀ ਹੈ ਉਹਦੀ ਇੱਕ ਦਿਨ ਦੀ ਉਮਰ ਨਹੀਂ ਹੈ, ਉਹਦੀ ਕੁਛ ਮਹੀਨਿਆਂ ਤੱਕ ਉਹ ਤੁਹਾਡੇ ਟੇਬਲ 'ਤੇ ਪਈ ਰਹਿੰਦੀ ਹੈ। ਫਿਰ ਉਹਦੇ ਬਾਅਦ ਵੀ ਤੁਸੀਂ ਉਹਨੂੰ ਸੰਭਾਲਦੇ ਹੋ। ਜੇ ਕੁਛ ਤੁਹਾਨੂੰ ਚੰਗਾ ਲੱਗਦਾ ਉਹ ਇਹਦੇ ਵਿੱਚ ਹੀ ਛਪਣਾ ਚਾਹੁੰਦੇ ਆ। ਅਤੇ ਮੇਰੇ ਵੀ ਥੋੜ੍ਹਾ ਜਿਹਾ ਮਾਪਦੰਡ ਮੈਂ ਰੱਖੇ ਹੋਏ ਨੇ ਕਿ ਹਰ ਇੱਕ ਨੂੰ ਪਤਾ ਹੈ ਕਿ ਮੈਂ ਉਹ ਰਚਨਾਵਾਂ ਮੰਗਦੀ ਹਾਂ ਜਿਹੜੀਆਂ ਪਹਿਲਾਂ ਅਣਛਪੀਆਂ ਹੋਣ ਤੇ ਕਿਤੇ ਫੇਸਬੁੱਕ ਜਾਂ ਵਟਸਐਪ 'ਤੇ ਸਾਂਝੀਆਂ ਨਾ ਹੋਈਆਂ ਹੋਣ। ਠੀਕ ਹੈ। ਤਾਂ ਮੈਨੂੰ ਖੁਸ਼ੀ ਹੈ ਕਿ ਮੈਨੂੰ ਉਸ ਤਰ੍ਹਾਂ ਦੀਆਂ ਰਚਨਾਵਾਂ ਮਿਲਦੀਆਂ ਨੇ। ਸਾਰੇ ਜਣੇ ਉਸ ਤਰ੍ਹਾਂ ਦੇ ਰਹੇ ਤੇ ਮੈਂ, ਹਾਂ ਕਈ ਗੱਲ ਹੈ ਬੇਧਿਆਨੀ ਵਿੱਚ, ਕਿਉਂਕਿ ਇੱਕ ਸਭ ਕੁਛ ਨਹੀਂ ਪੜ੍ਹਿਆ ਹੁੰਦਾ ਸੰਪਾਦਕ ਨੇ, ਤਾਂ ਭੁਲੇਖੇ ਵਿੱਚ ਕੋਈ ਚੀਜ਼ ਉਹੋ ਜਿਹੀ ਛਪ ਜਾਏ ਤਾਂ ਉਹ ਵੱਖਰੀ ਗੱਲ ਹੈ। ਪਰ ਮੈਂ ਜਾਣ ਬੁੱਝ ਕੇ ਇਸ ਤਰ੍ਹਾਂ ਦੀ ਨਹੀਂ। ਹਾਂ, ਮੈਂ ਪੜ੍ਹਦੀ ਵੀ ਬਹੁਤ ਹਾਂ, ਕਿਤਾਬਾਂ ਆਉਂਦੀਆਂ। ਹੁਣ ਕਈ ਵਾਰ 2 ਵਾਰ ਇਸ ਤਰ੍ਹਾਂ ਹੋਇਆ ਪਿਛਲੇ ਜਿਹੇ ਮਹੀਨਿਆਂ ਵਿੱਚ ਕਿ ਮੈਨੂੰ ਕਹਾਣੀਆਂ ਉਹ ਭੇਜੀਆਂ ਗਈਆਂ ਜਿਹੜੀਆਂ ਮੈਂ ਪਹਿਲਾਂ ਹੀ ਉਹਨਾਂ ਦੀਆਂ ਕਿਤਾਬਾਂ 'ਚ ਪੜ੍ਹੀਆਂ ਹੋਈਆਂ ਸੀ। ਅੱਛਾ। ਫਿਰ ਮੈਂ ਉਹਨਾਂ ਨੂੰ ਕਿਹਾ ਵੀ ਇਹ ਤਾਂ ਫਲਾਣੀ ਕਿਤਾਬ ਜਾਂ ਤੁਹਾਡੀ ਜਗਤਾਣੀ। ਫਿਰ ਉਹ ਕਹਿੰਦੇ ਉਹ ਗਲਤੀ ਨਾਲ ਆ ਗਈ ਹੈ, ਮੈਂ ਹੋਰ ਭੇਜ ਦੇਣਾ। ਮਤਲਬ ਇਸ ਤਰ੍ਹਾਂ ਵੀ ਹੁੰਦਾ ਆ। ਅਤੇ ਉਹ ਕੋਸ਼ਿਸ਼ ਹੁੰਦੀ ਹੈ ਕਿ ਤੁਹਾਨੂੰ ਪਤਾ ਹੋਵੇ ਕੁਛ ਜੋ ਕੀ ਚੱਲ ਰਿਹਾ। ਅਤੇ ਜੇ ਫਿਰ ਨਾਲ ਉਹ ਮੇਰੀ ਜ਼ਿੰਮੇਵਾਰੀ ਵੀ ਬਣ ਜਾਂਦੀ ਹੈ ਕਿ ਜਦੋਂ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦੀ ਹਾਂ ਕਿ ਨਵਾਂ ਮੈਟਰ ਹੀ ਭੇਜੋ ਤਾਂ ਫਿਰ ਨਵਾਂ ਹੀ ਹੋਵੇ। ਸੋ ਅਜੇ ਤੱਕ ਜਿੱਥੋਂ ਤੱਕ ਮੇਰਾ ਵੱਸ ਚੱਲਦਾ ਉਹਨਾਂ ਕੁ 'ਤੇ ਚੱਲ ਰਿਹਾ ਇਸ ਤਰ੍ਹਾਂ। ਇਹ ਤੁਸੀਂ ਬੜੀ ਵਧੀਆ ਗੱਲ ਕੀਤੀ ਆ ਜੀ, ਕਿਉਂਕਿ ਸੰਪਾਦਕ ਨੂੰ ਪੜ੍ਹਨਾ ਵੀ ਬਹੁਤ ਪੈਂਦਾ ਆ। ਕਈ ਵਾਰੀ ਇੱਦਾਂ ਵੀ ਹੋਇਆ ਵੀ ਜਿੱਦਾਂ ਤੁਸੀਂ ਇਹ ਦੱਸਿਆ ਕਿ ਉਹ ਕਹਾਣੀ ਪੁਸਤਕ 'ਚ ਛਪੀ ਸੀਗੀ ਤੇ ਤੁਹਾਨੂੰ ਭੇਜੀ ਗਈ, ਤੁਸੀਂ ਕਿਹਾ ਵੀ ਇਹ ਅਣਛਪੀ ਕਹਾਣੀ ਨਹੀਂ ਹੈ। ਕਈ ਵਾਰੀ ਇੱਦਾਂ ਵੀ ਹੋਇਆ ਵੀ ਕਿਸੇ ਹੋਰ ਲੇਖਕ ਦੀ ਜਾਂ ਹੋਰ ਕਵੀ ਦੀ ਰਚਨਾ ਕੋਈ ਆਪਣੇ ਨਾਂ ਹੇਠ ਹੀ ਭੇਜ ਦੇਵੇ। ਮੇਰੇ ਨਾਲ ਅਜੇ ਤੱਕ ਨਹੀਂ ਹੋਇਆ। ਵੈਸੇ ਮੈਂ ਸੁਣਦੀ ਤਾਂ ਹਾਂ ਇੱਕ ਵਾਰ ਹੋਇਆ ਸੀ, ਯਾਦ ਆ ਗਿਆ। ਮੈਂ ਨਾਰੀ ਕਾਵਿ ਅੰਕ 2 ਵਾਰ ਕੱਢੇ, ਨਾਰੀ ਕਵਿਤਾ ਦੇ ਅੰਕ। ਤਾਂ ਇੱਕ ਅੰਕ 4 ਸਾਲ ਪਹਿਲਾਂ ਕੱਢਿਆ ਸੀ, ਉਹ ਬੜਾ ਕਾਮਯਾਬ ਅੰਕ ਹੋਇਆ। 100 ਕਵਿਤਰੀਆਂ ਨੂੰ ਛਾਪਿਆ ਗਿਆ ਸੀ ਲੱਭ ਕੇ। ਪਹਿਲਾਂ ਤਾਂ ਸਾਰੇ ਬੜੇ ਹੈਰਾਨ ਹੋਏ ਵੀ ਤੂੰ 100 ਕਵਿਤਰੀਆਂ ਲੱਭ ਲਈਆਂ, ਵੱਡਾ ਅੰਕ ਛਪਿਆ ਸੀ। ਤਾਂ ਫਿਰ ਮੈਨੂੰ ਇੱਕ ਕਵਿਤਰੀ ਦਾ ਮੈਸੇਜ ਆਇਆ ਕਿ ਫਲਾਣੀ, ਇੱਕ ਅਸਲ 'ਚ ਉਹ ਨਵਾਂ ਨਾਂ ਸੀ ਮੇਰੇ ਵਾਸਤੇ ਬਹੁਤ। ਮੈਂ ਉਹਨਾਂ ਨੂੰ ਜਾਣਦੀ ਨਹੀਂ ਸੀ ਤੇ ਪਰ ਮੈਂ ਇਹ ਵੀ ਨਹੀਂ ਪਤਾ ਹੁੰਦਾ ਕਿ ਤੁਸੀਂ ਸਾਰਿਆਂ ਨੂੰ ਜਾਣਦੇ ਹੀ ਹੋਵੋ, ਇਹ ਵੀ ਨਹੀਂ ਹੁੰਦਾ। ਕਿਉਂਕਿ ਮੈਂ ਫੇਸਬੁੱਕ 'ਤੇ ਲਿਖ ਦਿੱਤਾ ਤੇ ਅਣਜਾਣ ਕਵਿਤਰੀਆਂ ਦੀ ਕਵਿਤਾ ਵੀ ਆ ਗਈ। ਮੈਂ ਚੰਗੀ ਕਵਿਤਾ ਵੇਖ ਕੇ ਉਹ ਛਾਪ ਲਿਆ, ਉਹਨਾਂ ਨੂੰ ਫੋਟੋਆਂ ਤਸਵੀਰਾਂ ਸਮੇਤ ਉਹਨਾਂ ਦੇ ਨਾਲ ਸਵੈ ਕਥਨ ਵੀ ਲਏ ਸਾਰਿਆਂ ਦੇ। ਤਾਂ ਉਹ ਫਿਰ ਜਿਹੜੀ ਕਵਿਤਰੀ ਨੇ ਕਿਹਾ ਕਿ ਮੇਰੀ ਕਵਿਤਾ ਇਹਨਾਂ ਨੇ ਛਾਪ ਲਈ ਹੈ, ਤਾਂ ਮੈਨੂੰ ਫਿਰ ਪਤਾ ਲੱਗਾ ਮੈਂ ਉਹਨਾਂ ਨੂੰ ਜਾਣਦੀ ਵੀ ਨਹੀਂ। ਉਹ ਇੱਕ ਲੇਖਕ ਦੀ ਘਰ ਵਾਲੀ ਸੀ ਦਰਅਸਲ, ਜਿਹਨੇ ਹੋਰ ਕਿਸੇ ਦੀ ਕਵਿਤਾ ਭੇਜੀ ਸੀ। ਉਹ ਬਾਅਦ ਵਿੱਚ ਮੈਨੂੰ ਪਤਾ ਲੱਗਾ ਤੇ ਮੈਂ ਫਿਰ ਉਹਦੇ ਸੋਚਿਆ ਵੀ ਹੁਣ ਇਹਨਾਂ ਨੂੰ ਕਦੀ ਵੀ ਅੱਗੇ ਤੋਂ ਨਹੀਂ ਛਾਪਣਾ ਇਸ ਨਾਮ ਨੂੰ। ਤਾਂ ਇਸ ਤਰ੍ਹਾਂ ਭੁੱਲ ਭੁਲੇਖੇ ਕਈ ਵਾਰ ਹੋ ਵੀ ਜਾਂਦਾ ਹੈ, ਪਰ ਇੱਕ ਵਾਰ ਦਾ ਹੀ ਮੈਨੂੰ ਯਾਦ ਹੈ, ਅਜੇ ਤੱਕ ਇਸ ਤੋਂ ਬਾਅਦ ਤਾਂ ਨਹੀਂ ਹੋਇਆ ਇਸ ਤਰ੍ਹਾਂ। ਕਿਉਂਕਿ ਕਵੀ ਦਰਬਾਰਾਂ 'ਚ ਅਸੀਂ ਕਈ ਵਾਰੀ ਦੇਖਿਆ ਹੈਗਾ ਕਿ ਕਿਸੇ ਦੀ ਕਵਿਤਾ ਜਿਹੜੀ ਲਿਖੀ ਆ ਉਹ ਆਪਣੇ ਨਾਂ ਤੇ ਪੜ੍ਹ ਜਾਂਦੇ ਆ। ਮੇਰੇ ਨਾਲ ਰਤਿੰਦਰ ਜੀ ਇੱਦਾਂ ਇੱਕ ਵਾਰੀ ਹੋਇਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਨਾ ਅੰਤਰ ਕਾਲਜ ਮੁਕਾਬਲਾ ਜਿਹੜਾ ਹੈਗਾ ਆਫੀਸ਼ੀਅਲ ਉਹ ਹੋ ਰਿਹਾ ਸੀਗਾ। ਉਹਦੇ ਵਿੱਚ ਸਰਦਾਰ ਸੂਬਾ ਸਿੰਘ ਹੋਰੀ ਵੀ ਜੱਜ ਸੀਗੇ ਤੇ ਮੈਨੂੰ ਉਹਨਾਂ ਨੇ ਉੱਥੇ ਕਵੀਆਂ ਨੂੰ ਪੇਸ਼ ਕਰਨ ਦੇ ਉੱਤੇ ਲਾਤਾ। ਇੱਕ ਕੋਈ ਨੌਜਵਾਨ ਆਇਆ ਤੇ ਉਹਨੇ ਕਿਸੇ ਮਾੜੇ ਮੋਟੇ ਕਵੀ ਦੀ ਨਹੀਂ, ਉਹਨੇ ਸ਼ਿਵ ਕੁਮਾਰ ਦੀ ਰਚਨਾ ਜਿਹੜੀ ਆ ਉਹ ਗਾਤੀ। ਤੇ ਜੱਜ ਜਿਹੜੇ ਨੇ ਜੀ ਉਹ ਬੜੇ ਰੁੱਝੇ ਹੁੰਦੇ ਨੇ ਤੇ ਮੈਂ ਫਿਰ ਕਮੈਂਟ ਕਰਨਾ ਵਾਜਬ ਸਮਝਿਆ ਬਈ ਇਹ ਜੀ ਜਿਹੜੇ ਆਏ ਸਨ ਕਵੀ, ਜਿਹੜੇ ਪਾਰਟੀਸਪੈਂਟ ਆਏ ਸਨ,
ਇਹਨਾਂ ਨੇ ਸਾਨੂੰ ਮਰਹੂਮ ਸ਼ਿਵ ਕੁਮਾਰ ਦੀ ਯਾਦ ਤਾਜ਼ਾ ਕਰ ਦਿੱਤੀ ਆ। ਤੇ ਮੈਨੂੰ ਸਰਦਾਰ ਸੂਬਾ ਸਿੰਘ ਉਹਨਾਂ ਨੇ ਬਾਅਦ ਚ ਕਿਹਾ ਵੀ ਤੂੰ ਕਾਕਾ ਬਹੁਤ ਵਧੀਆ ਕੀਤਾ, ਸਾਡੇ ਧਿਆਨ ਚ ਨਹੀਂ ਆਉਣਾ ਸੀਗਾ। ਸੋ ਮੈਂ ਤਾਂ ਕਰਕੇ ਤੁਹਾਨੂੰ ਇਹ ਸਵਾਲ ਕੀਤਾ ਸੀਗਾ ਕਿ ਬਈ ਕਈ ਜਿਹੜੇ ਆ ਨਾ ਕਵੀ ਦਰਬਾਰਾਂ 'ਚ ਜਦੋਂ ਪੜ੍ਹ ਦਿੰਦੇ ਹੈਗੇ ਆ ਤੇ ਉਹ ਭੇਜ ਵੀ ਦਿੰਦੇ ਹੋਣਗੇ। ਸੋ ਇਹ ਆ ਜੀ, ਤੁਸੀਂ ਬੜਾ ਜਿਹੜਾ ਮਹੱਤਵਪੂਰਨ ਕੰਮ ਕਰ ਰਹੇ ਹੋ। ਤੇ ਇਹਦੇ ਵਿੱਚ ਹੁਣ ਜਿੱਦਾਂ ਤੁਸੀਂ ਇੱਕ ਨਾਰੀ ਅੰਕ ਮਤਲਬ ਨਾਰੀ ਕਾਵਿ ਦਾ ਅੰਕ ਛਾਪਿਆ, ਇੱਦਾਂ ਕੋਈ ਹੋਰ ਵੀ ਤੁਹਾਡੀ ਪਲੈਨਿੰਗ ਹੈਗੀ ਆ ਕਿ ਕੋਈ ਵਿਸ਼ੇਸ਼ ਅੰਕ ਇਸ ਕਿਸਮ ਦੇ ਛਾਪੇ ਜਾਣ? ਜੀ ਮੇਰੇ ਮਨ ਵਿੱਚ ਤਾਂ ਬਹੁਤ ਕੁਝ ਹੈ। ਮੈਂ ਮਤਲਬ ਨੇੜੇ ਭਵਿੱਖ 'ਚ ਅਗਲੇ ਸਾਲ 'ਚ ਮੈਂ ਅਨੁਵਾਦ ਤੇ ਅੰਕ ਕੱਢਣਾ ਚਾਹੁੰਦੀ ਹਾਂ। ਠੀਕ ਹੈ। ਪਰ ਉਹਦੇ ਲਈ ਮੈਨੂੰ ਜ਼ਿਆਦਾ ਮਿਹਨਤ ਕਰਨੀ ਪੈਣੀ ਹੈ ਕਿ ਅਨੁਵਾਦ ਕਰਨ ਵਾਲਿਆਂ ਦੇ ਅਨੁਵਾਦ ਲਵਾਂ ਜਿਹੜੇ, ਜਾਂ ਉਹਨਾਂ ਦੀ ਰਾਏ ਲਈ ਜਾਵੇ ਕਿ ਕਿਸ ਤਰ੍ਹਾਂ ਅਨੁਵਾਦ ਹੋਣਾ ਚਾਹੀਦਾ ਹੈ। ਸੋ ਤੇ ਕੁਝ ਵੰਨਗੀਆਂ ਵੀ ਪੇਸ਼ ਕਰਾਂ। ਮੇਰੀ ਕੋਸ਼ਿਸ਼ ਹੈ ਕਿ ਮੈਂ ਉਹ ਮੈਟਰ ਇਕੱਠਾ ਕਰਨਾ ਸ਼ੁਰੂ ਕੀਤਾ ਹੈ। ਇੱਕ ਹੋਰ ਦੱਸੋ ਕਿ ਦੇਖੋ ਇਹ ਬੜਾ ਵੱਡਾ ਕੰਮ ਆ ਜੀ, ਤੇ ਤੁਹਾਡੇ ਪਰਿਵਾਰ ਚੋਂ ਜਾਂ ਤੁਹਾਡੇ ਜਿਹੜਾ ਦੋਸਤੀ ਦਾ ਘੇਰਾ ਹੈਗਾ, ਯਾਨੀ ਕਿ ਸਾਹਿਤਕ ਦੋਸਤੀ ਦਾ ਘੇਰਾ, ਉਹਨਾਂ ਚੋਂ ਵੀ ਕੋਈ ਤੁਹਾਨੂੰ ਸਹਿਯੋਗ ਦਿੰਦਾ ਇਸ ਕੰਮ 'ਚ? ਨਹੀਂ, ਸਾਹਿਤਕ ਘੇਰਾ ਤਾਂ ਨਹੀਂ, ਤੁਹਾਨੂੰ ਪਤਾ ਹੀ ਹੈ ਵੀ ਕਿੰਨਾ ਕੁ ਸਾਹਿਤਕ ਘੇਰੇ ਦਾ ਕਿੰਨਾ ਕੁ ਯੋਗਦਾਨ ਨਹੀਂ, ਉਹਦੇ 'ਚ ਇਦਾਂ ਹੁੰਦਾ ਹੈਗਾ ਕਿ ਜਿੱਦਾਂ ਹੁਣ ਮਸਲਨ ਪਰਮਿੰਦਰਜੀਤ ਸੀਗੇ ਜੀ, ਪਰਮਿੰਦਰਜੀਤ ਸਿੰਘ ਹੁਣਾਂ ਨਾਲ ਅਮਰੀਕ ਸਿੰਘ ਅਮਨ ਹੁੰਦੇ ਸੀਗੇ, ਉਹਨਾਂ ਨਾਲ ਕਰਨੈਲ ਸਿੰਘ ਸ਼ੇਰਗਿੱਲ ਹੁੰਦੇ ਸੀਗੇ, ਉਹਨਾਂ ਦੇ ਹੋਰ ਦੋਸਤ ਜਿਹੜੇ ਆ। ਮੇਰਾ ਮਤਲਬ ਕਹਿਣ ਦਾ ਇਹ ਹੈਗਾ, ਮਤਲਬ ਜਿਹੜਾ ਐਡਾ ਵੱਡਾ ਸਾਹਿਤਕ ਪਰਿਵਾਰ ਆ ਉਹਦੇ 'ਚ ਤੇ ਤੁਹਾਡੇ ਸਾਰੇ ਹੋ ਨਹੀਂ ਸਕਦੇ। ਨਹੀਂ, ਉਸ ਜਿਸ ਵੇਲੇ ਮੈਂ ਇੱਕ ਤਰ੍ਹਾਂ ਨਾਲ ਮੇਰਾ ਮਤਲਬ ਜਿਸ ਵੇਲੇ ਮੈਂ ਕਵਿਤਾ ਪਹਿਲੀ ਕਿਤਾਬ ਮੇਰੀ ਛਪੀ ਹੈ, ਉਸ ਵੇਲੇ ਤੱਕ ਮੈਂ ਜਿਹੜੇ ਸਮਕਾਲੀ ਕਿਸੇ ਵੀ ਸੰਪਾਦਕ ਨੂੰ ਜਾਂ ਕਵੀ ਨੂੰ ਨਹੀਂ ਸੀ ਜਾਣਦੀ। ਵੈਸੇ ਮੇਰੀ ਪਹਿਲੀ ਕਵਿਤਾ 9ਵੀਂ 'ਚ ਪੜ੍ਹਦਿਆਂ ਛਪੀ ਸੀ ਮੈਗਜ਼ੀਨ ਕੰਵਲ ਵਿੱਚ। ਠੀਕ ਹੈ। ਜਦੋਂ ਮੈਂ 9ਵੀਂ 'ਚ ਉਹਦੇ ਬਾਅਦ ਵੀ ਛਪਦੀਆਂ ਰਹੀਆਂ। ਮੇਰੇ ਮਾਮਾ ਜੀ ਕਿਰਪਾਲ ਸਿੰਘ ਕਸੇਲ ਸੀ, ਉਦੋਂ ਉਹਨਾਂ ਦੀ ਨਜ਼ਰ ਅਜੇ ਗਈ ਨਹੀਂ ਸੀ। ਉਹ ਕਈ ਵਾਰ ਆਉਂਦੇ ਤੇ ਉਹ ਮੇਰੀ ਕੋਈ ਕਵਿਤਾ ਲੈ ਜਾਂਦੇ। ਕਵਿਤਾ ਇੱਕ ਮੈਗਜ਼ੀਨ ਉਹਦੇ ਵਿੱਚ ਵੀ ਛਪੀ, ਕਹਾਣੀ ਵਿੱਚ ਵੀ ਛਪੀਆਂ, ਤਾਂ ਹੋਰ ਵੀ ਇਸ ਤਰ੍ਹਾਂ ਛਪਦੀਆਂ ਰਹੀਆਂ। ਪਰ ਉਦੋਂ ਮੈਨੂੰ ਇਹ ਪਤਾ ਹੀ ਨਹੀਂ ਸੀ ਕਿ ਮੈਗਜ਼ੀਨ ਵਿੱਚ ਕਿਸ ਤਰ੍ਹਾਂ ਰਚਨਾ ਭੇਜੀ ਜਾਂਦੀ ਹੈ ਤੇ ਕੀ ਨਾ ਮੈਗਜ਼ੀਨਾਂ ਦਾ ਨਾਂ ਹੀ ਪਤਾ ਸੀ। ਹੁਣ ਇਹ ਆ ਜੀ ਕਿ ਤੁਸੀਂ ਨਾ ਸਾਨੂੰ ਕੋਈ ਆਪਣੀ ਖੂਬਸੂਰਤ ਨਜ਼ਮ ਸੁਣਾਓ। ਅੱਛਾ, ਮੈਂ ਛੋਟੀਆਂ ਇੱਕ ਦੋ ਕਵਿਤਾਵਾਂ ਸਾਂਝੀਆਂ ਕਰਦੀ ਹਾਂ ਕਿ ਇੱਕ ਸਾਡਾ ਰਿਸ਼ਤਿਆਂ ਬਾਰੇ ਹੈ ਕਵਿਤਾ ਜੀ, ਸਾਡੇ ਸਮਾਜਿਕ ਤੇ ਸੋਸ਼ਲ ਰਿਸ਼ਤਿਆਂ ਬਾਰੇ, ਜਿਵੇਂ ਅਸੀਂ ਮਹਿਸੂਸ ਕਰਦੇ ਹਾਂ ਜਦੋਂ ਇਹ ਲੱਗ ਰਿਹਾ ਹੁੰਦਾ ਕਿਸੇ ਨੂੰ ਯਾਦ ਕਰਦੇ ਹਾਂ, ਕਿਸੇ ਅੰਦਰ ਦੀ ਖਾਈ ਦਾ ਉਦੋਂ ਅਨੁਵਾਦ ਕਰਦੇ ਹਾਂ, ਬਣਾ ਕੇ ਬੁੱਤ ਸੋਚਾਂ ਦੇ ਉਹਨਾਂ ਨੂੰ ਸਾਂਭ ਕੇ ਅੰਦਰ, ਉਹਨਾਂ ਨਾਲ ਗੱਲ ਕਰਕੇ ਸੁਣਨ ਵਿੱਚ ਵੀ ਸਮਾਧ ਭਰਦੇ ਹਾਂ। ਕੈਸਾ ਮਸਲਾ ਹੈ ਦਿਲ ਦਾ, ਅਵੱਲਾ ਰਿਸ਼ਤਾ ਹੈ ਇਸ ਦਾ, ਕਦੇ ਇਸ ਨੂੰ ਤਬਾਹ ਕਰਦੇ, ਕਦੇ ਆਬਾਦ ਕਰਦੇ ਹਾਂ। ਦਮ ਘੁੱਟਦਾ ਏ ਮਨ ਅੰਦਰ ਤੇ ਜੀਣਾ ਕੈਦ ਲੱਗਦੀ ਹੈ। ਦਮ ਘੁੱਟਦਾ ਏ ਮਨ ਅੰਦਰ ਤੇ ਜੀਣਾ ਕੈਦ ਲੱਗਦੀ ਏ, ਇਸ ਮਨ ਦੀ ਇਸੇ ਦੇ ਕੋਲ ਫਿਰ ਫਰਿਆਦ ਕਰਦੇ ਹਾਂ। ਤਰਦੀ ਭੀੜ ਦਰਦਾਂ ਦੀ ਯਾਦਾਂ ਦੇ ਸਮੁੰਦਰ ਵਿੱਚ, ਤਰਦੀ ਭੀੜ ਦਰਦਾਂ ਦੀ ਯਾਦਾਂ ਦੇ ਸਮੁੰਦਰ ਵਿੱਚ, ਇਸੇ ਵਿੱਚ ਭਿੱਜੇ ਡੁੱਬੇ ਆਪਣੇ ਅੰਦਰ ਉਤਰਦੇ ਹਾਂ। ਜਦੋਂ ਇਹ ਲੱਗ ਰਿਹਾ ਹੁੰਦਾ ਕਿਸੇ ਨੂੰ ਯਾਦ ਕਰਦੇ ਹਾਂ, ਕਿਸੇ ਅੰਦਰ ਦੀ ਖਾਈ ਦਾ ਉਦੋਂ ਅਨੁਵਾਦ ਕਰਦੇ ਹਾਂ। ਇੱਕ ਛੋਟੀ ਜਿਹੀ ਕਵਿਤਾ ਹੋਰ, ਜਿਵੇਂ ਇੱਕ ਕਿਹਾ ਜਾਂਦਾ ਅੱਜ ਕੱਲ੍ਹ ਵਾਸਤੂ ਦਾ, ਮੈਂ ਅੱਗੇ ਵੀ ਇਹ ਕਵਿਤਾ ਸਾਂਝੀ ਕਰ ਚੁੱਕੀ ਹਾਂ ਕਿ ਵਾਸਤੂ ਦਾ ਯੁੱਗ ਹੈ। ਬਹੁਤ ਵਾਸਤੂ ਵਾਲੇ ਬੜੀਆਂ ਸਲਾਹਾਂ ਦਿੰਦੇ ਨੇ ਜੀ ਕਿ ਕਵਿਤਾ ਹੈ ਬੰਦੇ ਦਾ ਵਾਸਤੂ। ਵਾਸਤੂ ਵਾਲੇ ਕਹਿੰਦੇ ਭੁਰੇ ਕੰਡਿਆਂ ਵਾਲੇ, ਤਰੇੜਾਂ ਵਾਲੇ, ਤਿੜਕੇ ਹੋਏ ਕੱਪ ਪਲੇਟਾਂ ਵਰਤੋਂ ਨਾ ਰੱਖੋ, ਉਧੜੇ ਫਟੇ ਕੁੰਗੀਆਂ ਵਾਲੇ ਤੇ ਰਫੂ ਕੀਤੇ ਕੱਪੜੇ ਪਾਓ ਨਾ ਸਾਂਭੋ। ਬੰਦਾ ਇੰਜ ਕਰ ਵੀ ਲਵੇ ਪਰ ਆਪਣੇ ਆਪ ਦਾ ਕੀ ਕਰੇ। ਛੋਟੀ ਜਿਹੀ ਗੱਲ। ਬਹੁਤ ਅੱਛਾ ਜੀ। ਪਿਆਰੇ ਦਰਸ਼ਕੋ, ਅਸੀਂ ਗੱਲਾਂ ਬਾਤਾਂ ਕਰ ਰਹੇ ਹਾਂ ਰਤਿੰਦਰ ਸੰਧੂ ਜੀ ਨਾਲ, ਤੇ ਹੁਣ ਇੱਕ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ ਲੈਂਦੇ ਹਾਂ ਤੇ ਫਿਰ ਹਾਜ਼ਰ ਹੁੰਦੇ ਹਾਂ। ਤੁਸੀਂ ਕਿਤੇ ਨਹੀਂ ਜਾਣਾ, ਅਸੀਂ ਹੁਣੇ ਗਏ ਤੇ ਹੁਣੇ ਆਏ।
ਕੀ ਤੁਸੀਂ ਕਿਸੇ ਮਾਨਸਿਕ ਪਰੇਸ਼ਾਨੀ ਦਾ ਸ਼ਿਕਾਰ ਹੋ ਜਾਂ ਨਿਊ ਕਮਰ ਹੋਣ ਕਰਕੇ ਕੈਨੇਡਾ ਵਿੱਚ ਸੈਟਲ ਹੋਣ 'ਚ ਦਿੱਕਤ ਆ ਰਹੀ ਹੈ? ਜ਼ਿੰਦਗੀ ਦੀ ਇਸ ਕਠਿਨਾਈ ਭਰੇ ਦੌਰ 'ਚੋਂ ਲੰਘਣਾ ਸੱਚਮੁੱਚ ਬੜਾ ਮੁਸ਼ਕਿਲ ਹੈ। ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਇੱਕ ਐਸੀ ਸਮਾਜ ਸੇਵੀ ਸੰਸਥਾ ਹੈ ਜੋ ਗ੍ਰੇਟਰ ਟੋਰਾਂਟੋ ਏਰੀਆ ਵਿੱਚ ਸਿਹਤ ਸਮੱਸਿਆ, ਸੈਟਲਮੈਂਟ ਭਾਸ਼ਾ ਸਿੱਖਣੀ ਹੋਵੇ ਜਾਂ ਨਸ਼ਾ ਛੁਡਾਉਣਾ ਹੋਵੇ, ਹਰ ਤਰ੍ਹਾਂ ਦੀਆਂ ਸੇਵਾਵਾਂ ਮੁਹੱਈਆ ਕਰਦੀ ਹੈ। ਜੇਕਰ ਤੁਸੀਂ ਵੀ ਇਹਨਾਂ ਸੇਵਾਵਾਂ ਦਾ ਲਾਭ ਲੈਣਾ ਚਾਹੁੰਦੇ ਹੋ ਤਾਂ ਸਾਡੇ ਫੋਨ ਨੰਬਰ 905 677 0889 ਤੇ ਕਾਲ ਕਰੋ। ਜੀ ਹਾਂ, 905 677 0889 ਤੇ ਕਾਲ ਕਰੋ। ਵਧੇਰੇ ਜਾਣਕਾਰੀ ਲਈ www.pchs4u.com ਤੇ ਜਾਓ। ਈਮੇਲ ਵੀ ਕਰ ਸਕਦੇ ਹੋ info@pchs4u.com। Punjabi Community Health Services, serving diverse communities. ਅਸੀਂ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੋ ਗਏ ਹਾਂ। ਬ੍ਰੇਕ ਤੋਂ ਪਹਿਲਾਂ ਅਸੀਂ ਗੱਲਬਾਤ ਕਰ ਰਹੇ ਸਾਂ ਪੰਜਾਬੀ ਦੀ ਪ੍ਰਸਿੱਧ ਕਵਿੱਤਰੀ ਤੇ ਸੰਪਾਦਕ ਰਤਿੰਦਰ ਸੰਧੂ ਜੀ ਨਾਲ। ਉਹਨਾਂ ਦੇ ਜੀਵਨ ਬਾਰੇ, ਉਹਨਾਂ ਦੀ ਰਚਨਾ ਬਾਰੇ, ਉਹਨਾਂ ਦੀ ਸੰਪਾਦਨਾ ਬਾਰੇ ਅਸੀਂ ਗੱਲਾਂ ਕੀਤੀਆਂ ਨੇ ਤੇ ਹੁਣ ਅਸੀਂ ਉਹਨਾਂ ਨਾਲ ਹੋਰ ਗੱਲਾਂ ਕਰਾਂਗੇ ਉਸ ਸੰਦਰਭ ਵਿੱਚ ਕਿ ਉਹ ਕੈਨੇਡਾ ਆਏ ਨੇ ਤੇ ਉਹਨਾਂ ਨੇ ਇੱਥੇ ਆ ਕੇ ਕਿਸ ਮਕਸਦ ਨਾਲ ਜਿਹੜੀ ਆ ਉਹ ਧਰਤੀ ਤੇ ਪੈਰ ਰੱਖਿਆ ਹੈਗਾ। ਰਤਿੰਦਰ ਜੀ, ਤੁਸੀਂ ਹੁਣ ਕੈਨੇਡਾ ਕਿਸ ਉਦੇਸ਼ ਨਾਲ ਆਏ ਸੀ? ਇਸ ਵਾਰ ਤਾਂ ਜੀ ਅਸੀਂ ਜਿਹੜੀ ਕਾਨਫਰੰਸ ਹੋਈ ਹੈ 2 ਦਿਨਾਂ ਦੀ ਜੀ, ਉਹ ਅਟੈਂਡ ਕਰਨ ਆਏ ਸੀ ਜੀ। ਵੈਸੇ ਮੈਂ ਪਹਿਲਾਂ ਵੀ ਇੱਕ ਵਾਰ ਕੈਨੇਡਾ ਆ ਚੁੱਕੀ, ਉਦੋਂ ਵੀ ਕਾਨਫਰੰਸ ਅਟੈਂਡ ਕਰਨ ਇਸ ਤਰ੍ਹਾਂ ਦੇ ਕੰਮ ਹੀ ਆਈ ਸੀ ਜੀ। ਤਾਂ ਹੁਣ ਵੀ ਇਹ ਦੂਸਰੀ ਵਾਰ ਇਹ ਕਾਨਫਰੰਸ ਦੇ ਬਹਾਨੇ ਹੀ ਮੌਕਾ ਮਿਲਿਆ। ਤੁਸੀਂ 8ਵੀਂ ਵਿਸ਼ਵ ਪੰਜਾਬੀ ਕਾਨਫਰੰਸ ਅਟੈਂਡ ਕੀਤੀ ਆ। ਉਹਦੇ ਵਿੱਚ ਤੁਸੀਂ ਇੱਕ ਵਿਦਵਾਨ ਦੇ ਤੌਰ ਤੇ ਪੇਸ਼ ਹੋਏ ਹੋ। ਤੁਸੀਂ ਉਹਦੇ 'ਚ ਪਰਚਾ ਵੀ ਪੇਸ਼ ਕੀਤਾ ਆ ਔਰ ਤੁਸੀਂ ਉਹਦੇ ਵਿੱਚ ਐਜ਼ ਕਵਿੱਤਰੀ, ਐਜ਼ ਪੋਇਟ ਵੀ ਸ਼ਮੂਲੀਅਤ ਕੀਤੀ ਹੈਗੀ ਆ। ਸੋ ਮੈਂ ਇਹ ਜਾਣਨਾ ਚਾਹਾਂਗਾ ਕਿ ਇਹ ਕਾਨਫਰੰਸ ਜਿਹੜੀ ਹੈਗੀ ਆ, ਇਹਦੇ ਬਾਰੇ ਤੁਸੀਂ ਸੰਖੇਪ ਵਿੱਚ ਕੀ ਮਤਲਬ ਕਹਿਣਾ ਚਾਹੋਗੇ? ਦੇਖੋ, ਪਹਿਲੀ ਗੱਲ ਤਾਂ ਇਹੀ ਬਹੁਤ ਪ੍ਰਭਾਵਿਤ ਕਰਦੀ ਹੈ ਜੀ ਕਿ ਸਾਡੇ ਪੰਜਾਬੀ ਪੰਜਾਬ ਤੋਂ ਆ ਕੇ ਦਹਾਕਿਆਂ ਤੋਂ ਇੱਥੇ ਰਹਿ ਰਹੇ ਨੇ। ਇੱਥੇ ਆਪਣੀ ਭਾਸ਼ਾ ਦੇ ਵਿੱਚ ਨਹੀਂ ਕੰਮ ਚੱਲਦੇ ਤੇ ਅੰਗਰੇਜ਼ੀ ਵਿੱਚ ਜਾਂ ਇੱਥੋਂ ਦੀ ਭਾਸ਼ਾ ਅਨੁਸਾਰ ਸਾਰੇ ਕੰਮ ਚੱਲਦੇ ਨੇ। ਜਿਹੜੇ ਦਫ਼ਤਰੀ ਕੰਮ, ਜੋ ਵੀ ਕੰਮ ਸਾਰੇ ਤੁਹਾਨੂੰ ਉਹ ਭਾਸ਼ਾ ਬੋਲਣੀ ਪੈਂਦੀ ਹੈ, ਬੱਚਿਆਂ ਨੂੰ ਵੀ ਉਹੀ ਬੋਲਣੀ ਹੈ। ਪਰ ਉਹਦੇ ਬਾਵਜੂਦ ਤੁਸੀਂ ਆਪਣੀ ਮਾਂ ਬੋਲੀ ਨੂੰ ਕੈਨੇਡਾ ਦੇ ਵਿੱਚ ਆ ਕੇ ਜ਼ਿੰਦਾ ਹੀ ਨਹੀਂ ਰੱਖਿਆ, ਸਗੋਂ ਉਹਨੂੰ ਬਹੁਤ ਬਹੁਤ ਵੱਡੇ ਹੁੰਗਾਰੇ ਦੇ ਰਹੇ ਹੋ। ਵੱਡੀ ਗੱਲ, ਬਹੁਤ ਅੱਛੀ ਗੱਲ ਹੈ ਤੇ ਬਹੁਤ ਤਸੱਲੀ ਦੇਣ ਵਾਲੀ ਗੱਲ ਇਹ ਹੈ ਕਿ ਕੈਨੇਡਾ ਦੇ ਵਿੱਚ ਮੈਨੂੰ ਲੱਗਦਾ ਵੀ ਵੈਸੇ ਤਾਂ ਦੂਜੇ ਸ਼ਹਿਰਾਂ 'ਚ ਵੀ ਕੈਨੇਡਾ ਦੇ ਕਾਨਫਰੰਸਿਸ ਹੁੰਦੀਆਂ ਨੇ, ਪਰ ਮੇਰਾ ਖਿਆਲ ਅਜੇ ਤੱਕ ਮੇਰੀ ਜਾਣਕਾਰੀ ਹੈ ਕਿ ਟੋਰਾਂਟੋ ਵਿੱਚ ਜ਼ਿਆਦਾ ਕਾਨਫਰੰਸਿਸ ਹੋ ਰਹੀਆਂ ਨੇ। ਅਲੱਗ-ਅਲੱਗ ਗਰੁੱਪ ਕਾਨਫਰੰਸਾਂ ਕਰ ਰਹੇ ਨੇ ਤੇ ਉਹਨਾਂ ਦਾ ਆਪਣਾ ਆਪਣਾ ਕੋਈ ਨਾ ਕੋਈ ਉਦੇਸ਼ ਹੁੰਦਾ ਹੈ ਜਿਹੜਾ ਸੁਨੇਹਾ ਲੈ ਕੇ ਚੱਲਦੇ ਨੇ। ਤਾਂ ਮੈਨੂੰ ਇਹ 2 ਦਿਨਾਂ ਦੀ ਕਾਨਫਰੰਸ ਵਿੱਚ ਬਹੁਤ ਤਸੱਲੀ ਹੋਈ ਇੱਥੇ ਆ ਕੇ ਕਿ ਪਹਿਲਾਂ ਤਾਂ ਇੱਥੇ ਪੰਜਾਬੀ ਵਿੱਚ ਕਾਨਫਰੰਸ ਕਰਨੀ ਤੇ ਆਪਣੇ ਲੋਕਾਂ ਨੂੰ ਜੋੜਨਾ। ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਪੰਜਾਬੀਆਂ ਨੂੰ ਜੋੜਨਾ ਵੀ ਔਖਾ ਹੀ ਹੁੰਦਾ। ਸਾਨੂੰ ਪੰਜਾਬੀ ਹੋਣ ਕਰਕੇ ਪੰਜਾਬੀਆਂ ਦੇ ਸੁਭਾਅ ਦਾ ਪਤਾ ਹੈ। ਜਿੱਥੇ ਵੀ ਰਹਿੰਦੇ ਨੇ ਉੱਥੇ ਅਲੱਗ-ਅਲੱਗ ਟੋਲੀਆਂ 'ਚ ਰਹਿੰਦੇ, ਕਦੀ ਵੀ ਸਾਰੇ ਇਕੱਠੇ ਨਹੀਂ ਹੁੰਦੇ। ਠੀਕ ਹੈ। ਇਸ ਕਰਕੇ ਲੇਖਕਾਂ ਨੂੰ ਇਕੱਠੇ ਕਰਨਾ, ਕਿਉਂਕਿ ਉਹ ਵੀ ਪੰਜਾਬੀ ਸੀ, ਲੇਖਕਾਂ ਨੂੰ ਇੱਕ ਮੰਚ ਤੇ ਲਿਆਉਣਾ ਤੇ ਇੱਕ ਨਿਸ਼ਾਨੇ ਦੇ ਹਿਸਾਬ ਨਾਲ ਉਹਨਾਂ ਦੇ ਦਿਸ਼ਾ ਵਿੱਚ ਕੰਮ ਕਰਨਾ, ਜਿਹੜਾ ਉਹ ਕਰਵਾਉਣਾ ਜਾਂ ਕਰਨਾ ਜਾਂ ਸਾਂਝੀ ਤਰ੍ਹਾਂ, ਉਹ ਬਹੁਤ ਔਖਾ ਹੁੰਦਾ ਹੈ। ਇਹ ਇੱਕ ਵੱਡਾ ਕਾਰਜ ਸੀ ਜਿਹੜਾ ਹੋਇਆ ਸੀ, ਜਿਹਦੇ ਵਿੱਚ ਪਹਿਲਾਂ ਤਾਂ ਜਿਹੜੀ ਬਹੁਤ ਵੱਡੀ ਗੱਲ ਹੈ ਕਿ ਤੁਸੀਂ ਲੋਕਲ ਜਿਹੜੇ ਆਫਿਸ ਬੀਅਰਰਸ, ਜਿਹੜੇ ਲੀਡਰ, ਉਹਨਾਂ ਨੂੰ ਵੀ ਨਾਲ ਜੋੜ ਦਿਓ ਤਾਂ ਕਿ ਉਹ ਤੁਸੀਂ ਪੰਜਾਬੀ ਦੇ ਜਿੰਨੇ ਸਾਡੇ ਇਸੇ ਕੋਈ ਇਲੈਕਸ਼ਨ ਲੜ ਕੇ ਕੋਈ ਮਿਨਿਸਟਰ ਬਣਿਆ ਜਾਂ ਕਾਉਂਸਲਰ ਬਣਿਆ, ਜੋ ਵੀ, ਤੁਸੀਂ ਉਹਨਾਂ ਨੂੰ ਵੀ ਬੁਲਾਇਆ ਤਾਂ ਕਿ ਉਹ ਆਪਣੀ ਭਾਸ਼ਾ ਨਾਲ ਜੁੜੇ ਰਹਿਣ, ਆਪਣੀ ਭਾਸ਼ਾ ਦੇ ਬੰਦਿਆਂ ਨਾਲ ਜੁੜੇ ਰਹਿਣ ਤੇ ਉਹਨਾਂ ਨੂੰ ਪਤਾ ਹੋਵੇ ਕਿ ਸਾਡੇ ਲੋਕ ਕੀ ਕਰ ਰਹੇ ਨੇ ਤੇ ਉਹਨਾਂ ਨੂੰ ਨਾਲ ਇਹ ਵੀ ਪਤਾ ਹੋਏਗਾ ਕਿ ਅਸੀਂ ਆਪਣੀ ਭਾਸ਼ਾ ਵਾਸਤੇ ਹੋਰ ਕੀ ਕਰਨਾ ਹੈ। ਅੱਗੋਂ ਕਿਹੜੀਆਂ ਤੁਹਾਡੇ ਨਾਲ ਜੁੜੇ ਰਹਿਣਗੇ, ਉਹਨਾਂ ਨੂੰ ਪਤਾ ਲੱਗਦਾ ਰਹੂਗਾ ਹਮੇਸ਼ਾ ਕਿ ਆਪਣੀ ਭਾਸ਼ਾ ਵਾਸਤੇ ਅਸੀਂ ਹੋਰ ਕਿਹੜੇ ਸਟੈਪ ਲੈ ਸਕਦੇ ਹਾਂ ਕਿ ਜਿਹੜੀ ਸਾਡੀ ਭਾਸ਼ਾ ਇੱਥੇ ਉਹਨੂੰ ਹੋਰ ਹੁੰਗਾਰਾ ਮਿਲੇ। ਵੈਸੇ ਇੱਥੇ ਬਹੁਤ ਸਾਰਾ ਹੁੰਗਾਰਾ ਮਿਲ ਰਿਹਾ ਹੈ ਟੋਰਾਂਟੋ ਵਿੱਚ। ਕੈਨੇਡਾ ਵਿੱਚ ਮੈਂ ਕਈ ਵਾਰ ਸੋਚਦੀ ਹਾਂ, ਕਈ ਵਾਰ ਅਸੀਂ ਘਰ ਗੱਲ ਕਰਦੇ ਹਾਂ ਕਿ ਅਗਰ ਇੱਥੇ
ਮਤਲਬ ਮੇਰਾ ਬੇਟਾ ਅਮਰੀਕਾ ਰਹਿੰਦਾ, ਅਗਰ ਇੱਥੇ ਰਹਿੰਦਾ ਹੁੰਦਾ ਤੇ ਅਸੀਂ ਇੱਥੇ ਆ ਜਾਣਾ ਸੀ। ਇਹ ਤੇ ਮੈਨੂੰ ਇੰਨਾ ਅੱਛਾ ਲੱਗਦਾ ਆ ਕੇ। ਤਾਂ ਉਹ ਫਿਰ ਵਿਦਵਾਨਾਂ ਨੂੰ ਜੋੜਨਾ, ਤੁਸੀਂ ਦੇਸ਼ ਨਾਲ ਵੀ ਜੁੜੇ ਰਹਿੰਦੇ ਹੋ, ਉੱਥੋਂ ਵੀ ਵਿਦਵਾਨ ਆਉਂਦੇ ਨੇ ਤੇ ਨਾਲ ਅਲੱਗ-ਅਲੱਗ ਵਿਸ਼ਿਆਂ ਤੇ ਇੱਥੇ ਬਹੁਤ ਇੱਕ ਵਾਸਟ ਵਿਸ਼ਿਆਂ ਦਾ ਜਿਹੜਾ ਸੀਗਾ ਮੈਂ ਵੇਖਿਆ ਵੀ ਇਹ ਸਪੈਕਟਰਮ ਸੀ ਜਿਹਦੇ ਤੇ ਗੱਲਾਂ ਬਾਤਾਂ ਹੋਈਆਂ। ਤੇ ਉਹਦੇ ਬਾਅਦ ਕਵੀ ਦਰਬਾਰ ਵੀ ਹੋਇਆ ਤੇ ਬਹੁਤ ਕੁਝ ਜੋ ਜਿੰਨਾ ਵੀ ਹੋਇਆ ਮਤਲਬ ਮੈਨੂੰ ਬਹੁਤ ਅੱਛਾ ਲੱਗਾ। ਤੇ ਬਹੁਤ ਵਧੀਆ ਗੱਲ ਇਹ ਹੈ ਕਿ ਜਿੰਨੇ ਵੀ ਇੱਥੇ ਇਹਦੇ ਕੰਮ ਕਰਨ ਵਾਲੇ ਸੀ ਕਾਨਫਰੰਸ ਵਿੱਚ, ਉਹ ਸਾਰੇ ਬਹੁਤ ਸਮਰਪਿਤ ਸੀ। ਇਸੇ ਕਰਕੇ ਹੀ ਇਹ ਇੱਕ ਗਰੁੱਪ ਦੇ ਤੌਰ ਤੇ ਕਾਮਯਾਬ ਹੋ ਸਕੀ ਹੈ ਕਾਨਫਰੰਸ। ਹਰੇਕ ਨੇ ਆਪਣਾ ਰੋਲ, ਆਪਣਾ ਹਿੱਸਾ ਕੀਤਾ, ਮਤਲਬ ਇਹ ਪੂਰੀ ਤਰ੍ਹਾਂ ਪਾਇਆ ਸਮਰਪਿਤ ਹੋ ਕੇ। ਮੇਰੀ ਜਾਣਕਾਰੀ ਹੈ ਰਤਿੰਦਰ ਜੀ ਕਿ ਜਿਹੜੇ ਇਸ ਕਾਨਫਰੰਸ 'ਚ ਪੇਪਰ ਪੜ੍ਹੇ ਗਏ ਆ ਜੀ, ਉਹ ਵੀ ਜਿਹੜੀ ਸਾਡੀ ਸਮਕਾਲੀ ਸਮੱਸਿਆਵਾਂ ਨੇ, ਕਿਉਂਕਿ ਕਾਨਫਰੰਸ ਵਾਲਿਆਂ ਨੇ ਇਹਦਾ ਜਿਹੜਾ ਮੁੱਖ ਥੀਮ ਹੈਗਾ ਉਹ ਰੱਖਿਆ ਸੀਗਾ ਕੰਟੈਂਪਰੇਰੀ ਵਰਲਡ ਪੰਜਾਬੀ ਕਲਚਰ, ਕਿ ਸਮਕਾਲੀ ਸੰਸਾਰ ਦੇ ਵਿੱਚ ਜਿਹੜਾ ਪੰਜਾਬੀ ਸੱਭਿਆਚਾਰ ਆ ਉਹਦੀ ਸਥਿਤੀ ਦੀ ਗੱਲ ਕੀਤੀ ਸੀਗੀ। ਉਹਦੇ 'ਚ ਉਹਨਾਂ ਨੇ ਦੇਖੋ ਜਿਹੜੇ ਸੱਭਿਆਚਾਰ ਨਾਲ ਸੰਬੰਧਿਤ ਪੇਪਰ ਆ ਉਹਨਾਂ 'ਚ ਖਾਸ ਕਰਕੇ ਜਿਹੜਾ ਇਸ ਵੇਲੇ ਬਹੁਤ ਵੱਡਾ ਮਸਲਾ ਉਹ ਵਿਦਿਆਰਥੀਆਂ ਦਾ ਆ ਜਿਹੜੇ ਮਾਈਗ੍ਰੇਟ ਕਰ ਰਹੇ ਹੈਗੇ ਆ ਪੰਜਾਬ ਤੋਂ ਕੈਨੇਡਾ ਨੂੰ। ਸੋ ਇਹਦੇ ਵਿੱਚ ਜਿਹੜਾ ਉਹਨਾਂ ਨੇ ਪੇਪਰ ਸ਼ਾਮਲ ਕੀਤਾ, ਉਹਦੇ ਵਿੱਚ ਇਸ ਦਾ ਪੰਜਾਬ ਤੇ ਕੀ ਪ੍ਰਭਾਵ ਪੈ ਰਿਹਾ ਔਰ ਕੈਨੇਡਾ ਦੇ ਸੱਭਿਆਚਾਰ ਤੇ ਕੀ ਪ੍ਰਭਾਵ ਪੈ ਰਿਹਾ, ਇਦਾਂ ਦੀਆਂ ਵੀ ਗੱਲਾਂ ਕੀਤੀਆਂ। ਔਰ ਇੱਕ ਪ੍ਰਬੰਧਕਾਂ ਨੇ ਜਿਹੜਾ ਵਿਸ਼ੇਸ਼ ਜਿਹਦੀ ਅੱਗੇ ਸ਼ਾਇਦ ਕਿਤੇ ਜ਼ਿਕਰ ਨਾ ਹੋਇਆ ਹੋਵੇ, ਉਹ ਸੀਗਾ ਸਰਦਾਰ ਹਰਜੀਤ ਸਿੰਘ ਗਰੇਵਾਲ ਹੋਰਾਂ ਦਾ ਪੇਪਰ ਸੀਗਾ। ਉਹਨਾਂ ਨੇ ਕਹਿੰਦੇ ਵੀ ਸ਼ਾਮਲ ਕੀਤਾ ਗੱਤਕਾ, ਗੁਰਮੁਖੀ ਤੇ ਗੁਰਬਾਣੀ, ਇਹ ਇੱਕ ਵਿਲੱਖਣ ਵਿਸ਼ਾ ਸੀਗਾ। ਇਸੇ ਤਰ੍ਹਾਂ ਉਹਨਾਂ ਨੇ ਇੱਕ ਪੇਪਰ ਪ੍ਰਬੰਧਕਾਂ ਨੇ ਪ੍ਰਬੰਧ ਕੀਤਾ ਸੀਗਾ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਜਿਹੜੀ ਆ ਉਹ ਕੀ ਪ੍ਰਭਾਵ ਪਾ ਰਹੀ ਹੈਗੀ ਆ। ਉਹ ਬਹੁਤ ਵਧੀਆ ਲੈਕਚਰ ਸੀ। ਔਰ ਮੈਂ ਉਹਨਾਂ ਨੂੰ ਬਾਅਦ ਵਿੱਚ ਕਿਹਾ ਸੀ ਕਿ ਅਸੀਂ ਸਮਝਦੇ ਸਾਂ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਕਿਤੇ ਹੋਰ ਚੱਲ ਰਹੀ ਹੈ, ਪਤਾ ਨਹੀਂ ਉਹਨੇ ਕੀ ਕਰ ਰਹੀ ਹੈ, ਪਰ ਉਹਨਾਂ ਨੂੰ ਸੁਣ ਕੇ ਸਾਨੂੰ ਪਤਾ ਲੱਗਾ ਕਿ ਅਸੀਂ ਤੇ ਇਹਦੇ ਵਿੱਚ ਪਹਿਲਾਂ ਹੀ ਇਨਵੋਲਵ ਹੋ ਚੁੱਕੇ ਹੋਏ ਹਾਂ। ਹਾਂਜੀ, ਉਹ ਮਤਲਬ ਬਹੁਤ ਜਾਣਕਾਰੀ ਵਾਲਾ ਲੇਖ ਸੀ ਉਹ, ਬਹੁਤ ਉਹਨਾਂ ਦਾ ਆਰਟੀਕਲ ਜਿਹੜਾ ਸੀ। ਔਰ ਜਿਹੜੀ 47 ਚ ਵੰਡ ਹੋਈ ਉਹਦਾ ਕੀ ਪ੍ਰਭਾਵ ਪਿਆ ਪੰਜਾਬਾਂ ਤੇ, ਉਹਦੇ ਵੀ ਪ੍ਰਬੰਧਕਾਂ ਨੇ ਇੱਕ ਪੇਪਰ ਜਿਹੜਾ ਉਹ ਪਾਕਿਸਤਾਨ ਦੇ ਵਿਦਵਾਨ ਕੋਲੋਂ ਲਿਖਵਾਇਆ ਹੋਇਆ ਸੀਗਾ। ਸੋ ਇਸ ਤਰ੍ਹਾਂ ਜੀ ਮਤਲਬ ਜਿਹੜੇ ਵੱਖਰੇ ਵੱਖਰੇ ਸਬਜੈਕਟ ਹੈਗੇ ਆ, ਐਜੂਕੇਸ਼ਨ ਨਾਲ ਸੰਬੰਧਿਤ ਆ, ਸੱਭਿਆਚਾਰ ਨਾਲ ਸੰਬੰਧਿਤ ਆ, ਮਾਈਗ੍ਰੇਸ਼ਨ ਨਾਲ ਸੰਬੰਧਿਤ ਆ। ਸੋ ਇਹ ਤੁਸੀਂ ਸਾਰੇ ਸੁਣੇ ਆ। ਤੁਹਾਡਾ ਵੀ ਪਰਚਾ ਜਿਹੜਾ ਹੈਗਾ ਉਹ ਵੀ ਇਸੇ ਮਤਲਬ ਕੰਟੈਕਸਟ ਦੇ ਵਿੱਚ ਹੀ ਸੀਗਾ, ਸੱਭਿਆਚਾਰ ਨਾਲ ਹੀ ਸੰਬੰਧਿਤ ਸੀਗਾ। ਤੇ ਸੱਭਿਆਚਾਰ ਜਿਹੜਾ ਵਿਸ਼ਵੀਕਰਨ ਆ ਉਹ ਸਾਡੇ ਸੱਭਿਆਚਾਰ ਤੇ ਕੀ ਪ੍ਰਭਾਵ ਪਾ ਰਿਹਾ ਹੈਗਾ। ਤੁਸੀਂ ਬਾਕੀਆਂ ਪੇਪਰਾਂ ਬਾਰੇ ਮਹੱਤਵ ਜਿਹੜਾ ਦੱਸ ਰਹੇ ਹੈਗੇ ਹੋ, ਤੁਸੀਂ ਆਪਣੇ ਪੇਪਰ ਬਾਰੇ ਵੀ ਕੁਝ ਦੱਸੋ ਕਿ ਤੁਸੀਂ ਉਹਦੇ ਵਿੱਚ ਕੀ ਮੁੱਖ ਗੱਲਾਂ ਜਿਹੜੀਆਂ ਉਹ ਪੇਸ਼ ਕੀਤੀਆਂ। ਮੇਰਾ ਪੇਪਰ ਗਲੋਬਲੀਕਰਨ ਦੇ ਅਸਰ ਬਾਰੇ ਸੀ। ਵੈਸੇ ਤਾਂ ਗਲੋਬਲੀਕਰਨ ਦਾ ਅਸਰ ਵਿਸ਼ਵੀਕਰਨ ਦਾ ਇਹ ਅਸਰ ਸਾਰੇ ਹੀ ਹੋਇਆ ਹੈ ਤੇ ਅਸੀਂ ਤੇ ਪਹਿਲਾਂ ਜਿਵੇਂ ਮੈਂ ਗੱਲ ਕੀਤੀ ਬੜੇ ਖੁਸ਼ ਸਾਂ ਕਿ ਚਲੋ ਜੀ ਇਹ ਚੰਗੀ ਗੱਲ ਹੈ। ਵੈਸੇ ਇਹਦਾ ਚੰਗਾ ਵੀ ਲੱਗਾ, ਲੋਕਡਾਊਨ ਦੇ ਦਿਨ ਹੀ ਅਸੀਂ ਆਪਸ ਵਿੱਚ ਗੱਲਬਾਤ ਕਰਦੇ ਰਹੇ ਇਹਦੇ ਰਾਹੀਂ, ਪਰ ਇਹਦਾ ਅਸਰ ਦੇਸ਼ ਤੇ ਹੋਇਆ, ਸਾਰੇ ਦੇਸ਼ਾਂ ਤੇ ਹੋਇਆ। ਲੇਕਿਨ ਮੈਂ ਪੰਜਾਬ ਬਾਰੇ ਗੱਲ ਕਰਦੀ ਹਾਂ ਕਿ ਸਾਡਾ ਤਾਂ ਸਾਰਾ ਕੁਝ ਹੀ ਬਦਲ ਗਿਆ ਹੈ, ਉਲਟ ਗਿਆ ਹੈ ਬਹੁਤ ਸਾਰਾ। ਹੁਣ ਜਿਵੇਂ ਇੱਕ ਇੱਥੋਂ ਅਸੀਂ ਕੈਨੇਡਾ ਤੋਂ ਹੀ ਸ਼ੁਰੂ ਕਰ ਲਈਏ ਤਾਂ ਜਿੱਥੇ ਪਹਿਲਾਂ ਇੱਥੇ ਬਾਹਰ ਕਿਸੇ ਵੀ ਦੇਸ਼ 'ਚ ਜਾਂਦਾ ਸੀ ਕੋਈ ਪੰਜਾਬੀ, ਉੱਥੋਂ ਕਮਾ ਕੇ ਪੈਸੇ ਭੇਜਦਾ ਸੀ, ਉੱਥੇ ਜ਼ਮੀਨਾਂ ਖਰੀਦੀਆਂ ਜਾਂਦੀਆਂ ਸੀ, ਮਕਾਨ ਬਣਦੇ ਸੀ। ਹੁਣ ਉੱਥੋਂ ਜ਼ਮੀਨਾਂ ਤੇ ਮਕਾਨ ਵੇਚ ਕੇ ਪੈਸਾ ਵਿਦੇਸ਼ਾਂ 'ਚ ਜਾ ਰਿਹਾ ਹੈ, ਚਾਹੇ ਉਹ ਆਸਟ੍ਰੇਲੀਆ ਹੈ, ਚਾਹੇ ਕੈਨੇਡਾ ਹੈ ਜਾਂ ਹੋਰ ਕਿਤੇ ਜਿਹੜੇ ਵਿਦੇਸ਼। ਮਤਲਬ ਪੰਜਾਬ ਜਿਹੜਾ ਹੈ ਉਹ ਇਸ ਤਰੀਕੇ ਤੋਂ ਪੈਸੇ ਤੋਂ ਤਾਂ ਹੌਲਾ ਹੋ ਰਿਹਾ ਹੈ, ਨਾਲ ਆਪਣੀ ਜਵਾਨੀ ਪੱਖੋਂ ਵੀ ਹੱਥਲ ਹੋ ਰਿਹਾ ਹੈ। ਬਹੁਤ ਸਾਰੇ ਪਰਿਵਾਰ, ਸਾਡੇ ਪਰਿਵਾਰਾਂ ਸਮੇਤ ਜਿਹੜੇ ਸਾਡੇ ਸਾਰੇ ਦਾਇਰੇ 'ਚ ਜਿੰਨੇ ਅੱਜ ਕੱਲ੍ਹ ਇੱਕ ਦੋ ਬੱਚੇ ਹੁੰਦੇ ਨੇ ਉਹ ਬਾਹਰ ਨੇ, ਤੇ ਉਹ ਜਿਹੜੇ ਮਾਂ ਪਿਓ ਸਾਰੇ ਉਹ ਕੰਧਾਂ ਨੂੰ ਸੰਭਾਲ ਕੇ ਬੈਠੇ ਹੋਏ ਨੇ, ਕਿਉਂਕਿ ਉਹਨਾਂ ਲਈ ਇਹਨਾਂ ਉਮਰਾਂ ਵਿੱਚ ਆ ਕੇ ਬੱਚਿਆਂ ਕੋਲ ਐਡਜਸਟ ਹੋਣਾ ਵੀ ਔਖਾ ਹੈ ਤੇ ਨਾਲ ਬੱਚੇ ਕਰ ਵੀ ਨਹੀਂ ਸਕਦੇ। ਬੱਚੇ ਤਾਂ ਸਟਰਗਲ ਵਿੱਚ ਨੇ, ਇੱਥੇ ਉਹਨਾਂ ਨੂੰ ਨਾਲ ਨੌਕਰੀਆਂ ਕਰਨੀਆਂ ਪੈਣੀਆਂ ਨੇ, ਮਾਂ ਪਿਓ ਭਾਵੇਂ ਪੈਸੇ ਭੇਜ ਰਹੇ ਨੇ, ਉਹਨਾਂ ਦੇ ਆਪਣੇ ਮਸਲੇ ਨੇ। ਇਸ ਕਰਕੇ ਪੰਜਾਬ ਨੂੰ ਨੁਕਸਾਨ ਹੋ ਰਿਹਾ ਹੈ। ਨਾਲ ਹੀ ਨਾਲ ਇਹ ਮਹਿਸੂਸ ਵੀ ਕਈ ਵਾਰ ਹੁੰਦਾ ਹੈ ਕਿ ਜੇ ਦੂਸਰੇ ਦੇਸ਼
ਵਿਦਿਆਰਥੀਆਂ ਨੂੰ ਐਡਜਸਟ ਕਰਕੇ ਉਹਨਾਂ ਨੂੰ ਨੌਕਰੀਆਂ ਦੇ ਸਕਦੇ ਆ। ਸਾਡੇ ਦੇਸ਼ ਦੇ ਵਿੱਚ ਕਿਉਂ ਨਹੀਂ ਇਸ ਤਰ੍ਹਾਂ ਹੁੰਦਾ, ਕਿਉਂ ਨਹੀਂ ਇਸ ਤਰ੍ਹਾਂ ਸੋਚਿਆ ਜਾਂਦਾ, ਇਹੋ ਜਿਹੇ ਕੋਈ ਸਟੈਪ ਕਿਉਂ ਨਹੀਂ ਲਏ ਜਾਂਦੇ। ਦੂਸਰੀ ਗੱਲ, ਇਹਦੇ ਨਾਲ ਗਲੋਬਲਾਈਜੇਸ਼ਨ ਦੇ ਅਸਰ ਹੇਠ ਇੱਕਦਮ ਹੀ ਜਦੋਂ ਵੱਡੇ ਮਾਲ ਖੁੱਲ ਗਏ, ਸਾਡੇ ਸਾਹਮਣੇ ਚੀਜ਼ਾਂ ਦੇ ਢੇਰ ਪਏ ਹੁੰਦੇ ਆ, ਅਸੀਂ ਬਹੁਤ ਸਾਰਾ ਕੁਝ ਖਰੀਦਦੇ ਆ ਤੇ ਉਹਦੇ ਵਿੱਚੋਂ ਬੇਲੋੜਾ ਵੀ ਚੁੱਕ ਲੈਂਦੇ ਆ, ਕਈ ਵਾਰ ਹੁੰਦਾ। ਤਾਂ ਫਿਰ ਉਹ ਜਦੋਂ ਅਸੀਂ ਜ਼ਿਆਦਾ ਖਰਚ ਕਰਦੇ ਆ ਉਦੋਂ ਜ਼ਿਆਦਾ ਕਮਾਉਣ ਦੀ ਲੋੜ ਪੈਂਦੀ। ਅਸੀਂ ਇੱਕ ਮੰਡੀ ਦੀ ਮਰਜ਼ੀ ਦੀ ਦੌੜ ਵਿੱਚ ਸ਼ਾਮਲ ਹੋ ਜਾਂਦੇ ਉਸ ਬਹਾਨੇ। ਤਾਂ ਉਹ ਚੱਲ ਰਿਹਾ ਉੱਥੇ ਵੀ ਕਿ ਜ਼ਿਆਦਾ ਹੋਰ ਕਮਾਓ, ਜ਼ਿਆਦਾ ਖਰਚ ਕਰੋ, ਉਹ ਸਿਲਸਿਲਾ ਚੱਲ ਰਿਹਾ। ਤੇ ਇਸ ਚਲਦਿਆਂ ਵਿਆਹਾਂ ਦੇ ਵਿੱਚ ਪੰਜਾਬ ਜਿਹੜੇ ਸਾਦੇ ਜਿਹੇ ਵਿਆਹ ਹੁੰਦੇ ਸੀ, ਜੰਝ ਘਰਾਂ 'ਚ ਹੀ ਹੋ ਜਾਂਦੇ ਸੀ, ਉਹ ਵੱਡੇ ਵੱਡੇ ਪੈਲਸਾਂ 'ਚ ਹੋਣ ਲੱਗੇ। ਇੱਕ ਗੀਤ ਵੀ ਮੈਂ ਮਤਲਬ ਉਦਾਹਰਨ ਦਿੱਤੀ ਸੀ ਕਿ ਗਿੱਲ ਰੌਂਤਾ ਦਾ ਗੀਤ ਹੈ ਕਿ ਇੱਕ ਲਾਈਨ ਹੈ ਕਿ 4 ਘੰਟਿਆਂ 'ਚ ਖਾ ਜਾਏ ਪੈਲਸ ਕਿੱਲਾ ਪੈਲੀ ਦਾ। ਜੀ ਤੇ ਜੀ, ਇਹ ਉਹ ਪੈਲੀ ਹੁੰਦੀ ਆ ਜਿਹਦੇ ਇੱਕ ਚੱਪਾ ਕੋਈ ਵੱਢ ਲਵੇ, ਹਾਂਜੀ, ਤਾਂ ਕਿਸਾਨ ਕਤਲ ਹੋ ਜਾਂਦੇ, ਆਪਸ ਕਤਲ ਹੋ ਜਾਂਦੇ, ਫਿਰ ਭਾਵੇਂ ਉਹ ਕਿੱਲਾ ਵੇਚ ਕੇ ਉੱਤੇ ਲਾ ਦੇਣ। ਇਹਦਾ ਮਤਲਬ ਕਿਸਾਨਾਂ ਦੇ ਵਿੱਚ ਮਿੱਟੀ ਦਾ ਮੋਹ ਵੀ ਘਟ ਰਿਹਾ। ਇਹ ਸੋਚਣ ਵਾਲੀ ਗੱਲ ਹੈ ਕਿ ਮਿੱਟੀ ਦਾ ਮੋਹ ਵੀ ਘਟ ਰਿਹਾ, ਕਿਸਾਨਾਂ ਜਿਹੜੀਆਂ ਜ਼ਮੀਨਾਂ ਵੇਚੀ ਜਾ ਰਹੇ ਨੇ। ਮਤਲਬ ਇਹ ਇੱਕ ਬਹੁਤ ਵੱਡੀ ਸੋਚਣ ਵਾਲੀ ਗੱਲ ਹੈ ਕਿ ਜਿਹੜੀ ਜ਼ਮੀਨ ਇੰਨੀ ਪਿਆਰੀ ਸੀ ਕਿਸਾਨ ਨੂੰ, ਉਹ ਕਿਉਂ ਵੇਚੀ ਜਾ ਰਿਹਾ। ਅਸਲ ਜ਼ਮੀਨਾਂ ਥੋੜ੍ਹੀਆਂ ਰਹਿ ਗਈਆਂ ਨੇ, ਉਹਨਾਂ ਦੇ ਗੁਜ਼ਾਰੇ ਵੀ ਨਹੀਂ ਹੁੰਦੇ। ਉੱਤੋਂ ਪੰਜਾਬ ਦੇ ਵਿੱਚ ਕੁਝ ਪਾਲਿਸੀਆਂ ਵੀ ਇਹੋ ਜਿਹੀਆਂ ਸਿਆਸਤ ਦੀਆਂ ਚੱਲੀਆਂ ਕਿ ਜਿਹੜਾ ਸਾਰੇ ਦੇਸ਼ 'ਚੋਂ ਅਮੀਰ ਤੇ ਚੜ੍ਹਦਾ ਸੂਬਾ ਪੰਜਾਬ ਸੀ, ਉਹ ਬਹੁਤ ਥੱਲੇ ਚਲਾ ਗਿਆ। ਜੀ, ਇਹ ਰਤਿੰਦਰ ਜੀ, ਤੁਸੀਂ ਕਿਉਂਕਿ ਅਧਿਆਪਨ ਦਾ ਕਾਰਜ ਵੀ ਕੀਤਾ ਆ, ਫਿਰ ਤੁਸੀਂ ਇੱਕ ਮੈਗਜ਼ੀਨ ਦੀ ਸੰਪਾਦਨਾ ਕਰ ਰਹੇ ਹੋ, ਇੱਕ ਤੁਸੀਂ ਕਵੀ ਵੀ ਹੋ, ਤੁਸੀਂ ਇੱਕ ਜਾਗਰੂਕ ਸ਼ਹਿਰੀ ਵੀ ਹੋ, ਇੱਕ ਇੰਟੈਲੈਕਚੁਅਲ ਵੀ ਹੋ। ਹੁਣ ਤੁਸੀਂ ਕੀ ਦੇਖਦੇ ਹੋ ਕਿ ਜਿਵੇਂ ਮੈਂ ਜੋ ਮਹਿਸੂਸ ਕਰਦਾ, ਪੰਜਾਬ ਦਾ ਕੋਈ ਐਸਾ ਪਿੰਡ ਨਹੀਂ ਰਿਹਾ ਹੋਣਾ ਜਿਹਦੇ ਵਿੱਚੋਂ ਇੱਥੇ ਬੱਚੇ, ਕੁੜੀਆਂ ਜਾਂ ਮੁੰਡੇ ਨਾ ਆਏ ਹੋਣ। ਮੈਨੂੰ ਕੱਲ੍ਹ ਹੀ ਇੱਕ ਦੋਸਤ ਦੱਸ ਰਿਹਾ ਸੀਗਾ, ਉਹ ਆਪਣੇ ਪਿੰਡੋਂ ਜਾ ਕੇ ਆਇਆ, ਉਹ ਕਹਿੰਦਾ ਵੀ ਹੁਣ ਪੋਜੀਸ਼ਨ ਉੱਥੇ ਇਹ ਹੋ ਗਈ ਆ ਕਿ ਮੈਜੋਰਟੀ ਜਿਹੜੇ ਨੌਜਵਾਨ ਆ, ਕੁੜੀਆਂ ਮੁੰਡੇ, ਉਹ ਬਾਹਰ ਆ ਗਏ ਆ, ਖਾਸ ਕਰਕੇ ਕੈਨੇਡਾ ਆ ਗਏ ਆ। ਤੇ ਕਹਿੰਦਾ ਵੀ ਉੱਥੇ ਮੈਂ ਸੋਚ ਰਿਹਾ ਵੀ ਜੇ ਕੋਈ ਮਰ ਜਾਵੇ ਤੇ ਉਹਦਾ ਕਿਰਿਆਕਰਮ ਕੌਣ ਕਰੇਗਾ। ਇਸ ਕਿਸਮ ਦੀ ਸਥਿਤੀ ਜਿਹੜੀ ਆ, ਤੁਸੀਂ ਕੀ ਮਹਿਸੂਸ ਕਰਦੇ ਹੋ ਬਈ ਇਹ ਕੋਈ ਹੱਲ ਇਹਦਾ ਨਿਕਲ ਸਕਦਾ? ਦੇਖੋ, ਮੈਂ ਇਸ ਤਰ੍ਹਾਂ ਤੇ ਨਹੀਂ ਕਹਿ ਸਕਦੀ ਕਿ ਇਹਦਾ ਹੱਲ ਨਿਕਲ ਸਕੇ, ਕਿਉਂਕਿ ਜੋ ਇਸ ਵੇਲੇ ਸਾਨੂੰ ਹਾਲਾਤ ਨਜ਼ਰ ਆ ਰਹੇ ਨੇ ਜੀ, ਆਮ ਲੋਕਾਂ ਨੂੰ ਤੇ ਕੋਈ ਹੱਲ ਨਜ਼ਰ ਨਹੀਂ ਆਉਂਦਾ, ਕਿਉਂਕਿ ਆਮ ਲੋਕਾਂ ਦੇ ਹੱਥ ਵਿੱਚ ਕੁਝ ਨਹੀਂ। ਇਹ ਸਿਆਸਤ ਦੇ ਕੁਝ ਐਸੇ ਪੈਂਤੜੇ ਖੇਡੇ ਜਾਂਦੇ ਨੇ ਕਿ ਜਿਨ੍ਹਾਂ ਦਾ ਨੁਕਸਾਨ ਅਲਟੀਮੇਟਲੀ ਹਰ ਹਾਲ ਹਿੱਲੇ ਪੰਜਾਬ ਨੂੰ ਹੀ ਹੋ ਰਿਹਾ। ਤਾਂ ਸਾਡੇ ਆਮ ਲੋਕਾਂ ਦੇ ਵੱਸ ਵਿੱਚ ਤਾਂ ਇਹੋ ਹੀ ਹੈ ਕਿ ਅਸੀਂ ਆਪਸ ਵਿੱਚ ਜਾਗਰੂਕ ਹੋਈਏ ਤੇ ਇੱਕ ਦੂਜੇ ਨਾਲ ਸਾਂਝੇ ਕਰਦੇ ਰਹੀਏ ਆਪਣੇ ਵਿਚਾਰ, ਜੋ ਅਸੀਂ ਬੋਲ ਸਕਦੇ ਹਾਂ, ਜੋ ਕਰ ਸਕਦੇ ਹਾਂ। ਸਾਡੇ ਹੱਥ ਵਿੱਚ ਤਾਂ ਇੰਨਾ ਹੀ ਰਹਿ ਗਿਆ, ਬਾਕੀ ਤਾਂ ਬਹੁਤੇ ਹੱਥ ਨਹੀਂ, ਸਾਡੇ ਹੱਥ ਵਿੱਚ ਨਹੀਂ ਹੈਗੇ। ਹਾਲਾਤ ਦੀਆਂ ਤੰਦਾਂ ਤਾਂ ਸਿਆਸਤ ਦੇ ਹੱਥ ਵਿੱਚ ਨੇ, ਪਰ ਫਿਰ ਵੀ ਅਸੀਂ ਜਿੰਨਾ ਬੋਲ ਸਕਦੇ ਹਾਂ, ਓਨਾ ਰੌਲਾ ਪਾ ਸਕਦੇ ਹਾਂ, ਉਹਨਾਂ ਤਾਂ ਅਸੀਂ ਪਾ ਰਹੇ ਹਾਂ। ਮੈਂ ਮੈਗਜ਼ੀਨ ਦੇ ਵਿੱਚ ਵੀ ਲਿਖਦੀ ਹਾਂ ਇਹਦੇ ਬਾਰੇ। ਮੇਰੀ ਸੰਪਾਦਕੀ ਹੁੰਦੀ ਹੈ ਹਰ ਵਾਰ ਪਤਨ ਤੋਂ, ਯਾਨੀ ਕਿ ਪਤਨ ਤੇ ਖਲੋਕੇ ਆਉਂਦੀਆਂ ਜਾਂਦੀਆਂ ਕਿਸ਼ਤੀਆਂ ਨੂੰ ਜਿਵੇਂ ਅਸੀਂ ਵੇਖਦੇ ਹਾਂ, ਉਹਦੇ ਵਿੱਚ ਮੈਂ ਜੋ ਵੀ ਹਾਲਾਤ ਹੁੰਦੇ, ਜਿਵੇਂ ਪਿਛਲੀ ਵਾਰ ਮੈਂ ਲਿਖਿਆ ਸੀ ਕਿ ਅੰਗਰੇਜ਼ਾਂ ਨੇ ਪੰਜਾਬ ਵਿੱਚ ਨਹਿਰਾਂ ਦਾ ਜਾਲ ਵਿਛਾਇਆ ਸੀ, ਤੇ ਹੁਣ ਤੁਸੀਂ ਮਹੀਨੇ 2 ਮਹੀਨੇ ਵੇਖੋ, ਕੋਈ ਨਹਿਰ ਟੁੱਟ ਰਹੀ, ਕੋਈ ਸੂਆ ਟੁੱਟ ਰਿਹਾ, ਕੋਈ ਰਜਵਾਹਾ ਟੁੱਟ ਰਿਹਾ। ਤੇ ਮਤਲਬ ਕਿਉਂਕਿ ਸਾਡੇ ਮੇਨਟੇਨ ਨਹੀਂ ਕੀਤਾ ਜਾ ਰਿਹਾ, ਅਸੀਂ ਮੇਨਟੇਨ ਵੀ ਨਹੀਂ ਕਰ ਰਹੇ। ਤੁਸੀਂ ਇਹ ਕਹਿਣਾ ਚਾਹੁੰਦੇ ਹੋ ਮੇਰੇ ਹਿਸਾਬ ਨਾਲ ਬਈ ਸਾਡੇ ਕੋਲ ਬਾਕੀ ਤਾਂ ਸਭ ਕੁਝ ਹੈਗਾ, ਪਰ ਸਾਡੇ ਕੋਲ ਚੰਗਾ ਪ੍ਰਬੰਧ ਨਹੀਂ ਹੈ। ਬਿਲਕੁਲ ਨਹੀਂ, ਚੰਗਾ ਨਿਜ਼ਾਮ ਜਿਹੜਾ ਜੀ ਉਹ ਅਸੀਂ ਨਹੀਂ ਸਿਰਜ ਸਕੇ। ਤੇ ਉਹਦੇ ਕਰਕੇ ਹੀ ਹੁਣ ਜਿੱਦਾਂ ਮੈਂ ਗੱਲ ਕੀਤੀ ਆ ਕਿ ਛੋਟੇ ਤੋਂ ਛੋਟਾ ਪਿੰਡ ਜਿਹੜਾ ਹੈਗਾ ਜੀ, ਬਾਰਡਰ ਦਾ ਪਿੰਡ ਵੀ ਆ, ਬੈਕਵਰਡ ਹੀ ਆ, ਉੱਥੋਂ ਵੀ ਜਿਹੜੇ ਬੱਚੇ ਆ ਉਹ ਇੱਥੇ ਆ ਗਏ ਆ। ਇੱਥੇ ਆ ਕੇ ਵੀ ਦੇਖੋ, ਇੱਕ ਸਟੂਡੈਂਟ ਜਿਹੜਾ ਉਹ 15-16 ਲੱਖ ਰੁਪਈਆ ਇੱਥੇ ਨਾਲ ਲੈ ਕੇ ਆਉਂਦਾ ਹੈਗਾ। ਫਿਰ ਉਹ ਮਾਪਿਆਂ ਕੋਲੋਂ ਵੀ ਕੁਛ ਮਤਲਬ ਜਿਹੜੇ ਪੂੰਜੀ ਲੈ ਕੇ ਆਉਂਦੇ ਹੈਗੇ ਆ, ਤੇ ਉਹ ਪੂੰਜੀ ਜਿਹੜੀ ਆ ਉੱਥੇ ਝੱਟ ਮੁੱਕ ਜਾਂਦੀ ਆ, ਕਿਉਂਕਿ ਇਸ ਵੇਲੇ ਅਪਰੋਕਸੀਮੇਟਲੀ ਜਿਹੜਾ ਕੈਨੇਡੀਅਨ ਡਾਲਰ ਆ ਉਹ 60 ਰੁਪਈਆਂ ਦਾ ਆ। ਤੇ ਜੇ ਉੱਥੋਂ 60 ਰੁਪਈਏ ਲਿਆਏਗਾ ਕੋਈ ਤੇ 1 ਰੁਪਈਆ ਬਣਨਾ ਹੈਗਾ। ਤੇ ਮਹਿੰਗਾਈ ਜਿਹੜੀ ਆ ਉਹ ਕੈਨੇਡਾ ਵਿੱਚ ਵੀ ਹੈਗੀ ਆ, ਜਿਹੜੀ ਜ਼ਿੰਦਗੀ ਆ ਉਹ ਔਖੀ ਇੱਥੇ ਵੀ ਹੈਗੀ ਆ ਕਿ ਕਿਰਾਏ ਜਿਹੜੇ ਆ ਜੀ ਉਹ 4-5 ਸਾਲਾਂ ਦੇ ਵਿੱਚ ਇੰਨੇ ਵੱਧ ਗਏ ਆ ਕਿ ਅਫੋਰਡੇਬਿਲਟੀ ਜਿਹੜੀ ਆ ਉਹ ਬਹੁਤ ਘਟ ਗਈ ਆ। ਸੋ ਇਹ ਤੁਸੀਂ ਦਰੁਸਤ ਕਹਿ ਰਹੇ ਆ ਬਈ ਪ੍ਰਬੰਧ ਠੀਕ ਹੋਣਾ ਚਾਹੀਦਾ। ਹੁਣ ਦੇਖੋ,
ਇੱਥੇ ਕਿਉਂ ਇੱਧਰ ਨੂੰ ਲੋਕ ਆਉਂਦੇ ਹੈਗੇ ਆ, ਕਿਉਂਕਿ ਉਹ ਕਹਿੰਦੇ ਆ ਜੀ ਬਾਕੀ ਗੱਲਾਂ ਤੁਸੀਂ ਛੱਡੋ, ਇੱਥੇ ਰੂਲ ਆਫ ਲਾ ਹੈਗਾ, ਇੱਥੇ ਕਾਨੂੰਨ ਦੇ ਮੁਤਾਬਕ ਚੱਲ ਰਿਹਾ ਹੈਗਾ ਕਿ ਵੀ ਕੋਈ ਜਿਹੜਾ ਤੁਹਾਡੇ ਕੋਲ ਕੋਈ ਅਵੱਗਿਆ ਹੁੰਦੀ ਆ ਟ੍ਰੈਫਿਕ ਦੀ, ਤੇ ਤੁਸੀਂ ਉੱਥੇ ਇੰਡੀਆ ਵਾਂਗੂ ਫੋਨ ਜਿਹੜਾ ਨਾ ਕਿਸੇ ਡੀਐਸਪੀ ਨੂੰ ਜਾਂ ਰਿਸ਼ਤੇਦਾਰ ਨੂੰ ਨਹੀਂ ਕਰ ਸਕਦੇ। ਜਿਹੜਾ ਸਾਹਮਣੇ ਖੜਾ ਆ ਉਹ ਭਾਵੇਂ ਤੁਹਾਡਾ ਰਿਸ਼ਤੇਦਾਰ ਵੀ ਹੋਵੇ, ਉਹਨੇ ਆਪਣੀ ਡਿਊਟੀ ਦੇ ਤੌਰ ਤੇ ਕਹਿਣਾ ਵੀ ਆਹ ਭਾਈ ਟਿਕਟ ਲੈ ਤੇ ਫਲਾਣੇ ਦਿਨ ਤੈਨੂੰ ਭੁਗਤਣਾ ਪੈਣਾ ਹੈਗਾ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਜੀ ਉਹ ਤੁਸੀਂ ਵੀ ਵੇਖੀਆਂ ਹੋਣਗੀਆਂ। ਬਿਲਕੁਲ ਬਿਲਕੁਲ। ਔਰ ਇੱਕ ਜੀ ਜਿਹੜੇ ਕਾਨਫਰੰਸ ਦੇ ਸੰਬੰਧ 'ਚ ਮੈਂ ਤੁਹਾਡੇ ਤੋਂ ਸਵਾਲ ਕਰਨਾ ਚਾਹਾਂਗਾ ਕਿ ਇਹ ਕਿਹਾ ਜਾਂਦਾ ਵੀ ਜਿਹੜੇ ਡੈਲੀਗੇਟ ਇੰਡੀਆ ਤੋਂ ਸੱਦੇ ਜਾਂਦੇ ਆ ਉਹਨਾਂ ਨੂੰ ਕਈ ਲਾਲਚ ਦਿੱਤੇ ਜਾਂਦੇ ਆ ਕਿ ਅਸੀਂ ਤੁਹਾਨੂੰ ਇੱਥੇ ਪੱਕਾ ਕਰਾ ਦਾਂਗੇ। ਕਈਆਂ ਨੂੰ ਕਿਹਾ ਜਾਂਦਾ ਵੀ ਤੁਸੀਂ ਅਸੀਂ ਇੰਨੇ ਹਜ਼ਾਰ ਦੀ ਮੈਂਬਰਸ਼ਿਪ ਜਮ੍ਹਾਂ ਕਰਾਓ। ਸੋ ਇਸ ਕਿਸਮ ਦੀ ਕੋਈ ਇਸ ਕਾਨਫਰੰਸ ਵਾਲਿਆਂ ਨੇ ਵੀ ਤੁਹਾਡੇ ਨਾਲ ਕੋਈ ਗੱਲਬਾਤ ਕੀਤੀ? ਨਹੀਂ ਜੀ, ਮੈਨੂੰ ਤਾਂ ਕੋਈ ਇਹੋ ਜਿਹਾ ਤਜਰਬਾ ਨਹੀਂ। ਮੈਂ ਤਾਂ ਪਹਿਲਾਂ ਵੀ ਕਾਨਫਰੰਸ ਅਟੈਂਡ ਕੀਤੀ, ਹੁਣ ਵੀ ਨਾ ਸਾਨੂੰ ਕਿਸੇ ਨੇ ਕਿਹਾ ਤਾਂ ਨਾ ਕੋਈ ਇਹੋ ਜਿਹੀ ਅਫਵਾਹ ਹੀ ਅਸੀਂ ਸੁਣੀ ਆਪਣੇ ਵੱਲੋਂ। ਸਾਨੂੰ ਤਾਂ ਬੜੇ ਪੋਜ਼ਿਟਿਵ ਮਾਹੌਲ ਦੇ ਵਿੱਚ ਆਏ ਆ ਤੇ ਬੁਲਾਇਆ ਗਿਆ ਤਾਂ ਚੰਗਾ ਲੱਗਾ। ਕੋਈ ਇਹੋ ਜਿਹੀ ਕੋਈ ਗੱਲ ਨਹੀਂ ਹੈ ਇਸ ਕਾਨਫਰੰਸ। ਮਤਲਬ ਇਹ ਆਮ ਕਿਹਾ ਜਾਂਦਾ ਵੀ ਜੀ ਕਾਨਫਰੰਸਾਂ ਜਿਹੜੀਆਂ ਉਹਨਾਂ ਦੇ ਸੁਣਿਆ ਹੈ ਜੀ, ਸੁਣਿਆ ਅਸੀਂ ਵੀ ਹੈ, ਹੁੰਦਾ ਹੈਗਾ, ਪਰ ਸਾਡਾ ਕੋਈ ਤਜਰਬਾ ਨਹੀਂ ਇਸ ਇਹਦਾ ਮਤਲਬ ਇਹ ਆ ਕਿ ਜਿਹੜੀ ਕਾਨਫਰੰਸ 'ਚ ਤੁਸੀਂ ਆਏ ਹੋ ਉਹਨਾਂ ਦੇ ਕੋਲ ਇਦਾਂ ਦੀ ਕੋਈ ਪਾਲਿਸੀ ਜਿਹੜੀ ਆ ਉਹ ਹੈ ਨਹੀਂ। ਬਿਲਕੁਲ ਨਹੀਂ ਜੀ, ਬਿਲਕੁਲ ਨਹੀਂ। ਤੇ ਜਿਹੜੀ ਪਹਿਲੀ ਗੱਲ ਆਪਾਂ ਕਰ ਰਹੇ ਸੀਗੇ ਇੱਧਰ ਨੂੰ ਵਹੀਰਾਂ ਘੱਤਣ ਦੀ ਜੀ, ਉਹ ਇਹੀ ਆ ਕਿ ਫਿਰ ਉਸੇ ਪ੍ਰਬੰਧ ਨਾਲ ਗੱਲ ਜੁੜ ਜਾਂਦੀ ਆ। 1930 ਦੇ ਵਿੱਚ ਅਸੀਂ ਕਈ ਵਾਰੀ ਗੱਲ ਕੀਤੀ ਆ, ਸਾਡੇ ਪ੍ਰਸਿੱਧ ਨਾਵਲਕਾਰ ਜਿਹੜੇ ਆ ਲੇਖਕ ਤੇ ਜਿਨ੍ਹਾਂ ਨੇ ਮਲਕੀ ਕੀਮਾ ਵਰਗੀਆਂ ਰਚਨਾਵਾਂ ਕੀਤੀਆਂ, ਉਹਨਾਂ ਨੇ 1930 ਵਿੱਚ ਕਿਹਾ ਸੀਗਾ ਕਿ ਜੇਕਰ ਰਜਵੀਂ ਰੋਟੀ ਮੈਨੂੰ ਦਿੰਦਾ ਮੇਰਾ ਦੇਸ਼, ਮੈਂ ਕਿਉਂ ਜਾਂਦਾ ਪਰਦੇਸ। ਬਿਲਕੁਲ। ਸੋ ਇਹ ਲੰਮੀਆਂ ਗੱਲਾਂ ਨੇ ਰਤਿੰਦਰ ਜੀ, ਜਿਉਂ-ਜਿਉਂ ਅਸੀਂ ਪਰਤਾਂ ਖੋਲ੍ਹਦੇ ਜਾਵਾਂਗੇ ਇਹ ਗੰਢੇ ਵਾਂਗੂ ਜਾਂ ਜਿਹੜੀ ਪੱਤ ਗੋਭੀ ਹੁੰਦੀ ਆ ਉਹਦੇ ਵਾਂਗੂ ਹੋਰ ਤਹਿਾਂ ਨਿਕਲਦੀਆਂ ਆਉਣੀਆਂ। ਤੇ ਮੈਂ ਚਾਹਾਂਗਾ ਜੀ ਤੁਸੀਂ ਦਰਸ਼ਕਾਂ ਨਾਲ ਕੋਈ ਆਪਣੀ ਰਚਨਾ ਸਾਂਝੀ ਕਰੋ। ਮੈਂ ਇਸ ਵੇਲੇ ਆਪਣੀ ਰਚਨਾ ਜਿਹੜੀ ਅਸੀਂ ਗੱਲ ਕਰ ਰਹੇ ਆ ਵਿਸ਼ਵੀਕਰਨ ਦੇ ਅਸਰ ਦੀ ਜੀ, ਉਹ ਜਦੋਂ ਇਹ 8-10 ਸਾਲ ਪਹਿਲਾਂ ਸ਼ੁਰੂ ਹੋਈ ਸੀ ਵਿਸ਼ਵੀਕਰਨ ਤੇ ਇਹਦੇ ਅਸਰ ਦੇ ਬੇਚੈਨੀ ਨਾਲ ਜੋ ਮੈਂ ਮਹਿਸੂਸ ਕੀਤਾ ਸੀ, ਇੱਕ ਛੋਟੀ ਜਿਹੀ ਕਵਿਤਾ ਉਸ ਸੰਬੰਧ ਵਿੱਚ ਹੈ ਕਿ ਇਰਸ਼ਾਦ। ਸ਼ੁਕਰੀਆ ਜੀ। ਇਹਦਾ ਕਿ ਤੁਰ ਪਏ ਹਾਂ ਗੋਲ ਪਿੰਡ ਬਣਾਉਣ ਲਈ, ਕਿ ਗਲੋਬ ਦੀ ਤਰ੍ਹਾਂ ਮੇਰੇ ਮਾਈਂਡ 'ਚ ਗਲੋਬ ਸੀ। ਤੁਰ ਪਏ ਹਾਂ ਗੋਲ ਪਿੰਡ ਬਣਾਉਣ ਲਈ, ਆਪਣੇ ਸਾਰੇ ਸੰਦ ਉਸ ਦੀ ਝੋਲ ਪਾਉਣ ਲਈ। ਇੱਕ ਤਰੀਕੇ ਨਾਲ ਸਾਡੇ ਸਾਰੇ ਹੁਨਰ, ਸਾਡੀਆਂ ਕਲਾਵਾਂ ਵਿਸ਼ਵੀਕਰਨ ਦੇ ਮੰਡੀ ਦੇ ਹੱਥ ਵਿੱਚ ਨੇ ਤੇ ਉਹ ਸਾਡੇ ਹੀ ਕਲਾ ਨੂੰ, ਸਾਡੇ ਹੀ ਹੱਥਾਂ ਦੇ ਕੰਮ ਨੂੰ ਵੇਚ ਕੇ ਸਾਨੂੰ ਹੀ ਵੇਚ ਰਿਹਾ ਮਹਿੰਗੇ ਪੁੱਲ ਤੇ। ਤੁਰ ਪਏ ਹਾਂ ਗੋਲ ਪਿੰਡ ਬਣਾਉਣ ਲਈ, ਆਪਣੇ ਸਾਰੇ ਸੰਦ ਉਸ ਦੀ ਝੋਲ ਪਾਉਣ ਲਈ। ਤਿਰਛੀ ਨਜ਼ਰ ਤੇ ਤਰ ਹਵਾਵਾਂ ਦਰ ਤੇ ਆ ਗਈਆਂ, ਖੇਤਾਂ ਦੇ ਸੁਪਨੇ ਪੀਸ ਕੇ ਸੁਰਮਾ ਬਣਾਉਣ ਲਈ। ਮੇਰੇ ਮਨ ਵਿੱਚ ਕਿ ਇਹ ਬਾਅਦ ਵਿੱਚ ਹੋਇਆ, ਕਿਸਾਨੀ ਅੰਦੋਲਨ ਬਾਅਦ 'ਚ ਹੋਇਆ, ਲੇਕਿਨ ਇਹ ਪਹਿਲਾਂ ਦਿਸ ਰਿਹਾ ਸੀ ਖੁਦਕਸ਼ੀਆਂ ਦੀ ਫਸਲ ਉੱਗ ਰਹੀ ਸੀ ਜਦੋਂ। ਠੀਕ ਹੈ। ਤਿਰਛੀ ਨਜ਼ਰ ਤੇ ਤਰ ਹਵਾਵਾਂ ਦਰ ਤੇ ਆ ਗਈਆਂ, ਖੇਤਾਂ ਦੇ ਸੁਪਨੇ ਪੀਸ ਕੇ ਸੁਰਮਾ ਬਣਾਉਣ ਲਈ। ਸੁਪਨੇ ਸਾਡੇ ਕੋਲ ਮੰਡੀ ਨੇ ਬਣਾ ਲੈ ਰੰਗ, ਚਾਵਾਂ ਵਿੱਚ ਸਾਰੇ ਅਸੀਂ ਹਾਂ ਰੰਗ ਪਵਾਉਣ ਲਈ। ਤੇ ਪਾਟੇ ਹੋਏ ਬੋਝਿਆਂ ਚੋਂ ਆਸਾਂ ਕਿਰਦੀਆਂ, ਲੈ ਗਿਆ ਬਾਜ਼ਾਰ ਸ਼ੀਸ਼ੇ ਵਿੱਚ ਸਜਾਉਣ ਲਈ। ਤੇ ਇੱਕ ਰੋਜ਼ ਜ਼ਿੰਦਗੀ ਤੂੰ ਸਾਡੇ ਵੇੜੇ ਆ ਤਾਂ ਸਹੀ, ਇੱਕ ਰੋਜ਼ ਜ਼ਿੰਦਗੀ ਤੂੰ ਸਾਡੇ ਵੇੜੇ ਆ ਤਾਂ ਸਹੀ। ਡਾਢੇ ਉਦਾਸ ਬੀਜਾਂ ਨੂੰ ਫਿਰ ਤੋਂ ਮਨਾਉਣ ਲਈ ਜੀ। ਇਹ ਹਵਾ ਕੁਝ ਮੇਰੇ ਅੰਦਰ ਮੈਨੂੰ ਰਹਿਣ ਦੇ, ਇਹ ਹਵਾ ਕੁਝ ਮੇਰੇ ਅੰਦਰ ਮੈਨੂੰ ਰਹਿਣ ਦੇ। ਕੁੱਲ ਨਾ ਜਾਵਾਂ ਸਾਰੀ ਤੇਰੇ ਨਾਲ ਆਉਣ ਲਈ। ਵਾਹ। ਤੁਰ ਪਏ ਹਾਂ ਗੋਲ ਪਿੰਡ ਬਣਾਉਣ ਲਈ, ਆਪਣੇ ਸਾਰੇ ਸੰਦ ਉਸ ਦੀ ਝੋਲ ਪਾਉਣ ਲਈ। ਮਤਲਬ ਕਿ ਬੜਾ ਵਧੀਆ ਤੁਸੀਂ ਪੇਸ਼ਕਾਰੀ ਕੀਤੀ ਆ ਕਿ ਗਲੋਬਲੀ ਜਿਹੜਾ ਆ, ਕਿਉਂਕਿ ਗਲੋਬ ਨਾਲ ਸੰਬੰਧਿਤ ਆ, ਗਲੋਬ ਸਾਡੀ ਧਰਤੀ ਗੋਲ ਹੈਗੀ ਆ ਤੇ ਗਲੋਬ ਜਿਹੜਾ ਗਲੋਬਲ ਪਿੰਡ ਆ ਵੀ ਉਹ ਗੋਲ ਪਿੰਡ ਬਣਾਉਣ ਲਈ ਅਸੀਂ ਚੱਲੇ ਆ। ਤੇ ਇਹ ਤੁਸੀਂ ਬਹੁਤ ਖੂਬਸੂਰਤ ਗੱਲ ਕੀਤੀ ਆ। ਤੇ ਮੁੜ ਕੇ ਅਸੀਂ ਫਿਰ ਜਿਹੜਾ ਪਹਿਲਾ ਹੈ ਸਵਾਲ ਕਿ ਜਿਸ ਮਕਸਦ ਲਈ ਤੁਸੀਂ ਕੈਨੇਡਾ ਆਏ ਸੀਗੇ
ਉਹ ਇਹ ਆ ਕਿ ਇਹ ਜਿਹੜੀਆਂ ਕਾਨਫਰੰਸਿਸ ਹੁੰਦੀਆਂ ਹੈਗੀਆਂ, ਇਹਨਾਂ ਦੀ ਕੋਈ ਸਾਰਥਕਤਾ ਤੁਹਾਨੂੰ ਨਜ਼ਰ ਆਉਂਦੀ ਆ ਕਿ ਇਹਨਾਂ ਦਾ ਕੋਈ ਯੋਗਦਾਨ ਆਪਣੀ ਭਾਸ਼ਾ ਵਾਸਤੇ, ਆਪਣੇ ਲਿਟਰੇਚਰ ਵਾਸਤੇ, ਆਪਣੇ ਕਲਚਰ ਵਾਸਤੇ, ਜਾਂ ਕੋਈ ਜਿਹੜੇ ਨਵੇਂ ਲੇਖਕ ਨੇ ਉਹਨਾਂ ਨੂੰ ਉਤਸ਼ਾਹਿਤ ਕਰਨ ਲਈ, ਉਹਨਾਂ ਦਾ ਨਿਰਣਾ ਕਰਨ ਲਈ ਕੋਈ ਇਹਨਾਂ ਦਾ ਯੋਗਦਾਨ, ਕੋਈ ਇਹਨਾਂ ਦੀ ਕੰਟਰੀਬਿਊਸ਼ਨ, ਕੋਈ ਇਹਨਾਂ ਦੀ ਸਾਰਥਕਤਾ ਤੁਹਾਨੂੰ ਕਿਵੇਂ ਨਜ਼ਰ ਆਉਂਦੀ ਹੈਗੀ ਆ? ਜਿੰਨੀਆਂ ਤੁਸੀਂ ਗੱਲਾਂ ਕਹੀਆਂ, ਮੈਨੂੰ ਇਹਨਾਂ ਸਾਰਿਆਂ ਹੀ ਖੇਤਰਾਂ ਵਿੱਚ, ਸਾਰੀਆਂ ਦਿਸ਼ਾਵਾਂ ਵਿੱਚ ਸਾਰਥਕ ਨਜ਼ਰ ਆਉਂਦੀ ਹੈ ਜੀ। ਕਿ ਇੱਕ ਪਹਿਲੀ ਤੇ ਗੱਲ ਹੈ ਕਿ ਸਾਡਾ ਕੁਝ ਪੰਜਾਬ ਆਪਣੀ ਮਾਂ ਬੋਲੀ ਨੂੰ ਕਾਇਮ ਰੱਖਣ ਵਾਸਤੇ ਹੁੰਗਾਰਾ ਦਿੰਦੇ ਰਹਿਣਾ ਜੀ। ਦੂਸਰਾ, ਅਸੀਂ ਵਿਸ਼ਵ ਦੇ ਮਸਲੇ ਲੈਣੇ, ਆਪਣੀ ਭਾਸ਼ਾ ਦੇ ਮਸਲੇ ਲੈਣੇ, ਆਪਣੇ ਲੋਕਾਂ ਦੇ ਮਸਲੇ ਲੈਣੇ, ਉਹਨਾਂ ਬਾਰੇ ਸੰਵਾਦ ਰਚਾਉਣਾ, ਇਹ ਬਹੁਤ ਜ਼ਰੂਰੀ ਹੈ ਤੇ ਚੱਲ ਰਿਹਾ ਹੈ ਨਾ। ਨਾਲ ਨਾਲ ਨਵੀਆਂ ਕਲਮਾਂ ਨੂੰ ਜੋੜਨਾ, ਪੁਰਾਣਿਆਂ ਨੂੰ ਉਤਸ਼ਾਹ ਦਿੰਦੇ ਰਹਿਣਾ ਕਿ ਉਹ ਕਾਇਮ ਰਹਿਣ, ਉਹ ਜੁੜੇ ਰਹਿਣ ਮਾਂ ਬੋਲੀ ਨਾਲ, ਆਪਣੇ ਸਰੋਕਾਰਾਂ ਨਾਲ, ਤੇ ਉਹ ਸਾਰਾ ਕੁਝ ਹੀ ਜੋ ਸਮਾਜ ਦੇ ਫਿਕਰ ਨਾਲ ਜੁੜੇ ਰਹਿਣਾ, ਸੱਭਿਆਚਾਰ ਨਾਲ ਜੁੜੇ ਰਹਿਣਾ, ਇਹ ਸਾਰੇ ਹੀ ਕੰਮ ਇਹ ਕਾਨਫਰੰਸ ਤੁਹਾਡੀ ਕਰ ਰਹੀ ਹੈ। ਇੱਕ ਜੀ ਪੰਜਾਬ ਦੇ ਜਿਹੜੇ ਸਿੱਖਿਆ ਦਾ ਢਾਂਚਾ ਆ, ਕਿਉਂਕਿ ਤੁਸੀਂ, ਮੈਂ ਇਹ ਗੱਲ ਤੁਹਾਡੇ ਨਾਲ ਤਾਂ ਸਾਂਝੀ ਕਰ ਰਿਹਾ ਕਿ ਤੁਸੀਂ ਇਹਦੇ ਨਾਲ ਜੁੜੇ ਰਹੇ ਹੋ ਜੀ। ਕਹਿੰਦੇ ਆ ਜੀ ਕਿ ਜਿਵੇਂ ਤੁਸੀਂ ਪੜ੍ਹਦੇ ਸੀਗੇ ਤੇ ਤੁਹਾਡਾ ਜਿਹੜਾ ਸਿੱਖਣ ਦਾ ਪੱਧਰ ਸੀਗਾ, ਜਾਂ ਜੋ ਤੁਸੀਂ ਭਾਸ਼ਾ ਨੂੰ ਸਮਝਦੇ ਸੀਗੇ, ਲਿਖਦੇ ਸੀਗੇ, ਜੀ। ਤਾਂ ਉਹਦੇ ਵਿੱਚ ਕੋਈ ਕਾਣ ਨਹੀਂ ਹੁੰਦੀ ਸੀਗੀ। ਪਰੰਤੂ ਹੁਣ ਜਿਹੜੇ ਵਿਦਿਆਰਥੀ ਆ, ਇਹ ਕਹਿੰਦੇ ਜੀ ਮਤਲਬ ਬੜੇ ਦੁੱਖ ਨਾਲ ਕਹਿਣਾ ਪੈਂਦਾ ਕਿ ਉਹਨਾਂ ਨੂੰ ਪੂਰੇ 41 ਅੱਖਰ ਜਿਹੜੇ ਹੈਗੇ ਆ ਜੀ, ਉਹਨਾਂ ਦੀ ਵੀ ਪਛਾਣ ਨਹੀਂ ਆਉਂਦੀ ਗੁਰਮੁਖੀ ਲਿਪੀ ਦੀ। ਤੇ ਨਾਲ ਦੀ ਨਾਲ ਕਹਿੰਦੇ ਆ ਜੀ ਇਹ ਉਲਾਮਾ ਦਿੱਤਾ ਜਾਂਦਾ ਕਿ 10ਵੀਂ ਪਾਸ ਕਰ ਜਾਂਦਾ ਵਿਦਿਆਰਥੀ, ਕੁੜੀ ਹੋਏ ਜਾਂ ਮੁੰਡਾ, ਭਈ ਉਹ ਇੱਕ ਅਰਜੀ ਵੀ ਜਿਹੜੀ ਆ ਨਹੀਂ ਲਿਖ ਸਕਦੇ। ਕੀ ਇਹ ਗੱਲਾਂ ਸੱਚ ਨੇ? ਇਹ ਬਿਲਕੁਲ ਸੱਚ ਨੇ ਜੀ। ਮੈਂ ਸਾਇੰਸ ਪੜ੍ਹਾਉਂਦੀ ਰਹੀ ਹਾਂ ਹਾਂਜੀ। ਤੇ ਮੇਰੇ ਕੋਲ 6ਵੀਂ ਜਿਹੜੇ ਬੱਚੇ ਆਉਂਦੇ ਸੀ, ਉਹਨਾਂ ਨੂੰ ਊੜਾ ਨਹੀਂ ਸੀ ਆਉਂਦਾ, ਕਿਉਂਕਿ ਇਹ ਸਰਕਾਰ ਦੀ ਪਾਲਿਸੀ ਬਣ ਗਈ ਕਿ 5ਵੀਂ ਤੱਕ ਫੇਲ ਨਹੀਂ ਕਰਨਾ। ਜਦੋਂ ਫੇਲ ਨਹੀਂ ਕਰਨਾ ਤਾਂ ਦੂਜੀ ਗੱਲ, ਅਧਿਆਪਕਾਂ ਦੀਆਂ ਪੋਸਟਾਂ ਕਾਇਮ ਰੱਖਣ ਲਈ ਉਹਨਾਂ ਨੂੰ ਬੱਚਿਆਂ ਦੀ ਗਿਣਤੀ ਵੀ ਓਨੀ ਰੱਖਣੀ ਪੈਂਦੀ ਸੀ। ਇਸ ਕਰਕੇ ਉਹ ਫੇਲ ਹੀ ਨਹੀਂ ਸੀ ਕਰਦੇ। ਸਗੋਂ ਇਹ ਵੀ ਹੁੰਦਾ ਸੀ ਕਿ ਕਈ ਬੱਚਿਆਂ ਦੇ ਨਾਂ 2-2 3-3 ਸਕੂਲਾਂ 'ਚ ਵੀ ਲਿਖੇ ਰਹਿੰਦੇ ਸੀ। ਮੇਰੇ ਕੋਲ 6ਵੀਂ ਜਿਹੜੇ ਬੱਚੇ ਹੁੰਦੇ ਸੀ, ਕਿਉਂਕਿ ਮੈਂ ਸਾਇੰਸ ਪੜ੍ਹਾਉਣੀ ਸੀ, ਪਹਿਲਾਂ ਮੈਂ ਉਹਨਾਂ ਨੂੰ ਕੁਝ ਦਿਨ ਊੜਾ ਸਿਖਾ ਕੇ ਮੈਂ ਉਹਨਾਂ ਨੂੰ ਜੋੜ ਸਿਖਾਉਂਦੀ ਸੀ। ਉਦੋਂ 10 ਛੁੱਟੀਆਂ ਵਾਢੀ ਦੀਆਂ ਹੋਇਆ ਕਰਦੀਆਂ ਸੀ, ਤੇ ਮੈਂ ਘਰ ਬੁਲਾ ਕੇ ਇੰਨੇ ਦਿਨਾਂ 'ਚ ਉਹਨਾਂ ਨੂੰ, ਜਿਹੜੇ ਬਹੁਤ ਕਮਜ਼ੋਰ, ਉਹਨਾਂ ਨੂੰ ਪੰਜਾਬੀ ਲਿਖਣੀ ਸਿਖਾਉਣੀ, ਪੜ੍ਹਨੀ ਸਿਖਾਉਣੀ। ਤਾਂ ਇਹ ਫਿਰ ਚੱਲਦਾ ਰਿਹਾ, ਪਰ ਸਾਰੇ ਜਣੇ ਇਸ ਤਰ੍ਹਾਂ ਨਹੀਂ ਕਰਦੇ। ਤਾਂ ਇਹ ਗੱਲ ਸੱਚੀ ਹੈ ਕਿ 10ਵੀਂ ਤੱਕ ਛੱਡ ਕੇ ਤੁਸੀਂ 12ਵੀਂ ਤੱਕ ਵੀ ਕਹਿ ਲਓ ਤਾਂ ਉਹਨਾਂ ਨੂੰ ਲਿਖਣਾ ਨਹੀਂ ਆਉਂਦਾ, ਕਿਉਂਕਿ ਉਹਨਾਂ ਦਾ ਬੇਸ ਹੀ ਨਹੀਂ ਹੁੰਦਾ ਆਪਣੀ ਮਾਤ ਭਾਸ਼ਾ ਦੇ ਵਿੱਚ ਜੀ। ਤਾਂ ਇਹ ਕਮਜ਼ੋਰੀ ਜਿਹੜੀ ਹੈ ਇਹ ਸਿਆਸੀ ਫੈਸਲਿਆਂ ਕਾਰਨ ਆਈ ਹੈ, ਤੇ ਨਾਲ ਅਧਿਆਪਕ ਵੀ ਇਹਦੇ ਇਸ ਤਰ੍ਹਾਂ ਹਿੱਸੇਦਾਰ ਬਣ ਗਏ ਕਿ ਉਹਨਾਂ ਨੇ ਆਪਣੀਆਂ ਨੌਕਰੀਆਂ ਕਾਇਮ ਰੱਖਣੀਆਂ ਸੀ, ਤੇ ਉਹ ਬੱਚਿਆਂ ਨੂੰ, ਪਰ ਇਹ ਅਫਸੋਸ ਹੈ ਕਿ ਬੱਚਿਆਂ ਨੂੰ ਪੜ੍ਹਾਇਆ ਨਹੀਂ ਜਾਂਦਾ। ਮੇਰੇ ਇਸ ਤਰ੍ਹਾਂ ਦੇ ਉਦਾਹਰਣ ਵੀ ਮੈਨੂੰ ਯਾਦ ਹੈ ਕਿ ਇੱਕ ਵਾਰ ਇੱਕ ਲੜਕਾ ਆਇਆ 6ਵੀਂ ਸਾਡੇ ਸਕੂਲ ਦਾਖਲ ਹੋਣ, ਤਾਂ ਉਹਨੂੰ ਕੁਛ ਵੀ ਨਹੀਂ ਸੀ ਆਉਂਦਾ, ਬਿਲਕੁਲ। ਉਹ ਪਤਾ ਨਹੀਂ ਕਿਤੇ ਕੰਮ ਕਰਦਾ ਸੀ। ਅੱਛਾ। ਉਹ 2 ਸਕੂਲਾਂ 'ਚ ਦਾਖਲ ਸੀ ਜੀ, ਤੇ ਉਹ ਕੰਮ ਕਰਦਾ ਸੀ। ਕਿਸੇ ਨੇ ਜਾ ਕੇ ਕਹਿਤਾ ਤੂੰ ਤੇ 5ਵੀਂ 'ਚੋਂ ਪਾਸ ਹੋ ਗਿਆ ਫਲਾਣੇ ਸਕੂਲ। ਉਹ ਉੱਥੋਂ ਸਰਟੀਫਿਕੇਟ ਲੈ ਕੇ ਸਾਡੇ ਕੋਲ ਆ ਗਿਆ ਦਾਖਲ ਹੋਣ। ਮਤਲਬ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਉਦਾਹਰਨਾਂ ਹੁੰਦੀਆਂ ਨੇ। ਜਿਹੜੇ ਸਿਆਸੀ ਫੈਸਲੇ ਨਾ ਕਿ ਅਧਿਆਪਕਾਂ ਦੀਆਂ ਪੋਸਟਾਂ ਤਦ ਕਾਇਮ ਰਹਿਣਗੀਆਂ ਜੇ ਬੱਚੇ ਇੰਨੇ ਗਿਣਤੀ ਹੋਣਗੇ, ਲੇਕਿਨ ਬੱਚੇ ਹੁੰਦੇ ਨਹੀਂ, ਕਿਉਂਕਿ ਪ੍ਰਾਈਵੇਟ ਸਕੂਲ ਖੋਲ੍ਹਣ ਕਰਕੇ ਸਾਡੇ ਵਿੱਚ ਜਿਹੜਾ ਅੰਗਰੇਜ਼ੀ ਦਾ ਮੋਹ ਹੈ, ਉਹਨੇ ਅੰਗਰੇਜ਼ੀ ਸਕੂਲ 10-10 ਰੁਪਏ ਫੀਸ ਵਾਲੇ ਗਲੀਆਂ ਵਿੱਚ ਵੀ ਖੋਲ੍ਹ ਦਿੱਤੇ। ਉਹਦੇ ਨਾਲ ਸਾਰੇ ਲੋਕ ਉੱਥੇ ਬੱਚੇ ਭੇਜਣ ਲੱਗ ਪਏ, ਤੇ ਸਰਕਾਰੀ ਸਕੂਲਾਂ ਨੂੰ ਇਹਦਾ ਅਸਰ। ਪਰ ਇਹਦੇ 'ਚ ਜੀ ਮੈਂ ਬੜਾ ਖੁਸ਼ ਹਾਂ ਇਹ ਗੱਲ ਜਾਣ ਕੇ ਕਿ ਤੁਸੀਂ ਵਾਢੀ ਦੀਆਂ ਛੁੱਟੀਆਂ ਦੇ ਵਿੱਚ ਵਿਦਿਆਰਥੀਆਂ ਨੂੰ ਘਰ ਬੁਲਾ ਕੇ ਤੇ ਉਹਨਾਂ ਦੀ ਮਦਦ ਕਰਦੇ ਰਹੇ ਹੋ, ਉਹਨਾਂ ਨੂੰ ਸਿਖਾਉਂਦੇ ਰਹੇ ਹੋ। ਤੇ ਮੈਨੂੰ ਉਹ ਦਿਨ ਯਾਦ ਆਉਂਦੇ ਆ ਜੀ, ਮੈਂ ਜਦੋਂ ਮਿਡਲ ਸਕੂਲ 'ਚ ਪੜ੍ਹਦਾ ਸੀਗਾ ਨਾ, ਤੇ ਉਦੋਂ 8ਵੀਂ ਦਾ ਇਮਤਿਹਾਨ ਜਿਹੜਾ ਉਹ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੇ ਲੈਣਾ ਸ਼ੁਰੂ ਕੀਤਾ ਸੀਗਾ। ਮੈਟ੍ਰਿਕ ਦਾ ਬਾਅਦ 'ਚ ਕੀਤਾ ਹੈਗਾ। ਤੇ ਉਦੋਂ ਜੀ ਸਾਡੇ ਸਕੂਲ ਦੇ ਵਿੱਚ ਬਿਜਲੀ ਨਹੀਂ ਹੁੰਦੀ ਸੀਗੀ, ਸਾਡੇ ਇਲਾਕੇ ਵਿੱਚ ਬਿਜਲੀ ਨਹੀਂ ਹੁੰਦੀ ਸੀਗੀ, ਨਾ ਬਿਜਲੀ ਹੁੰਦੀ ਸੀਗੀ, ਨਾ ਪੱਕੀਆਂ ਸੜਕਾਂ ਹੁੰਦੀਆਂ ਸੀਗੀਆਂ। ਤੇ ਸਾਡੇ ਅਧਿਆਪਕ ਜਿਹੜੇ ਆ ਜੀ, ਉਹ ਸਾਨੂੰ ਰਾਤ ਨੂੰ ਸਕੂਲ ਰੱਖਦੇ ਸਨ। ਉਹ ਜਿਹੜਾ ਗੈਸ ਪੰਪ ਨਾਲ ਹੁੰਦਾ ਬਾਲ ਕੇ, ਜਿਹੜੇ ਵਿਆਹਾਂ ਸ਼ਾਦੀਆਂ 'ਚ ਕਿਸੇ ਵੇਲੇ ਵਰਤੇ ਜਾਂਦੇ ਸੀ, ਉਹ ਉਹਨਾਂ ਨੇ ਆਪਣੇ ਕੋਲੋਂ ਲਿਆਉਣੇ,
ਉਹਦਾ ਇੱਕ ਹੁੰਦਾ ਸੀ ਜੀ ਜਿਹੜਾ ਲਾਈਟ ਕਰਨ ਵਾਲਾ, ਉਹਨੂੰ ਮੈਂਟਲ ਕਹਿੰਦੇ ਹੁੰਦੇ ਉਹ ਸੀਗੇ। ਬਲਬ ਇੱਕ ਵਾਰੀ ਉਹ ਸੜ ਜਾਂਦਾ ਸੀਗਾ ਤੇ ਉਹ ਵੀ ਉਹ ਲਿਆਉਂਦੇ ਸੀਗੇ। ਹਾਂਜੀ, ਹਾਂਜੀ। ਮਿੱਟੀ ਦਾ ਤੇਲ ਵੀ ਉਹ ਲਿਆਉਂਦੇ ਸੀਗੇ। ਸੋ ਮੈਨੂੰ ਅੱਜ ਤੁਹਾਡੇ ਨਾਲ ਗੱਲ ਕਰਕੇ ਆਪਣੇ ਉਹ ਅਧਿਆਪਕ ਯਾਦ ਆ ਗਏ ਆ ਜਿਹੜੇ ਆਪਣੇ ਵਿਦਿਆਰਥੀਆਂ ਲਈ ਇਦਾਂ ਦੀ ਕੁਰਬਾਨੀ ਕਰਦੇ ਸੀਗੇ। ਦੇਖੋ ਰਤਿੰਦਰ ਜੀ, ਆਪਣੇ ਕੋਲ ਸਾਧਨ ਜੇ ਘੱਟ ਹੋਣ ਨਾ ਤੇ ਸਾਡੀ ਸਾਧਨਾ ਮਜ਼ਬੂਤ ਹੋਣੀ ਚਾਹੀਦੀ ਆ, ਜਿਹੜੀ ਕਿ ਤੁਸੀਂ ਡਿਸਪਲੇ ਕੀਤੀ ਹੈਗੀ ਆ। ਤੋਂ ਇਹ ਗੱਲਾਂ ਜਿਹੜੀਆਂ ਹੈ ਜੀ, ਇਹ ਮੁੱਕਣੀਆਂ ਨਹੀਂ। ਇਹ ਪ੍ਰਬੰਧਾਂ ਦੀ ਜਿਹੜੀ ਉਲਝੀ ਹੋਈ ਤਾਣੀ ਆ, ਇਹ ਸਾਹਿਤ ਦੇ ਵਿੱਚ ਵੱਖਰੀਆਂ ਵੱਖਰੀਆਂ ਉਲਝੀਆਂ ਹੋਈਆਂ ਜਿਹੜੀਆਂ ਤਾਣੀਆਂ ਆ, ਸਾਹਿਤਕ ਕਾਨਫਰੰਸਾਂ ਦੇ ਵਿੱਚ ਵੀ ਉਲਝੀਆਂ ਹੋਈਆਂ ਤਾਣੀਆਂ ਆ, ਇਹ ਆਪਣੇ ਥਾਂ ਨੇ। ਪਰੰਤੂ ਅਸੀਂ ਇਹ ਵੇਖਦੇ ਰਹਿਣਾ ਆ ਕਿ ਆਉਣ ਵਾਲਾ ਜਿਹੜਾ ਸਮਾਂ ਹੈ, ਹਮੇਸ਼ਾ ਹੀ ਅਸੀਂ ਆਸ਼ਾਵਾਦੀ ਹਾਂ। ਸਾਡੇ ਕਲਚਰ ਦੇ ਵਿੱਚ ਪੰਜਾਬੀ ਦਾ ਕਲਚਰ ਨਾਬਰੀ ਦਾ ਕਲਚਰ ਵੀ ਆ ਤੇ ਨਾਲ ਦੀ ਨਾਲ ਆਸ਼ਾਵਾਦ ਦਾ ਕਲਚਰ ਵੀ ਆ। ਤੇ ਇਸ ਕਰਕੇ ਜੀ ਅਸੀਂ ਤੁਹਾਡੇ ਬਹੁਤ ਥੈਂਕਫੁਲ ਆ, ਬਹੁਤ ਧੰਨਵਾਦੀ ਆ। ਤੁਸੀਂ ਸਾਡੇ ਇਸ ਪ੍ਰੋਗਰਾਮ ਵਿੱਚ ਆਏ ਹੋ, ਤੁਸੀਂ ਆਪਣੇ ਦਿਲ ਦੀਆਂ ਗੱਲਾਂ ਕੀਤੀਆਂ, ਆਪਣੇ ਬਚਪਨ ਦੀਆਂ ਗੱਲਾਂ ਕੀਤੀਆਂ, ਅਧਿਆਪਨ ਕਾਰਜ ਦੀਆਂ ਗੱਲਾਂ ਕੀਤੀਆਂ, ਆਪਣੇ ਸਾਹਿਤਕ ਸਫ਼ਰ ਦੀਆਂ ਗੱਲਾਂ ਕੀਤੀਆਂ, ਸੰਪਾਦਨਾ ਕਲਾ ਦੀਆਂ ਗੱਲਾਂ ਕੀਤੀਆਂ, ਤੇ ਜਿਹੜੀ ਕਾਨਫਰੰਸ ਤੇ ਤੁਸੀਂ ਆਏ ਹੋ ਉਹਦੀਆਂ ਗੱਲਾਂ ਕੀਤੀਆਂ, ਤੇ ਸਾਨੂੰ ਝੁੰਗੇ ਵਿੱਚ ਨਜ਼ਮਾਂ ਵੀ ਸੁਣਾਈਆਂ ਨੇ। ਅਸੀਂ ਤੁਹਾਡੇ ਬਹੁਤ ਬਹੁਤ ਧੰਨਵਾਦੀ ਹਾਂ। ਬਹੁਤ ਬਹੁਤ ਸ਼ੁਕਰੀਆ ਜੀ। ਸ਼ੁਕਰੀਆ ਤੁਹਾਡਾ ਵੀ ਕਾਲੋ ਸਾਹਿਬ, ਤੇ ਨਾਲ ਇਸ ਚੈਨਲ ਦਾ ਵੀ ਬਹੁਤ ਸ਼ੁਕਰੀਆ ਕਿ ਮੈਨੂੰ ਇੱਥੋਂ ਦੇ ਲੋਕਾਂ ਨੂੰ, ਜਿਨ੍ਹਾਂ ਨੂੰ ਮੈਂ ਨਹੀਂ ਮਿਲ ਸਕੀ ਕਾਨਫਰੰਸ ਦੇ ਦੌਰਾਨ, ਉਹਨਾਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਹੈ। ਮੇਰੇ ਵਾਸਤੇ ਇਹ ਬਹੁਤ ਵੱਡਾ ਮੌਕਾ ਹੈ ਤੇ ਅਪਰਚੂਨਿਟੀ ਹੈ। ਸਭ ਦਾ ਸ਼ੁਕਰੀਆ, ਬਹੁਤ ਬਹੁਤ ਮਿਹਰਬਾਨੀ ਜੀ। ਇਹ ਤੁਹਾਡੀਆਂ ਗੱਲਾਂ ਬਹੁਤ ਦੂਰ ਤੱਕ ਜਾਣਗੀਆਂ, ਸਾਰੇ ਗਲੋਬ ਤੱਕ ਜਾਣਗੀਆਂ, ਜਿਹਦੇ ਉੱਤੇ ਤੁਸੀਂ ਕਵਿਤਾ ਲਿਖੀ ਆ। ਸੋ ਪਿਆਰੇ ਦਰਸ਼ਕੋ, ਇਹ ਸਨ ਰਤਿੰਦਰ ਸੰਧੂ ਜੀ, ਜਿਨ੍ਹਾਂ ਨੇ ਸਾਡੇ ਨਾਲ ਖੁੱਲ੍ਹ ਕੇ ਆਪਣੇ ਦਿਲ ਦੀਆਂ ਗੱਲਾਂ, ਸਾਡੇ ਵਲਵਲੇ ਜਿਹੜੇ ਆਪਣੇ ਆ ਉਹਨਾਂ ਨੇ ਸਾਡੇ ਨਾਲ ਸਾਂਝੇ ਕੀਤੇ ਆ, ਨਜ਼ਮਾਂ ਸਾਂਝੀਆਂ ਕੀਤੀਆਂ ਨੇ, ਵਿਚਾਰ ਸਾਂਝੇ ਕੀਤੇ ਨੇ। ਤੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਤਰ੍ਹਾਂ ਦੇ ਰੰਗ ਜਿਹੜੇ ਹੈਗੇ ਆ, ਉਹ ਆਪਣੇ ਰੰਗ ਅਨੇਕ ਪ੍ਰੋਗਰਾਮ ਵਿੱਚ ਤੁਹਾਡੇ ਨਾਲ ਸਾਂਝੇ ਕਰਦੇ ਰਵਾਂਗੇ। ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ।